हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 12ਵੀਂ ਐਸੇ 10 ਨੋਬ ਜਿਸ ਨੂੰ ਕਿ ਮੋਰਲੇ ਕੈਲਾਗਨ ਨੇ ਲਿਖਿਆ ਹੋਇਆ ਹੈ। ਇਸ ਚੈਪਟਰ ਦੇ ਅਸੀਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਚੌਥਾ ਵੀਡੀਓ ਹੋਏਗਾ। ਸਟੂਡੈਂਟਸ, ਅਸੀਂ ਇਸ ਚੈਪਟਰ ਦੇ ਪਹਿਲੇ ਵੀਡੀਓ ਦੇ ਵਿੱਚ 10 ਨੋਬ ਦੇ ਰਾਈਟਰ ਮੋਰਲੇ ਕੈਲਾਗਨ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਸ ਨੂੰ ਰੀਡ ਕੀਤਾ ਹੈ ਅਤੇ ਨਾਲ ਹੀ ਇਸ ਚੈਪਟਰ ਦੇ ਪਹਿਲੇ 11 ਪੈਰਾਗ੍ਰਾਫਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਡਿਸਕਸ ਕੀਤਾ ਹੈ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰਾ ਟੈਕਸਟ ਸਮਝ ਸਕਦੇ ਹੋ। ਇਸੇ ਤਰ੍ਹਾਂ ਬੱਚਿਓ, ਇਸ ਚੈਪਟਰ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਪੈਰਾਗ੍ਰਾਫ ਨੰਬਰ 12 ਤੋਂ ਲੈ ਕੇ ਪੈਰਾਗ੍ਰਾਫ 23 ਤੱਕ ਦੇ ਜੋ ਟੈਕਸਟ ਆਇਆ ਹੈ ਉਸ ਨੂੰ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਹੈ। ਤਾਂ ਇਸ ਦੌਰਾਨ ਜੋ ਵੀ ਡਿਫਿਕਲਟ ਵਰਡਸ ਜਾਂ ਗਲੋਸਰੀ ਵਾਲੇ ਜੋ ਵੀ ਵਰਡਸ ਆਏ ਨੇ ਉਹਨਾਂ ਨੂੰ ਮੈਂ ਤੁਹਾਨੂੰ ਨਾਲੋਂ ਨਾਲ ਐਕਸਪਲੇਨ ਕੀਤਾ ਹੈ। ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਵੀਡੀਓ ਵੀ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਤਾਂ ਕਿ ਤੁਸੀਂ ਇਹ ਵਾਲਾ ਵੀਡੀਓ ਦੇਖ ਪਾਓ। ਇਸ ਚੈਪਟਰ ਦੇ ਤੀਸਰੇ ਵੀਡੀਓ ਦੇ ਵਿੱਚ ਮੈਂ ਬਾਕੀ ਰਹਿੰਦੇ ਹੋਏ ਟੈਕਸਟ ਨੂੰ ਡਿਸਕਸ ਕੀਤਾ ਹੈ, ਜਿਸ ਵਿੱਚ ਪੈਰਾ ਨੰਬਰ 23 ਤੋਂ ਲੈ ਕੇ ਪੈਰਾ ਨੰਬਰ 35 ਆਉਂਦੇ ਹਨ। ਤਾਂ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਟੈਕਸਟ ਵੀ ਦੇਖਿਆ ਹੋਵੇਗਾ। ਇਸ ਦੇ ਵੀਡੀਓ ਦਾ ਲਿੰਕ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਤਾਂ ਬੱਚਿਓ, ਜੇਕਰ ਤੁਸੀਂ ਅੱਜ ਦੇ ਜੋ ਕੁਐਸਚਨ ਆਨਸਰਸ ਨੇ ਉਹਨਾਂ ਨੂੰ ਸਮਝਣਾ ਹੈ ਤਾਂ ਤੁਹਾਨੂੰ ਚੈਪਟਰ ਦੇ ਟੈਕਸਟ ਦੀ ਜਾਣਕਾਰੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਤਾਂ ਮੈਂ ਉਮੀਦ ਕਰਦਾ ਬੱਚਿਓ ਕਿ ਤੁਸੀਂ ਇਹ ਤਿੰਨੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡੇ ਇਹ ਵੀਡੀਓਜ਼ ਮਿਸ ਹੋਏ ਨੇ ਤਾਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਜ਼ੋਰ ਦੇ ਕੇ ਕਹਾਂਗਾ ਕਿ ਤੁਸੀਂ ਇਸ ਟੈਕਸਟ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝੋ, ਤਾਂ ਹੀ ਤੁਹਾਨੂੰ ਕੁਐਸਚਨ ਆਨਸਰ ਚੰਗੀ ਤਰ੍ਹਾਂ ਸਮਝ ਆ ਸਕਦੇ ਹਨ। ਸਟੂਡੈਂਟਸ, ਮੈਂ ਤੀਸਰੇ ਵੀਡੀਓ ਦੇ ਵਿੱਚ ਇਸ ਚੈਪਟਰ ਦੇ ਵਿੱਚ ਦਿੱਤੀ ਹੋਈ ਵੋਕੈਬਲਰੀ ਪ੍ਰੈਕਟਿਸ ਐਕਸਰਸਾਈਜ਼ ਨੂੰ ਵੀ ਡਿਸਕਸ ਕੀਤਾ ਹੈ। ਉਮੀਦ ਹੈ ਬੱਚਿਓ ਤੁਸੀਂ ਇਹ ਵਾਲੀ ਵੀ ਐਕਸਰਸਾਈਜ਼ ਚੰਗੀ ਤਰ੍ਹਾਂ ਸਮਝ ਲਈ ਹੋਵੇਗੀ। ਸਟੂਡੈਂਟਸ, ਚੈਪਟਰ ਦੇ ਟੈਕਸਟ ਤੋਂ ਬਾਅਦ ਕੰਪਰੀਹੈਂਸ਼ਨ ਵਾਲੇ ਪੋਰਸ਼ਨ ਦੇ ਵਿੱਚ ਸਾਨੂੰ ਇਸ ਚੈਪਟਰ ਦੇ ਕਾਫੀ ਸਾਰੇ ਕੁਐਸਚਨਸ ਦਿੱਤੇ ਗਏ ਨੇ। ਇਹ ਸ਼ਾਰਟ ਆਨਸਰ ਟਾਈਪ ਕੁਐਸਚਨ ਨੇ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਇਹ ਪੂਰੇ ਚੈਪਟਰ 'ਚੋਂ ਹੀ ਬਣੇ ਹੋਏ ਨੇ। ਮੈਂ ਅੱਜ ਵਾਲੇ ਵੀਡੀਓ ਦੇ ਵਿੱਚ ਬੱਚਿਓ ਇਹ ਸਾਰੇ ਦੇ ਸਾਰੇ ਕੁਐਸਚਨਸ ਤਾਂ ਡਿਸਕਸ ਕੀਤੇ ਹੀ ਨੇ, ਪਰੰਤੂ ਨਾਲ ਮੈਨੂੰ ਜੋ ਵੀ ਹੋਰ ਇੰਪੋਰਟੈਂਟ ਕੁਐਸਚਨਸ ਲੱਗੇ ਨੇ ਜੋ ਕਿ ਤੁਹਾਡੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਲਈ ਬਹੁਤ ਹੀ ਇੰਪੋਰਟੈਂਟ ਨੇ, ਮੈਂ ਉਹ ਵੀ ਡਿਸਕਸ ਕੀਤੇ ਨੇ। ਤਾਂ ਸਟੂਡੈਂਟਸ, ਆਪਾਂ ਪਹਿਲਾਂ ਆਪਣਾ ਚੈਪਟਰ ਪੂਰਾ ਕਰ ਲਿਆ, ਪੜ੍ਹ ਲਿਆ ਆਪਾਂ। ਇਸ ਦੇ ਕੁਐਸਚਨ ਆਨਸਰਸ ਹੈ। ਜਿਵੇਂ ਫਸਟ ਕੁਐਸਚਨ ਹੈ ਤੁਹਾਡਾ, ਦੇਖੋ ਕਿ ਜੌਨ ਹਾਰਕੋਰਟ ਵਾਸ ਟਾਕਿੰਗ ਵਿਦ ਐਨ ਐਂਗਜ਼ੀਅਸ ਡਿਫੀਡੈਂਸ, ਪੈਰਾਗ੍ਰਾਫ 1। ਜੇ ਤੁਸੀਂ ਬੇਟਾ ਚੈਪਟਰ ਪੜ੍ਹੋ ਤਾਂ ਚੈਪਟਰ ਦੇ ਪਹਿਲੇ ਪੈਰੇ 'ਚ ਹੀ ਜਿਹੜਾ ਐਂਗਜ਼ੀਅਸ ਡਿਫੀਡੈਂਸ ਸ਼ਬਦ ਆਉਂਦਾ ਹੈ, ਇਹ ਲਾਈਨ ਆਈ ਹੈ ਇਸ 'ਚ ਕਿ all afternoon he had been talking to her eagerly but with an anxious diffidence। ਮੈਂ ਤੁਹਾਨੂੰ ਚੈਪਟਰ ਸਮਝਾਉਂਦੇ ਹੋਏ ਪੜ੍ਹਾਈ ਸੀ ਲਾਈਨ ਕਿ ਸਾਰੀ ਆਫਟਰਨੂਨ ਉਸ ਨਾਲ ਗੱਲ ਕਰਦਾ ਰਿਹਾ, ਕਾਫੀ ਦੇਰ ਤੋਂ ਇਕੱਠੇ ਆ ਉਹ, ਬਟ ਉਸਦੇ ਚਿਹਰੇ ਤੇ ਨਾ ਚਿੰਤਾ ਝਲਕਦੀ ਹੈ। ਐਂਗਜ਼ੀਅਸ ਦਾ ਮਤਲਬ ਮੈਂ ਤੁਹਾਨੂੰ ਚਿੰਤਾਤੁਰ ਦੱਸਿਆ ਸੀ, ਤੇ ਡਿਫੀਡੈਂਸ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਲੈਕ ਆਫ ਕੌਨਫੀਡੈਂਸ। ਜੇ ਤੁਹਾਡੇ ਯਾਦ ਹੋਵੇ ਤਾਂ ਲੈਕ ਆਫ ਕੌਨਫੀਡੈਂਸ ਨੂੰ ਅਸੀਂ ਡਿਫੀਡੈਂਸ ਕਹਿੰਦੇ ਹਾਂ, ਕਿ ਜਦੋਂ ਤੁਹਾਡੇ ਅੰਦਰ ਕੌਨਫੀਡੈਂਸ ਦੀ ਕਮੀ ਹੁੰਦੀ ਹੈ। ਤਾਂ ਇਹ ਲਾਈਨ ਦੱਸੀ ਗਈ ਹੈ ਕਿ ਉਸ ਦੇ ਨਾਲ ਗੱਲਬਾਤ ਕਰ ਰਿਹਾ ਸੀ, ਕਿਹਦੇ ਨਾਲ? ਗ੍ਰੇਸ ਨਾਲ। ਇਹ ਪੈਰਾਗ੍ਰਾਫ 1 ਚ ਹੈ। ਅੱਗੇ ਫਿਰ ਕੁਐਸਚਨ ਪੁੱਛਿਆ ਗਿਆ ਹੈ ਕਿ ਡੂ ਯੂ ਥਿੰਕ ਹਿਸ ਡਿਫੀਡੈਂਸ ਅਫੈਕਟਸ ਦਾ ਟਰਨ ਆਫ ਇਵੈਂਟਸ ਡਿਸਕ੍ਰਾਈਬਡ ਇਨ ਦਾ ਸਟੋਰੀ। ਹੁਣ ਜੇ ਤੁਸੀਂ ਇਹ ਕੁਐਸਚਨ ਦੇਖੋ ਤਾਂ ਇਸ ਕੁਐਸਚਨ ਦੇ ਜਿਹੜੀ ਸਟਾਰਟਿੰਗ ਹੈ ਉਹ ਡੂ ਨਾਲ ਹੋ ਰਹੀ। ਤਾਂ ਡੂ ਇਜ਼ ਦਾ ਹੈਲਪਿੰਗ ਵਰਬ। ਤਾਂ ਇਹਦਾ ਮਤਲਬ ਇਹਦਾ ਆਨਸਰ ਕਿਹਦੇ 'ਚ ਹੈ? ਯੈਸ ਔਰ ਨੋ 'ਚ। ਮੈਂ ਬਾਰ-ਬਾਰ ਤੁਹਾਨੂੰ ਸਮਝਾਇਆ ਕਿ ਜਦੋਂ ਵੀ ਕੁਐਸਚਨ ਕਿਸੇ ਹੈਲਪਿੰਗ ਵਰਬ, ਹੁਣ ਹੈਲਪਿੰਗ ਵਰਬਸ ਕਈ ਤਰ੍ਹਾਂ ਦੀਆਂ ਨੇ, ਹੈਜ਼, ਹੈਵ, ਹੈਡ, ਇਜ਼, ਐਮ, ਆਰ, ਡੂ, ਡਿਡ। ਤਾਂ ਇਹਨਾਂ ਦੇ ਨਾਲ ਜਦੋਂ ਕੁਐਸਚਨ ਸਟਾਰਟ ਹੁੰਦਾ ਹੈ ਤਾਂ ਆਨਸਰ ਯੈਸ ਔਰ ਨੋ 'ਚ ਹੁੰਦਾ ਹੈ। ਤਾਂ ਹੁਣ ਇੱਥੇ ਇਹ ਪੁੱਛਿਆ ਗਿਆ ਹੈ ਕਿ ਕੀ ਇਸ ਡਿਫੀਡੈਂਸ ਦੇ ਕਰਕੇ ਸਟੋਰੀ ਦਾ ਜਿਹੜਾ ਆਉਣ ਵਾਲਾ ਜੋ ਪਾਰਟ ਸੀਗਾ, ਅਫੈਕਟ ਦਾ ਟਰਨ ਆਫ ਇਵੈਂਟ, ਜਿਹੜੀਆਂ ਕਿ ਇਵੈਂਟਸ ਹੋਈਆਂ ਨੇ, ਘਟਨਾਵਾਂ ਹੋਈਆਂ ਨੇ, ਉਹਨਾਂ ਤੇ ਕੋਈ ਅਸਰ ਪਿਆ ਇਸ ਡਿਫੀਡੈਂਸ ਕਰਕੇ। ਪੈਰਾਗ੍ਰਾਫ 1 ਚ ਸਾਨੂੰ ਪਤਾ ਲੱਗ ਗਿਆ ਕਿ ਜਿਹੜਾ ਜੌਨ ਹਾਰਕੋਟ ਹੈ ਉਹ ਲੈਕ ਆਫ ਕੌਨਫੀਡੈਂਸ ਹੈ, ਆਤਮ ਵਿਸ਼ਵਾਸ ਦੀ ਕਮੀ ਹੈ। ਕਿ ਇਸ ਕਮੀ ਦੇ ਨਾਲ ਸਟੋਰੀ ਦੇ ਆਉਣ ਵਾਲੇ ਹਿੱਸੇ ਤੇ ਕੋਈ ਅਸਰ ਪਿਆ, ਘਟਨਾਵਾਂ ਤੇ ਅਸਰ ਪਿਆ? ਕੁਐਸਚਨ ਇਹ ਹੈ। There is a similar phrase in the next sentence which describes the girl's countenance।
ਕਹਿੰਦੇ ਬਿਲਕੁਲ ਇਹੋ ਜਿਹਾ ਹੀ, ਸਿਮਿਲਰ ਦਾ ਮਤਲਬ ਬਿਲਕੁਲ ਮਿਲਦਾ ਜੁਲਦਾ ਫਰੇਜ਼ ਅਗਲੇ ਵਾਕ ਦੇ ਵਿੱਚ ਹੈ, ਜੋ ਕਿ ਜਿਹੜੀ ਲੜਕੀ ਹੈ ਉਸ ਦੀ ਕੌਂਟੀਨੈਂਸ, ਕੌਂਟੀਨੈਂਸ ਦਾ ਮਤਲਬ ਹੁੰਦਾ ਬੇਟਾ ਐਕਸਪ੍ਰੈਸ਼ਨ ਔਨ ਦਾ ਫੇਸ ਕਿਹਾ ਜਾਂਦਾ, ਚਿਹਰੇ ਦੇ ਜਿਹੜੇ ਐਕਸਪ੍ਰੈਸ਼ਨ ਹੈ ਨਾ ਉਹਨਾਂ ਨੂੰ ਅਸੀਂ ਕੌਂਟੀਨੈਂਸ ਕਹਿੰਦੇ ਹਾਂ। ਤਾਂ ਬਿਲਕੁਲ ਇਹੋ ਜਿਹਾ ਇੱਕ ਸੈਂਟੈਂਸ ਅਗਲਾ ਆਉਂਦਾ ਹੈ ਜਿਸ ਦੇ ਵਿੱਚ ਲੜਕੀ ਦਾ ਕਿਸ ਤਰ੍ਹਾਂ ਦਾ ਐਕਸਪ੍ਰੈਸ਼ਨ ਚਿਹਰੇ ਦੇ ਨਜ਼ਰ ਆ ਰਿਹਾ ਹੈ ਉਸ ਦੇ ਬਾਰੇ ਕੋਈ ਫਰੇਜ਼ ਯੂਜ਼ ਹੋਇਆ। ਫਰੇਜ਼ ਦਾ ਮਤਲਬ ਮੈਂ ਤੁਹਾਨੂੰ ਦੱਸਦਾ ਹਾਂ, ਗਰੁੱਪ ਆਫ ਵਰਡਸ। ਜਿਵੇਂ ਲੜਕੇ ਲਈ ਕੀ ਯੂਜ਼ ਹੋਇਆ ਬਈ, ਲੜਕੇ ਲਈ ਯੂਜ਼ ਹੋਇਆ ਸੀ ਐਂਗਜ਼ੀਅਸ ਡਿਫੀਡੈਂਸ। ਲੜਕੀ ਲਈ ਕੀ ਯੂਜ਼ ਹੋਇਆ ਇਹ ਕੁਐਸਚਨ ਪੁੱਛਿਆ ਗਿਆ। ਵਟ ਇਜ਼ ਇਟ, ਇਹ ਕੀ ਹੈ? ਤਾਂ ਜਿਹੜਾ ਐਕਸਪ੍ਰੈਸ਼ਨ ਯੂਜ਼ ਹੋਇਆ ਹੈ, ਫਰੇਜ਼ ਯੂਜ਼ ਹੋਇਆ ਹੈ, ਉਹ ਕੀ ਹੈ? ਤਾਂ ਇੱਕ ਵੱਡੇ ਸਾਰੇ ਕੁਐਸਚਨ 'ਚ ਦੋ ਤਿੰਨ ਗੱਲਾਂ ਪੁੱਛੀਆਂ ਗਈਆਂ ਨੇ। ਤਾਂ ਪਹਿਲਾਂ ਤਾਂ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਮੰਨਦੇ ਹੋ ਕਿ ਉਹਦਾ ਜਿਹੜਾ ਇਹ ਅਸਰ ਪਿਆ ਉਸ ਦੇ ਡਿਫੀਡੈਂਸ ਕਰਕੇ? ਤਾਂ ਆਨਸਰ ਅਸੀਂ ਬੜਾ ਸਿੰਪਲ ਜਿਹਾ ਲਿਖਿਆ ਕਿ ਜੌਨ ਬਿਲੋਂਗਸ ਟੂ ਅ ਪੂਅਰ ਫੈਮਿਲੀ ਬਟ ਗ੍ਰੇਸ ਇਜ਼ ਫਰੋਮ ਅ ਰਿਚ ਫੈਮਿਲੀ। ਤਾਂ ਇਹ ਤਾਂ ਸਾਨੂੰ ਸਟੋਰੀ ਪੜ੍ਹ ਕੇ ਬੇਟਾ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਜੌਨ ਹੈ ਉਹ ਇੱਕ ਪੂਅਰ ਫੈਮਿਲੀ ਨਾਲ ਬਿਲੋਂਗ ਕਰਦਾ ਹੈ, ਉਹਦੇ ਫਾਦਰ ਸਾਹਿਬ ਦੀ ਕੰਡੀਸ਼ਨ ਤੋਂ ਸਾਨੂੰ ਪਤਾ ਹੈ। ਅਤੇ ਗ੍ਰੇਸ ਇੱਕ ਰਿਚ ਫੈਮਿਲੀ ਤੋਂ ਬਿਲੋਂਗ ਕਰਦੀ ਹੈ, ਸਾਨੂੰ ਇਹ ਵੀ ਪਤਾ ਹੈ ਐਰਿਸਟੋਕ੍ਰੈਟਿਕ ਫੈਮਿਲੀ ਹੈ। ਹੀ ਆਲਵੇਜ਼ ਫੀਲਸ ਡਿਫੀਡੈਂਟ ਇਨ ਹਰ ਕੰਪਨੀ। ਤਾਂ ਉਹ ਉਸਦੀ ਕੰਪਨੀ 'ਚ ਹਮੇਸ਼ਾ ਡਿਫੀਡੈਂਟ ਫੀਲ ਕਰਦਾ। ਹੁਣ ਉੱਪਰ ਸ਼ਬਦ ਹੈ ਡਿਫੀਡੈਂਸ, ਯਾਦ ਕਰੋ diffidence is a noun, diffident is an adjective। ਤਾਂ ਉਹ ਹਮੇਸ਼ਾ diffident feel ਕਰਦਾ ਹੈ, ਜਿਸ 'ਚ ਕਮੀ ਹੈ ਆਤਮ ਵਿਸ਼ਵਾਸ ਦੀ, ਤਾਂ ਉਹ ਹਮੇਸ਼ਾ ਫੀਲ ਕਰਦਾ ਹੈ, diffident ਫੀਲ ਕਰਦਾ ਹੈ। ਕਦੋਂ? in her company, ਜਦੋਂ ਉਹਦੇ ਨਾਲ ਹੁੰਦਾ ਹੈ। ਕਿਉਂ? ਕਿਉਂਕਿ ਉਹਨੂੰ ਹਮੇਸ਼ਾ ਲੱਗਦਾ ਰਹਿੰਦਾ ਹੈ ਕਿ ਮੈਂ ਗਰੀਬ ਫੈਮਿਲੀ ਚੋਂ ਹੈ ਤੇ ਗ੍ਰੇਸ ਰਿਚ ਫੈਮਿਲੀ ਤੋਂ ਹੈ। ਤਾਂ ਥੋੜਾ ਜਿਹਾ ਉਹਦੇ 'ਚ ਅੰਦਰ ਆਤਮ ਵਿਸ਼ਵਾਸ ਦੀ ਕਮੀ ਰਹਿੰਦੀ ਹੈ। ਤਾਂ ਇਹ ਆਪਾਂ ਨੇ ਆਨਸਰ ਦੇਤਾ ਕਿ ਉਹ ਕਿਉਂ ਡਿਫੀਡੈਂਟ ਹੈ, ਇਹਦਾ ਆਨਸਰ ਆਪਾਂ ਦੇਤਾ। ਸਿੰਪਲ ਆਨਸਰ ਹੈ ਕਿ ਗ੍ਰੇਸ ਰਿਚ ਫੈਮਿਲੀ ਤੋਂ ਹੈ, ਜੌਨ ਹੈ ਉਹ ਪੂਅਰ ਫੈਮਿਲੀ। ਦੂਜਾ ਉਹਨਾਂ ਨੇ ਪੁੱਛਿਆ ਸੀ ਕਿ ਕੀ ਇਸ ਲੈਕ ਆਫ ਕੌਨਫੀਡੈਂਸ ਕਰਕੇ ਅਸਰ ਪਿਆ ਅਗਲੀਆਂ ਘਟਨਾਵਾਂ ਤੇ? ਯੈਸ, ਹਿਜ਼ ਡਿਫੀਡੈਂਸ ਅਫੈਕਟਸ ਦਾ ਟਰਨ ਆਫ ਇਵੈਂਟਸ ਇਨ ਦਾ ਸਟੋਰੀ। ਕਿ ਉਹਦਾ ਜਿਹੜਾ ਇਹ ਡਿਫੀਡੈਂਸ ਹੈ ਇਸ ਨੇ ਅਸਰ ਪਾਇਆ ਸਟੋਰੀ ਦੀਆਂ ਅਗਲੀਆਂ ਘਟਨਾਵਾਂ ਤੇ। ਬਿਲਕੁਲ ਅਸਰ ਪਾਇਆ। ਦੇਖੋ ਕਿੱਥੇ ਚਲੀ ਗਈ ਗੱਲ, ਲੜਾਈ ਹੋਣ ਤੱਕ ਆ ਗਈ। ਉਹ ਇੱਥੋਂ ਹੀ ਸਟਾਰਟ ਹੋਇਆ ਨਾ। ਜੇ ਉਹਦੇ ਮਨ 'ਚ ਇਹੋ ਜਿਹੀ ਕੋਈ ਗੱਲ ਹੀ ਨਾ ਹੁੰਦੀ, ਜੋ ਉਹ ਬਿਲਕੁਲ ਆਪਣੇ ਆਪ ਨੂੰ ਨੋਰਮਲ ਰੱਖਦਾ ਕਿ ਭਾਈ ਠੀਕ ਹੈ ਗ੍ਰੇਸ ਅਮੀਰ ਪਰਿਵਾਰ 'ਚੋਂ ਚਾਹੇ ਹੋਵੇ, ਮੈਂ ਗਰੀਬ ਪਰਿਵਾਰ 'ਚੋਂ ਚਾਹੇ ਹੈ, ਅਮੀਰੀ ਗਰੀਬੀ ਦੀ ਕੋਈ ਗੱਲ ਨਹੀਂ। ਜੇ ਉਹਦੇ ਮਨ 'ਚ ਇਹੋ ਜਿਹੀ ਗੱਲ ਹੁੰਦੀ ਤਾਂ ਲੜਾਈ ਉਹ ਨਾ ਹੁੰਦੀ। ਤਾਂ ਆਪਾਂ ਤਾਂ ਪੂਰਾ ਸਟੋਰੀ ਬੇਟਾ ਪੜ੍ਹੀ ਹੈ, ਪੂਰੀ ਸਟੋਰੀ ਪੜ੍ਹੀ ਹੈ। ਤਾਂ ਇਸੇ ਡਿਫੀਡੈਂਸ ਕਰਕੇ ਸਟੋਰੀ ਆ ਬਣੀ ਜੋ ਆਪਾਂ ਸਾਰੀ ਪੜ੍ਹੀ ਹੈ। ਫਿਰ ਥਰਡ ਕੁਐਸਚਨ ਆਇਆ ਕਿ ਲੜਕੀ ਲਈ ਫਰੇਜ਼ ਕਿਹੜਾ ਯੂਜ਼ ਹੋਇਆ ਹੈ? ਤਾਂ ਬੇਟਾ ਦਾ ਵਰਡ ਕੂਲ ਇੰਡੀਪੈਂਡੈਂਸ ਡਿਸਕ੍ਰਾਈਬਸ ਦਾ ਗਰਲਸ ਕੌਂਟੀਨੈਂਸ। ਤਾਂ ਇੱਕ ਫਰੇਜ਼ ਯੂਜ਼ ਹੋਇਆ ਸੀ ਕੂਲ ਇੰਡੀਪੈਂਡੈਂਸ। ਉਹ ਲੜਕੀ ਦਾ ਜਿਹੜਾ ਕੌਂਟੀਨੈਂਸ ਹੈ, ਉਸਦੇ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨ ਹੈ ਉਸ ਨੂੰ ਉਹ ਡਿਸਕ੍ਰਾਈਬ ਕਰਦਾ ਹੈ, ਵਰਣਨ ਕਰਦਾ ਹੈ। ਚੈਪਟਰ ਦੇ ਵਿੱਚ ਜਿਹੜਾ ਸੈਂਟੈਂਸ ਆਇਆ ਸੀਗਾ ਉਹ ਇਹ ਸੀਗਾ ਕਿ so fair and beautifully strong with its expression of cool independence। ਤਾਂ ਇਹ ਲਾਈਨ ਆਈ ਸੀਗੀ ਚੈਪਟਰ ਦੇ ਵਿੱਚ। ਕੂਲ ਇੰਡੀਪੈਂਡੈਂਸ ਦਾ ਮਤਲਬ ਕੀ ਹੈ? ਬੜੀ ਸ਼ਾਂਤ ਬੈਠੀ ਹੈ, ਉਹਦੇ ਮਨ ਤੇ ਉਹਦੇ ਚਿਹਰੇ ਤੇ ਕਿਸੇ ਤਰੀਕੇ ਦਾ ਕੋਈ ਇਹੋ ਜਿਹਾ ਭਾਵ ਨਹੀਂ। ਕੂਲ ਇੰਡੀਪੈਂਡੈਂਸ ਦਾ ਮਤਲਬ ਕਿ ਉਹ ਫੁੱਲ ਆਫ ਕੌਨਫੀਡੈਂਸ ਹੈ। ਇਹਦਾ ਮਤਲਬ ਹੈ, ਤਾਂ ਮੈਂ ਚੈਪਟਰ ਪੜ੍ਹਾਉਂਦੇ ਹੋਏ ਦੱਸਿਆ ਸੀ, ਕੂਲ ਇੰਡੀਪੈਂਡੈਂਸ ਦਾ ਮਤਲਬ ਹੈ ਉਹ ਫੁੱਲ ਆਫ ਕੌਨਫੀਡੈਂਸ ਹੈ। ਹੁਣ ਇੱਕ ਪਾਸੇ ਗ੍ਰੇਸ ਦੇਖੋ ਉਹਦੇ 'ਚ ਕਿੰਨਾ ਕੌਨਫੀਡੈਂਸ ਹੈ ਉਸ ਲੜਕੀ 'ਚ, ਦੂਜੇ ਪਾਸੇ ਉਹ ਉਸੇ ਕੌਨਫੀਡੈਂਸ ਨੂੰ ਲੈਕ ਕਰ ਰਿਹਾ ਹੈ। ਤਾਂ ਦੋਨਾਂ 'ਚ ਬੇਸਿਕਲੀ ਡਿਫਰੈਂਸ ਆ ਗਿਆ। ਤਾਂ ਉਹਦੇ ਲਈ ਅਸੀਂ ਕੂਲ ਇੰਡੀਪੈਂਡੈਂਸ ਯੂਜ਼ ਕਰਿਆ ਹੈ, ਰਾਈਟਰ ਨੇ ਯੂਜ਼ ਕਰਿਆ ਉਸਦੇ ਲਈ ਕੂਲ ਇੰਡੀਪੈਂਡੈਂਸ ਤੇ ਉਸਦੇ ਲਈ ਐਂਗਜ਼ੀਅਸ ਡਿਫੀਡੈਂਸ। ਤਾਂ ਇਹ ਦੋ ਵਰਡ ਦੋਨਾਂ ਦੇ ਲਈ ਯੂਜ਼ ਕੀਤੇ ਗਏ। ਸਾਡਾ ਸੈਕੰਡ ਕੁਐਸਚਨ ਹੈ ਜੀ ਕਿ ਡੂ ਯੂ ਥਿੰਕ ਜੌਨ ਵਾਜ਼ ਅਕਸਟਮ ਟੂ ਬਾਇੰਗ ਬੁੱਕਸ ਫॉर ਯੰਗ ਲੇਡੀਜ਼। ਫਿਰ ਦੇਖੋ ਕੁਐਸਚਨ ਡੂ ਨਾਲ ਸਟਾਰਟ ਹੋ ਰਿਹਾ ਹੈ। ਇਹਦਾ ਮਤਲਬ ਇਹਦਾ ਆਨਸਰ ਕਿਹਦੇ 'ਚ ਹੈ? ਯੈਸ ਔਰ ਨੋ 'ਚ। ਕਲੀਅਰ? ਕਿ ਕੀ ਤੁਸੀਂ ਸੋਚਦੇ ਹੋ ਕਿ ਜੌਨ ਨੂੰ ਆਦਤ ਸੀ ਕਿ ਉਹ ਯੰਗ ਲੇਡੀਜ਼ ਦੇ ਲਈ ਬੁੱਕ ਬਾਏ ਕਰਦਾ ਸੀ? ਯਾਦ ਕਰੋ ਸਾਡੀ ਸਟੋਰੀ ਦੇ ਵਿੱਚ ਪਹਿਲੇ ਪੈਰਾਗ੍ਰਾਫ ਦੇ ਵਿੱਚ ਹੀ ਇਹ ਸਾਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਡਿਪਾਰਟਮੈਂਟ ਸਟੋਰ 'ਚ ਜਾਂਦੇ ਆ। ਉੱਥੇ ਇੱਕ ਬੁੱਕ ਸਟੋਰ ਬਣਿਆ ਹੋਇਆ ਛੋਟਾ ਜਿਹਾ, ਤੇ ਉੱਥੇ ਉਹ ਆਪਣੀ ਜੋ ਫਰੈਂਡ ਹੈ ਗ੍ਰੇਸ ਉਸ ਦੇ ਲਈ ਉਹ ਰੈਡੀ ਜੈਸਚਰ 'ਚ ਆ ਗਿਆ। ਆਪਾਂ ਚੈਪਟਰ 'ਚ ਪੜ੍ਹਿਆ ਸੀਗਾ, ਉਹ ਬੁੱਕ ਬਾਏ ਕਰਨ ਦੀ ਕੋਸ਼ਿਸ਼ ਕਰਦਾ। ਉਹਦੇ ਤੋਂ ਕੁਐਸਚਨ ਬਣਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਜੌਨ ਹੈ ਉਹਨੂੰ ਆਦਤ ਸੀਗੀ ਇਹ? ਅਕਸਟਮ ਟੂ ਦਾ ਮਤਲਬ ਹੁੰਦਾ ਬੇਟਾ ਆਦਤ ਹੋਣਾ।
ਜਿਸਨੇ ਕਿ ਬਾਰ-ਬਾਰ ਕੋਈ ਕੰਮ ਕੀਤਾ ਹੋਵੇ ਉਹਨੂੰ ਆਪਾਂ ਕਹਿੰਦੇ ਆ ਕਸਟਮ ਟੂ। ਕਿ ਕੀ ਉਸਨੇ ਯੰਗ ਲੇਡੀਜ਼ ਦੇ ਲਈ, ਜੋ ਕਿ ਨੌਜਵਾਨ ਲੇਡੀਜ਼ ਹੁੰਦੀਆਂ ਨੇ, ਉਹਨਾਂ ਦੇ ਲਈ ਉਸਨੇ ਬੁੱਕਸ ਬਾਰ-ਬਾਰ ਖਰੀਦੀਆਂ ਸੀ, ਵੀ ਇਦਾਂ ਦਾ ਸੀਗਾ ਉਹ, ਕਿ ਤੁਹਾਨੂੰ ਲੱਗਦਾ ਹੈ। ਫਿਰ ਵਾਈ ਡੂ ਯੂ ਥਿੰਕ ਸੋ, ਜੇ ਤੁਹਾਨੂੰ ਲੱਗਦਾ ਹੈ ਕਿ ਉਹ ਇਦਾਂ ਦਾ ਸੀ ਜਾਂ ਨਹੀਂ ਸੀ ਤਾਂ ਤੁਹਾਨੂੰ ਕਿਉਂ ਲੱਗਦਾ ਹੈ। ਵਾਈ ਡੂ ਯੂ ਥਿੰਕ ਸੋ, ਸੋ ਦਾ ਮਤਲਬ ਅਜਿਹਾ ਕਿਉਂ ਲੱਗਦਾ ਤੁਹਾਨੂੰ। ਪਹਿਲਾਂ ਤਾਂ ਯੈਸ ਔਰ ਨੋ ਦੇਖੋ ਆਨਸਰ ਪੁੱਛਿਆ, ਫਿਰ ਉਹਦਾ ਕਾਰਨ ਪੁੱਛਿਆ ਦੂਜੇ ਕੁਐਸਚਨ 'ਚ। ਵਟ ਕਾਜ਼ ਦਾ ਡਰੈਡਫੁਲ ਅਨਈਜ਼ੀਨੈਸ ਇਨ ਹਿਮ, ਤਾਂ ਸੈਕਿੰਡ ਪੈਰਾਗ੍ਰਾਫ ਦੇ ਵਿੱਚ ਹੀ ਬੇਟਾ ਆਉਂਦਾ ਹੈ ਕਿ ਉਸਦੇ ਅੰਦਰ ਨਾ ਇੱਕ ਅਨਈਜ਼ੀਨੈਸ ਆ ਜਾਂਦੀ ਹੈ, ਬੇਆਰਾਮੀ ਆ ਜਾਂਦੀ ਹੈ। ਡਰੈਡਫੁਲ ਦਾ ਮਤਲਬ ਡਰਾਉਣੀ, ਇੱਕ ਡਰਾਉਣੀ ਜੀ ਬੇਆਰਾਮੀ ਆਉਂਦੀ ਹੈ ਉਹਦੇ ਅੰਦਰ। ਕਿਉਂ ਆਉਂਦੀ ਹੈ, ਕਿਹੜੀ ਕਾਰਨ ਕਰਕੇ ਆਉਂਦੀ ਹੈ। ਕਾਜ਼ ਦਾ ਮਤਲਬ ਹੁੰਦਾ ਬੇਟਾ ਕਾਰਨ ਹੋਣਾ, ਤਾਂ ਉਹ ਬੇਆਰਾਮੀ ਕਿਉਂ ਆ ਜਾਂਦੀ ਹੈ ਸੈਕਿੰਡ ਪੈਰਾਗ੍ਰਾਫ 'ਚ। Can you identify the something precious that seem close to destruction? ਕੀ ਤੁਸੀਂ something precious ਜਿਹੜੀ ਬਹੁਤ ਜ਼ਿਆਦਾ ਕੀਮਤੀ ਹੈ, precious ਦਾ ਮਤਲਬ ਮੈਂ ਕੀ ਦੱਸਿਆ, very costly ਹੈ ਨਾ, ਬਹੁਤ ਜ਼ਿਆਦਾ ਜਿਹੜੀ ਕੀਮਤੀ ਚੀਜ਼ ਹੈ ਉਹਨੂੰ ਤੁਸੀਂ ਆਇਡੈਂਟੀਫਾਈ ਕਰ ਸਕਦੇ ਹੋ, ਪਹਿਚਾਨ ਸਕਦੇ ਹੋ, ਜਿਹੜੀ ਕਿ ਉਹਨੂੰ ਲੱਗ ਰਹੀ ਸੀ ਕਿ ਖਤਮ ਹੋਣ ਵਾਲੀ ਹੈ। that seemed close to destruction। ਇਹ ਪੂਰੀ ਲਾਈਨ ਬੇਟਾ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਚੈਪਟਰ ਦੇ ਵਿੱਚ ਸਮਝਾਈ ਸੀ। ਅੱਛਾ, ਇਹ ਵਾਲਾ ਜਿਹੜਾ ਕੁਐਸਚਨ ਹੈ ਨਾ ਕਿ ਉਹ ਕਿਹੜੀ ਚੀਜ਼ ਸੀ, ਸਮਥਿੰਗ ਪ੍ਰੈਸ਼ੀਅਸ, ਉਹ ਕਿਹੜੀ ਚੀਜ਼ ਸੀ ਜਿਹੜੀ ਕਿ ਉਹਨੂੰ ਲੱਗ ਰਿਹਾ ਸੀ ਕਿ ਉਹ ਕਲੋਜ਼ ਟੂ ਡਿਸਟਰਕਸ਼ਨ ਹੈ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਇਸ ਚੈਪਟਰ ਦਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ, ਪੇਪਰ ਜਾਣ ਵਾਲਾ ਕੁਐਸਚਨ ਹੈ। ਆਨਸਰ ਇਹਦਾ ਉਨਾ ਹੀ ਆਸਾਨ ਹੈ, ਸਾਨੂੰ ਪਤਾ ਹੈ। ਇਹ ਧਿਆਨ ਤੁਸੀਂ ਰੱਖਣਾ ਹੈ ਕਿ ਦਿਸ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਉਹ ਕਿਹੜੀ ਸਮਥਿੰਗ ਪ੍ਰੈਸ਼ੀਅਸ ਚੀਜ਼ ਸੀ ਜਿਹੜੀ ਕਿ ਜੌਨ ਨੂੰ ਲੱਗਦੀ ਸੀ ਮੇਰੇ ਤੋਂ ਹੋ ਜੂਗੀ। ਤਾਂ ਇੱਕੋ ਹੀ ਕੁਐਸਚਨ ਬੇਟਾ ਦੋ ਤਿੰਨ ਕੁਐਸਚਨ ਪੁੱਛੇ ਗਏ ਹੈ। ਤਾਂ ਬਿਲਕੁਲ ਪਹਿਲਾ ਕੁਐਸਚਨ ਸਾਨੂੰ ਪਤਾ ਹੈ ਕਿ ਜੌਨ ਇਹੋ ਜਿਹਾ ਨਹੀਂ ਸੀ, ਜੌਨ ਇੱਕ ਗਰੀਬ ਪਰਿਵਾਰ ਤੋਂ ਸੀ, ਉਹ ਮਹਿੰਗੀਆਂ ਮਹਿੰਗੀਆਂ ਕਿਤਾਬਾਂ ਰੋਜ਼ ਥੋੜੀ ਖਰੀਦ ਸਕਦਾ ਸੀ ਆਪਣੇ ਫਰੈਂਡਸ ਦੇ ਲਈ। ਤਾਂ ਅਸੀਂ ਆਨਸਰ ਸਿੱਧਾ ਹੀ ਕਹਾਂਗੇ ਨੋ, ਨਹੀਂ, ਜੌਨ ਇਜ਼ ਨਾਟ ਅਕਸਟਮ ਟੂ ਬਾਇੰਗ ਬੁੱਕਸ ਫॉर ਯੰਗ ਲੇਡੀਜ਼ ਬਿਕॉज ਹੀ ਇਜ਼ ਫਰੋਮ ਅ ਪੂਅਰ ਫੈਮਿਲੀ। ਦੋਨਾਂ ਦੇ ਆਨਸਰ ਦੇਤੇ ਆਪਾਂ ਪਹਿਲੇ ਦੋਨੇ ਕੁਐਸਚਨਾਂ ਦੇ ਕਿ ਨਹੀਂ ਜੀ, ਉਹ ਆਦਤਨ, ਅਕਸਟਮ ਟੂ ਦਾ ਮਤਲਬ ਹੁੰਦਾ ਆਦਤਨ, ਕਿ ਆਦਤਨ ਉਹ ਯੰਗ ਲੇਡੀਜ਼ ਦੇ ਲਈ ਬੁੱਕਸ ਬਾਏ ਨਹੀਂ ਸੀ ਕਰਦਾ ਕਿਉਂਕਿ ਉਹ ਇੱਕ ਪੂਅਰ ਫੈਮਿਲੀ ਤੋਂ ਸੀ। ਤੇ ਤੁਹਾਨੂੰ ਪਤਾ ਹੈ ਬੁੱਕਸ ਮਹਿੰਗੀਆਂ ਹੁੰਦੀਆਂ ਨੇ, ਬੰਦਾ ਬਾਰ-ਬਾਰ ਬੁੱਕਸ ਬਾਏ ਨਹੀਂ ਕਰ ਸਕਦਾ। ਤੇ ਸਾਨੂੰ ਇਹ ਵੀ ਪਤਾ ਹੈ ਕਿ he becomes very uneasy when he sees his father in the department store। ਜਦੋਂ ਉਹ ਬੁੱਕ ਬਾਏ ਕਰ ਰਿਹਾ ਹੁੰਦਾ ਹੈ ਉਸੇ ਟਾਈਮ ਉਸ ਦੀ ਨਜ਼ਰ ਕਿਸ ਤੇ ਪੈਂਦੀ ਹੈ, ਫਾਦਰ। ਉਦੋਂ ਅਨਈਜ਼ੀ ਹੋ ਜਾਂਦਾ ਹੈ, ਬੇਆਰਾਮੀ ਆ ਜਾਂਦੀ ਹੈ ਉਸ 'ਚ। ਇਸ ਕਰਕੇ ਉਹ ਅਨਈਜ਼ੀ ਹੋ ਜਾਂਦਾ ਹੈ, ਬਿਕਮਸ ਵੈਰੀ ਅਨਈਜ਼ੀ, ਜਦੋਂ ਉਹ ਆਪਣੇ ਫਾਦਰ ਨੂੰ ਡਿਪਾਰਟਮੈਂਟ ਸਟੋਰ 'ਚ ਦੇਖਦਾ, ਸੀਜ਼ ਦੇਖਦਾ। ਸਿੰਪਲ ਆਨਸਰ ਹੈ। ਅੱਛਾ, ਇਹ ਵੀ ਕੁਐਸਚਨ ਇੰਪੋਰਟੈਂਟ ਹੈ, ਕਿਉਂ ਅਨਈਜ਼ੀ ਕਿਉਂ ਹੁੰਦਾ। ਤਾਂ ਸਿੰਪਲ ਆਨਸਰ ਆਹੀ ਹੈ ਬੇਟਾ ਕਿ ਉਹ ਆਪਣੇ ਫਾਦਰ ਨੂੰ ਦੇਖ ਕੇ ਅਨਈਜ਼ੀ ਹੋ ਜਾਂਦਾ। ਤੇ ਥਰਡ ਕੁਐਸਚਨ ਤਾਂ ਮੈਂ ਤੁਹਾਨੂੰ ਦੱਸਿਆ ਮੋਸਟ ਇੰਪੋਰਟੈਂਟ ਹੈ। ਉਹ ਕਿਹੜੀ ਚੀਜ਼ ਹੈ ਜੀ ਜਿਹੜੀ ਉਹਦੇ ਲਈ ਸਭ ਤੋਂ ਜ਼ਿਆਦਾ ਪ੍ਰੈਸ਼ੀਅਸ ਸੀ? ਫਰੈਂਡਸ਼ਿਪ ਵਿਦ ਗ੍ਰੇਸ। ਉਹ ਗ੍ਰੇਸ ਨੂੰ ਆਪਣਾ ਫਰੈਂਡ ਰੱਖਣਾ ਚਾਹੁੰਦਾ ਸੀ, ਉਸ ਨੂੰ ਉਹ ਗਵਾਉਣਾ ਨਹੀਂ ਸੀ ਚਾਹੁੰਦਾ। ਇਸੇ ਕਰਕੇ ਬੇਟਾ ਉਹ ਥੋੜਾ ਜਿਹਾ ਹਮੇਸ਼ਾ ਕੀ ਰਹਿੰਦਾ ਸੀ, ਡਿਫੀਡੈਂਸ, ਉਹ ਲੈਕ ਆਫ ਕੌਨਫੀਡੈਂਸ ਰਹਿੰਦਾ ਸੀ। ਤੁਸੀਂ ਸ਼ਾਇਦ ਬੇਟਾ ਕਈ ਮੂਵੀਜ਼ ਇਹੋ ਜਿਹੀਆਂ ਦੇਖੀਆਂ ਹੋਣੀਆਂ ਆਪਣੀ ਲਾਈਫ 'ਚ ਵੀ ਜਿਹਦੇ 'ਚ ਲੜਕਾ ਗਰੀਬ ਹੁੰਦਾ ਤੇ ਲੜਕੀ ਅਮੀਰ ਹੁੰਦੀ ਹੈ, ਤੇ ਲੜਕਾ ਆਪਣੀ ਗਰੀਬੀ ਛੁਪਾਉਣ ਦੇ ਲਈ ਲੜਕੀ ਦੇ ਅੱਗੇ ਸ਼ੋਅ ਆਫ ਕਰਦਾ ਕਿ ਮੈਂ ਤਾਂ ਬੜਾ ਅਮੀਰ ਹਾਂ, ਮੈਂ ਤਾਂ ਗਰੀਬ ਹੈ ਨਹੀਂ। ਕਿਉਂ? ਉਹ ਆਹੀ ਜੌਨ ਵਾਲੀ ਕੰਡੀਸ਼ਨ ਹੁੰਦੀ ਹੈ ਉਸ 'ਚ, ਕਿਉਂਕਿ ਉਹਨੂੰ ਇਹ ਲੱਗਦਾ ਹੈ ਵੀ ਜੇ ਕਿਤੇ ਲੜਕੀ ਨੂੰ ਜਾਂ ਹੀਰੋਇਨ ਨੂੰ ਪਤਾ ਲੱਗ ਗਿਆ ਵੀ ਮੈਂ ਤਾਂ ਗਰੀਬ ਹੈ ਤਾਂ ਮੇਰਾ ਤਾਂ ਭੰਡਾ ਟੁੱਟ ਜੂ ਤੇ ਮੇਰੀ ਦੋਸਤੀ ਟੁੱਟ ਜੂ। ਸੇਮ ਬੇਟਾ ਆਹੀ ਕੰਡੀਸ਼ਨ ਕਿਹਦੇ ਨਾਲ ਹੈ? ਜੌਨ ਨਾਲ ਹੈ। ਜੌਨ ਨੂੰ ਇਸੇ ਕਰਕੇ ਉਹ ਲੈਕ ਆਫ ਕੌਨਫੀਡੈਂਸ ਹੈ, ਉਹਦੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਹੈ। ਇਸੇ ਕਰਕੇ ਉਹਨੂੰ ਲੱਗਦਾ ਰਹਿੰਦਾ ਹੈ ਕਿ ਗ੍ਰੇਸ ਨੂੰ ਜਿੱਦਣ ਪਤਾ ਲੱਗ ਗਿਆ ਕਿ ਮੈਂ ਤਾਂ ਪੂਅਰ ਫੈਮਿਲੀ ਤੋਂ ਬਿਲੋਂਗ ਕਰਦਾ ਹੈ, ਇਹ ਮੈਨੂੰ ਛੱਡ ਕੇ ਚਲੀ ਜਾਊ। ਹਾਲਾਂਕਿ ਗ੍ਰੇਸ ਇਹ ਜੀ ਹੈ ਨਹੀਂ, ਲੇਕਿਨ ਇਹਨੂੰ ਲੱਗੀ ਜਾਂਦਾ। ਸਾਰੀ ਸਟੋਰੀ ਬੇਟਾ ਇਹੀ ਰਿਵੋਲਵ ਕਰਦੀ ਹੈ ਪੂਰੀ। ਦਾ ਸਮਥਿੰਗ ਪ੍ਰੈਸ਼ੀਅਸ ਇਜ਼ ਹਿਜ਼ ਫਰੈਂਡਸ਼ਿਪ ਵਿਦ ਗ੍ਰੇਸ। ਤਾਂ ਸਮਥਿੰਗ ਪ੍ਰੈਸ਼ੀਅਸ ਕੀ ਚੀਜ਼ ਹੈ ਜੀ? ਉਹਦੀ ਫਰੈਂਡਸ਼ਿਪ ਕਿਹਦੇ ਨਾਲ? ਗ੍ਰੇਸ। ਗ੍ਰੇਸ ਉਹਦੀ ਬਹੁਤ ਅੱਛੀ ਫਰੈਂਡ ਹੈ, ਦੋਨੇ ਇਕੱਠੇ ਰਹਿੰਦੇ ਨੇ, ਉਹੀ ਉਸ ਦੇ ਲਈ ਪ੍ਰੈਸ਼ੀਅਸ ਹੈ, ਜਿਸ ਨੂੰ ਕਿ ਲੱਗਦਾ ਹੈ ਕਿ ਉਹ ਹੋ ਜੂਗੀ ਜੇ ਉਹਨੂੰ ਮੇਰਾ ਪਤਾ ਲੱਗ ਗਿਆ। ਸਟੂਡੈਂਟਸ, ਅਸੀਂ ਆਲਰੇਡੀ ਕਲਾਸ 12 ਇੰਗਲਿਸ਼ ਇਲੈਕਟਿਵ ਦੇ ਬਹੁਤ ਸਾਰੇ ਚੈਪਟਰਸ ਕਵਰ ਕਰ ਚੁੱਕੇ ਹਾਂ। ਸਾਡੀ ਪਹਿਲੀ ਬੁੱਕ ਹੈ ਡੀਅਰ ਟੂ ਆਲ ਦਾ ਮਿਊਜ਼ਿਸ, ਜਿਸ ਦੇ ਅਸੀਂ ਆਲਰੇਡੀ 11 ਚੈਪਟਰਸ ਕਵਰ ਕਰ ਚੁੱਕੇ ਹਾਂ, ਜੋ ਕਿ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਸਾਈਨ ਲਗਾ ਕੇ ਦੱਸੇ ਨੇ। ਇਸ ਸਮੇਂ ਅਸੀਂ ਇਸੇ ਬੁੱਕ ਦਾ 11ਵਾਂ ਲੈਸਨ ਦਾ ਸਨੋਬ ਕੰਟੀਨਿਊ ਕੀਤਾ ਹੋਇਆ ਹੈ। ਇਸੇ ਤਰ੍ਹਾਂ ਅਸੀਂ ਆਪਣੇ ਸਿਲੇਬਸ ਦੀ ਦੂਸਰੀ ਬੁੱਕ
ਦ ਲਿਟਰੇਰੀ ਪੈਟਲਸ ਦੇ ਬਹੁਤ ਸਾਰੇ ਚੈਪਟਰਸ ਅਤੇ ਬਹੁਤ ਸਾਰੀਆਂ ਪੋਇਮਸ ਕਵਰ ਕਰ ਚੁੱਕੇ ਹਾਂ। ਅਸੀਂ ਇਸ ਦੀਆਂ ਪਹਿਲੀਆਂ 8 ਪੋਇਮਸ ਕਵਰ ਕਰ ਚੁੱਕੇ ਹਾਂ। ਇਸੇ ਤਰ੍ਹਾਂ ਅਸੀਂ ਇਸ ਦੀਆਂ ਪਹਿਲੀਆਂ 4 ਸਟੋਰੀਜ਼ ਕਵਰ ਕਰ ਚੁੱਕੇ ਹਾਂ। ਉਮੀਦ ਹੈ ਸਟੂਡੈਂਟਸ ਕਿ ਤੁਸੀਂ ਇਹ ਸਾਰੀਆਂ ਪੋਇਮਸ, ਐਸੇ ਅਤੇ ਸਟੋਰੀਜ਼ ਦੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਮਿਸ ਹੋਏ ਹਨ ਤਾਂ ਮੈਂ ਤੁਹਾਨੂੰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹਨਾਂ ਸਾਰੇ ਵੀਡੀਓਜ਼ ਨੂੰ ਦੇਖ ਸਕਦੇ। ਥਰਡ ਕੁਐਸਚਨ ਹੈ ਜੀ, he doesn't care what the whole world thinks of him, ਪੈਰਾਗ੍ਰਾਫ ਨੰਬਰ 2। ਇਹ ਲਾਈਨ ਦੇਖੋ ਬੇਟਾ ਕੋਟਸ ਹੈ ਨਾ, ਸਿੰਗਲ ਕੋਟ ਨਾਲ ਸ਼ੁਰੂ ਹੋ ਰਹੀ ਹੈ, ਸਿੰਗਲ ਕੋਟ ਨਾਲ ਬੰਦ ਹੋ ਰਹੀ ਹੈ। ਜਦੋਂ ਕੋਈ ਇਸ ਤਰ੍ਹਾਂ ਦੀ ਸਿੰਗਲ ਕੋਟ ਦੇ ਵਿੱਚ ਲਾਈਨ ਆਉਂਦੀ ਹੈ, ਦੈਟ ਮੀਨਸ ਉਹ ਚੈਪਟਰ ਚੋਂ ਲਈ ਗਈ। ਤਾਂ ਇਹ ਦੂਸਰੇ ਪੈਰਾਗ੍ਰਾਫ 'ਚ ਲਾਈਨ ਆਉਂਦੀ ਹੈ ਕਿ ਉਹ ਬਿਲਕੁਲ ਪਰਵਾਹ ਨਹੀਂ ਕਰਦਾ ਕਿ ਦੁਨੀਆ ਉਹਦੇ ਬਾਰੇ ਕੀ ਸੋਚਦੀ ਹੈ। ਹੁਣ ਤੁਹਾਨੂੰ ਯਾਦ ਹੋਣਾ ਕਿਸ ਦੀ ਗੱਲ ਹੋ ਰਹੀ ਹੈ, ਜੌਨ ਦੇ ਫਾਦਰ ਬਾਰੇ। ਜੌਨ ਸੋਚਦਾ ਹੈ ਤਾਂ ਉਹ ਲਾਈਨ ਲਈ ਗਈ ਹੈ। Do you feel John is justified in saying this about his father? ਹੁਣ ਫੇਰ ਦੇਖੋ do ਨਾਲ ਸਟਾਰਟ ਹੋ ਰਿਹਾ। ਮੈਕਸਿਮਮ ਕੁਐਸਚਨ ਯੈਸ ਔਰ ਨੋ ਵਾਲੇ। ਕਹਿੰਦੇ ਕੀ ਤੁਸੀਂ ਫੀਲ ਕਰਦੇ ਹੋ, ਸੋਚਦੇ ਹੋ ਕਿ ਜੌਨ ਆਪਣੇ ਫਾਦਰ ਬਾਰੇ ਜੋ ਐਵੇਂ ਕਹਿੰਦਾ ਹੈ ਕਿ ਉਹ ਪਰਵਾਹ ਨਹੀਂ ਕਰਦਾ ਦੁਨੀਆ ਦੀ, ਕੀ ਉਹ ਜਸਟੀਫਾਈਡ ਹੈ, ਕੀ ਉਹ ਸਹੀ ਹੈ? ਜਸਟੀਫਾਈਡ ਦਾ ਮਤਲਬ ਹੁੰਦਾ ਬੇਟਾ ਸਹੀ ਹੋਣਾ, ਰਾਈਟ ਹੋਣਾ। ਹੁਣ ਇਹ ਜਿਹੜੀ ਲਾਈਨ ਉੱਪਰ ਹੈ ਕਿ he doesn't care what the whole world thinks of him, ਇਹ ਕੌਣ ਕਹਿੰਦਾ ਹੈ? ਜੌਨ ਕਹਿੰਦਾ ਹੈ। ਜੌਨ ਸੋਚਦਾ ਹੈ ਆਪਣੇ ਫਾਦਰ ਬਾਰੇ। ਕੁਐਸਚਨ ਇਹ ਹੈ ਕਿ ਕੀ ਇਹ ਲਾਈਨ ਜੋ ਆਪਣੇ ਫਾਦਰ ਬਾਰੇ ਸੋਚ ਰਹੇ ਹੈ ਇਹ ਸਹੀ ਹੈ? ਫਿਰ how does he react to his father's appearance? ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਉਹ ਆਪਣੇ ਫਾਦਰ ਦੇ ਅਪੀਅਰੈਂਸ ਬਾਰੇ ਕਿੱਦਾਂ ਦਾ ਰਿਐਕਸ਼ਨ ਦਿੰਦਾ? ਫਾਦਰ ਦੀ ਅਪੀਅਰੈਂਸ ਦਾ ਮਤਲਬ ਕਿ ਫਾਦਰ ਉਹਦੇ ਕਿੱਦਾਂ ਦੇ ਨਜ਼ਰ ਆ ਰਹੇ ਨੇ, ਕਿਹੋ ਜਿਹੇ ਉਹਨਾਂ ਨੇ ਕੱਪੜੇ ਪਾਏ ਹੋਏ ਨੇ, ਕਿੱਦਾਂ ਦੇ ਲੱਗ ਰਹੇ ਨੇ, ਉਹਨਾਂ ਨੂੰ ਦੇਖ ਕੇ ਜੌਨ ਕਿਵੇਂ ਰਿਐਕਟ ਕਰਦਾ ਹੈ, ਕਿ ਜੌਨ ਕਿਸ ਤਰ੍ਹਾਂ ਖੁਸ਼ ਹੁੰਦਾ ਹੈ ਜਾਂ ਦੁਖੀ ਹੁੰਦਾ ਹੈ, ਇਹ ਪੁੱਛਿਆ ਗਿਆ। ਕੈਨ ਦਿਸ ਬੀ ਅ ਰੀਜ਼ਨ ਫॉर ਹਿਸ ਡਿਸਕੰਫੀਚਰ? ਕੀ ਇਹ ਉਸਦੇ ਡਿਸਕੰਫੀਚਰ ਦਾ ਇੱਕ ਰੀਜ਼ਨ ਹੈ? ਇੱਥੇ ਫੇਰ ਯੈਸ ਔਰ ਨੋ ਪੁੱਛਿਆ, ਦੇਖੋ ਕੈਨ ਆਇਆ ਹੋਇਆ ਮੂਰੇ ਨਾ। ਇੱਥੇ ਡਿਸਕੰਫੀਚਰ ਸ਼ਬਦ ਬੇਟਾ ਤੁਹਾਡੇ ਲਈ ਨਵਾਂ ਹੋ ਸਕਦਾ ਹੈ। ਡਿਸਕੰਫੀਚਰ ਸ਼ਬਦ ਬੇਟਾ ਜੇ ਤੁਸੀਂ ਦੇਖੋ ਨਾ, ਇਹ ਕੰਫਰਟ ਤੋਂ ਬਣਦਾ ਹੈ, COMFORT। ਕੰਫਰਟ ਦਾ ਉਲਟ ਹੁੰਦਾ ਹੈ ਡਿਸਕੰਫਰਟ, ਤੇ ਡਿਸਕੰਫਰਟ ਤੋਂ ਡਿਸਕੰਫੀਚਰ। ਤਿੰਨਾਂ ਚਾਰਾਂ ਦੇ ਮਤਲਬ ਆਲਮੋਸਟ ਸੇਮ ਜੇ ਹੈ, ਐਂਟੋਨਿਮਸ ਹੈ। ਕੰਫਰਟ ਦਾ ਮਤਲਬ ਹੁੰਦਾ ਬੇਟਾ ਜਦ ਆਪਾਂ ਆਰਾਮ ਚ ਹੁੰਨੇ ਉਹਨੂੰ ਆਪਾਂ ਕੰਫਰਟ ਕਹਿੰਦੇ ਹਾਂ, ਜਦੋਂ ਆਪਾਂ ਬੇਆਰਾਮੀ ਚ ਹੁੰਨੇ ਉਹਨੂੰ ਆਪਾਂ ਡਿਸਕੰਫਰਟ ਕਹਿੰਦੇ ਆ। ਤੇ ਡਿਸਕੰਫੀਚਰ ਦਾ ਮਤਲਬ ਵੀ ਬੇਆਰਾਮੀ ਹੁੰਦਾ। ਕੀ ਜਿਹੜੀ ਉਹਦੀ ਚੈਪਟਰ ਦੇ ਵਿੱਚ ਬੇਆਰਾਮੀ ਸਾਨੂੰ ਦਿਖਦੀ ਹੈ ਪੂਰੇ ਚੈਪਟਰ ਚ, ਕੀ ਇਹ ਇੱਕ ਕਾਰਨ ਹੈ? ਕਿਹੜਾ ਕਾਰਨ? ਫਾਦਰ ਨੂੰ ਦੇਖ ਕੇ ਜੋ ਰਿਐਕਟ ਕਰਦਾ। ਇਹ ਤਿੰਨੇ ਕੁਐਸਚਨ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਦੇਖੋ ਪਹਿਲਾ ਕੁਐਸਚਨ ਇਹ ਹੈ ਕਿ ਜੋ ਆਪਣੇ ਫਾਦਰ ਬਾਰੇ ਸਟੇਟਮੈਂਟ ਦਿੰਦਾ ਹੈ ਕੀ ਉਹ ਸਹੀ ਹੈ? ਦੂਜਾ ਕੀ ਉਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ, ਪਰ ਉਹ ਰਿਐਕਟ ਕਿਵੇਂ ਕਰਦਾ ਹੈ, ਕਿ ਉਹ ਖੁਸ਼ ਹੁੰਦਾ ਹੈ ਜਾਂ ਦੁਖੀ ਹੁੰਦਾ ਹੈ, ਇਹ ਪੁੱਛਿਆ ਹੈ। ਤੀਜਾ ਕਿ ਕੀ ਇਸ ਦੇ ਕਰਕੇ ਉਹ ਪੂਰੀ ਸਟੋਰੀ 'ਚ ਨਰਵਸ ਰਹਿੰਦਾ ਹੈ ਜਾਂ ਡਿਸਕੰਫੀਚਰ 'ਚ ਰਹਿੰਦਾ ਹੈ, ਬੇਆਰਾਮੀ 'ਚ ਰਹਿੰਦਾ ਹੈ। ਤਾਂ ਸਾਨੂੰ ਬੇਟਾ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜਾ ਪਹਿਲਾ ਕੁਐਸਚਨ ਪੁੱਛਿਆ ਗਿਆ ਹੈ ਕਿ ਉਹ ਆਪਣੇ ਫਾਦਰ ਦੇ ਬਾਰੇ ਸਹੀ ਹੈ, ਨਹੀਂ ਸਹੀ, ਕਿਉਂਕਿ ਉਹਦੇ ਫਾਦਰ ਇਹ ਜਿਹੇ ਹੈ ਹੀ ਨਹੀਂ, ਉਹਨਾਂ ਨੂੰ ਪਰਵਾਹ ਹੀ ਨਹੀਂ ਕੋਈ ਮੇਰੇ ਬਾਰੇ ਕੀ ਸੋਚਦਾ। ਤਾਂ ਅਸੀਂ ਆਨਸਰ ਕਹਾਂਗੇ ਨੋ, ਜੌਨ ਇਜ਼ ਨॉट ਜਸਟੀਫਾਈਡ ਅਬਾਊਟ ਹਿਜ਼ ਫਾਦਰ, ਕਿ ਜੌਨ ਆਪਣੇ ਫਾਦਰ ਦੇ ਬਾਰੇ ਸਹੀ ਨਹੀਂ ਹੈ। ਜਿੱਦਾਂ ਉਹ ਸੋਚਦਾ ਐਵੇਂ ਨਹੀਂ ਹੈਗੇ ਫਾਦਰ ਉਹਦੇ। ਉਹਨੂੰ ਐ ਲੱਗਦਾ ਹੈ ਵੀ ਗ੍ਰੇਸ ਨੂੰ ਦੇਖ ਕੇ ਮੇਰੇ ਫਾਦਰ ਅਸ਼ੇਮਡ ਹੋਣਗੇ, ਇੰਬੈਰਸ ਹੋਣਗੇ। ਆਪਾਂ ਚੈਪਟਰ 'ਚ ਪੜ੍ਹਿਆ ਵੀ ਜਦ ਗ੍ਰੇਸ ਨੂੰ ਦੇਖਣਗੇ, ਉਹਨੇ ਇੰਨੀ ਅੱਛੀ ਹੈਟ ਪਾਈ ਹੋਈ ਹੈ, ਇੰਨੇ ਅੱਛੇ ਕੱਪੜੇ ਪਾਏ ਹੋਏ ਹੈ, ਇੰਨੀ ਵਧੀਆ ਲੱਗਦੀ ਹੈ, ਅਮੀਰ ਪਰਿਵਾਰ ਦੀ ਲੱਗਦੀ ਹੈ, ਤੇ ਮੇਰੇ ਫਾਦਰ ਉਹਨੂੰ ਦੇਖ ਕੇ ਬੜੇ ਸ਼ਰਮਿੰਦਾ ਹੋਣਗੇ। ਇਹੋ ਜਿਹੀ ਕੋਈ ਗੱਲ ਹੀ ਨਹੀਂ ਉਹਦੇ ਫਾਦਰ 'ਚ। ਜੇ ਉਹ ਮਿਲ ਵੀ ਜਾਂਦੀ ਗ੍ਰੇਸ ਉਹਨਾਂ ਨੂੰ, ਉਹ ਨਾਰਮਲ ਰਹਿਣਾ ਸੀ ਉਹਦੇ ਫਾਦਰ ਨੇ। ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਜੌਨ ਆਪਣੇ ਫਾਦਰ ਦੇ ਬਾਰੇ ਸਹੀ ਨਹੀਂ ਹੈ। ਦੂਜਾ, ਹਿਜ਼ ਫਾਦਰ ਇਜ਼ ਅ ਪੂਅਰ ਮੈਨ, ਹੀ ਇਜ਼ ਨਾਟ ਹੈਪੀ ਟੂ ਸੀ ਦਾ ਸ਼ੈਬੀ ਡਰੈਸ ਆਫ ਹਿਜ਼ ਫਾਦਰ। ਹੁਣ ਸਾਨੂੰ ਪਤਾ ਉਸਦੇ ਪਿਤਾ ਜੀ ਇੱਕ ਗਰੀਬ ਬੰਦੇ ਨੇ, ਆਪਾਂ ਪੂਰੀ ਚੈਪਟਰ 'ਚ ਪੜ੍ਹਿਆ, ਪੂਅਰ ਫੈਮਿਲੀ ਤੋਂ ਬਿਲੋਂਗ ਕਰਦਾ ਹੈ। ਇਸ ਕਰਕੇ ਉਹ ਆਪਣੇ ਫਾਦਰ ਦੀ ਜਿਹੜੀ ਸ਼ੈਬੀ ਡਰੈਸ ਹੈ, ਸ਼ੈਬੀ ਦਾ ਮਤਲਬ ਉਹੀ ਫਟੀ ਪੁਰਾਣੀ, ਉਹਨੇ ਪ੍ਰੋਪਰ ਕੱਪੜੇ ਨਹੀਂ ਨਾ ਪਾਏ ਹੋਏ, ਤਾਂ ਉਹ ਜਿਹੜੀ ਸ਼ੈਬੀ ਡਰੈਸ ਹੈ ਉਹਨੂੰ ਦੇਖ ਕੇ ਉਹ ਖੁਸ਼ ਨਹੀਂ ਹੈ। ਇੱਥੇ ਹੀ ਦਾ ਮਤਲਬ ਕੀ ਹੈ? ਜੌਨ। ਇੱਥੇ ਤੁਸੀਂ ਜੌਨ ਲਿਖ ਸਕਦੇ ਹੋ ਹੀ ਦੀ ਥਾਂ ਤੇ, ਕਿ ਜੌਨ ਇਜ਼ ਨਾਟ ਹੈਪੀ ਟੂ ਸੀ ਦਾ ਸ਼ੈਬੀ ਡਰੈਸ ਆਫ ਹਿਜ਼ ਫਾਦਰ। He becomes very uneasy on seeing his father in the department store. ਲਾਸਟ ਕੁਐਸਚਨ ਦਾ ਮਤਲਬ ਅਸੀਂ ਦਿੱਤਾ ਹੈ ਕਿ ਉਹ
ਆਪਣੇ ਫਾਦਰ ਨੂੰ ਡਿਪਾਰਟਮੈਂਟ ਸਟੋਰ ਦੇ ਵਿੱਚ ਦੇਖ ਕੇ ਬਹੁਤ ਜ਼ਿਆਦਾ ਕੀ ਹੋ ਜਾਂਦਾ ਹੈ, ਅਨਈਜ਼ੀ ਹੋ ਜਾਂਦਾ ਹੈ, ਬੇਆਰਾਮੀ ਚ ਆ ਜਾਂਦਾ ਹੈ। ਦੇਖੋ ਅਨਈਜ਼ੀ ਤੇ ਡਿਸਕੰਫੀਚਰ ਮਤਲਬ ਸੇਮ ਹੈ, ਸੇਮ ਮਤਲਬ ਹੈ। ਅਨਈਜ਼ੀ ਸੌਖਾ ਹੈ, ਡਿਸਕੰਫੀਚਰ ਥੋੜਾ ਜਿਹਾ ਔਖਾ ਹੈ, ਆਪਾਂ ਘੱਟ ਸੁਣਦੇ ਹਾਂ ਸ਼ਬਦ, ਤਾਂ ਤੁਸੀਂ ਡਿਸਕੰਫੀਚਰ ਦੀ ਥਾਂ ਤੇ ਅਨਈਜ਼ੀ ਲਿਖ ਸਕਦੇ। ਫੋਰਥ ਕੁਐਸਚਨ ਹੈ ਜੀ ਕਿ ਵਾਈ ਡਿਡ ਜੌਨਸ ਫਾਦਰ ਹੈਵ ਲੋਟ ਆਫ ਟਾਈਮ ਟੂ ਅਮਿਊਜ਼ ਹਿਮਸੈਲਫ। ਵਾਈ ਦਾ ਮਤਲਬ ਹੁੰਦਾ ਬੇਟਾ ਕਿਉਂ, ਕਿਉਂ ਜੌਨ ਦੇ ਫਾਦਰ ਕੋਲੇ ਕਾਫੀ ਸਾਰਾ ਸਮਾਂ ਹੈ। ਲੋਟ ਆਫ ਟਾਈਮ ਦਾ ਮਤਲਬ ਹੁੰਦਾ ਹੈ ਕਾਫੀ ਸਾਰਾ ਸਮਾਂ, ਟੂ ਅਮਿਊਜ਼ ਹਿਮਸੈਲਫ ਆਪਣੇ ਆਪ ਨੂੰ ਇੰਜੋਏ ਕਰਨ ਲਈ। ਅਮਿਊਜ਼ ਦਾ ਮਤਲਬ ਹੁੰਦਾ ਬੇਟਾ ਇੰਜੋਏ ਕਰ, ਕਿ ਉਹਦੇ ਫਾਦਰ ਕੋਲੇ ਇੰਨਾ ਸਾਰਾ ਸਮਾਂ ਕਿਵੇਂ, ਆਪਾਂ ਚੈਪਟਰ 'ਚ ਬੇਟਾ ਪੜ੍ਹਿਆ ਹੈ, ਉੱਥੇ ਉਹ ਡਿਪਾਰਟਮੈਂਟ ਸਟੋਰ 'ਚ ਜਾਂਦੇ ਹੈ, ਬੁੱਕ ਦੇਖਦੇ ਆ, ਕਾਫੀ ਦੇਰ ਬੁੱਕ ਪੜ੍ਹੀ ਜਾਂਦੇ ਹੈ, ਕਾਫੀ ਦੇਰ ਪੜ੍ਹੀ ਜਾਂਦੇ ਆ ਖੜੇ ਖੜੇ ਉੱਥੇ, ਤਾਂ ਇੰਨਾ ਸਾਰਾ ਸਮਾਂ ਕਿਉਂ ਹੈ ਉਹਨਾਂ ਕੋਲੇ ਬਈ। ਡੂ ਯੂ ਥਿੰਕ ਹੀ ਹੈਡ ਅ ਯੂਨੀਵਰਸਿਟੀ ਐਜੂਕੇਸ਼ਨ। ਫੇਰ ਦੇਖੋ ਡੂ ਨਾਲ ਸਟਾਰਟ ਹੋ ਰਿਹਾ, ਯੈਸ ਔਰ ਨੋ, ਕਿ ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਯੂਨੀਵਰਸਿਟੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਉਹਦੇ ਫਾਦਰ ਸਾਹਿਬ ਨੇ। ਇੱਥੇ ਉਹਨਾਂ ਦੇ ਫਾਦਰ ਸਾਹਿਬ ਦੀ ਗੱਲ ਹੋ ਰਹੀ ਹੈ, ਕੀ ਦਾ ਮਤਲਬ ਇੱਥੇ ਜੌਨ ਦੇ ਫਾਦਰ ਤੋਂ, ਕਿ ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਜੌਨ ਦੇ ਫਾਦਰ ਯੂਨੀਵਰਸਿਟੀ 'ਚ ਪੜ੍ਹੇ ਨੇ। What daily incident tell you that he felt proud and happy sending his son to the university? ਕਿਹੜੇ ਇਨਸੀਡੈਂਟ ਤੋਂ, what daily incident, ਕਿਹੜੇ ਡੇਲੀ ਇਨਸੀਡੈਂਟ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਬੜੇ ਪ੍ਰਾਊਡ ਫੀਲ ਕਰਦੇ ਹੈ। ਇੱਥੇ ਹੀ ਦਾ ਮਤਲਬ ਫਿਰ ਉਸ ਦੇ ਫਾਦਰ ਦੀ ਗੱਲ ਹੋ ਰਹੀ ਹੈ, ਜੌਨਸ ਫਾਦਰ, ਕਿ ਉਹ ਪ੍ਰਾਊਡ ਫੀਲ ਕਰਦੇ ਹੈ ਅਤੇ ਹੈਪੀ ਫੀਲ ਕਰਦੇ ਹੈ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਕਿੱਥੇ ਭੇਜਿਆ, ਯੂਨੀਵਰਸਿਟੀ 'ਚ ਭੇਜਿਆ। ਕਿੱਥੋਂ ਪਤਾ ਲੱਗਦਾ ਕਿ ਉਹ ਆਪਣੇ ਸਨ ਦੇ ਬਾਰੇ ਬੜਾ ਪ੍ਰਾਊਡ ਫੀਲ ਕਰਦੇ ਹੈ ਕਿ ਉਹਨਾਂ ਨੇ ਆਪਣਾ ਬੇਟਾ ਯੂਨੀਵਰਸਿਟੀ ਪੜ੍ਹਨ ਭੇਜਿਆ, ਕਿਹੜੇ ਡੇਲੀ ਇਨਸੀਡੈਂਟ ਤੋਂ। ਫਿਰ ਦੇਖੋ ਯੈਸ ਔਰ ਨੋ ਵਾਲਾ ਕੁਐਸਚਨ ਹੈ ਕਿ ਡੂ ਯੂ ਥਿੰਕ ਹੀ ਫੈਲਟ ਸੋ ਬਿਕੋਜ਼ ਹੀ ਹਿਮਸੈਲਫ ਲੈਕਡ ਅ ਯੂਨੀਵਰਸਿਟੀ ਐਜੂਕੇਸ਼ਨ। ਕਿ ਜੇ ਉਹ ਪ੍ਰਾਊਡ ਫੀਲ ਕਰਦੇ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਖੁਦ ਯੂਨੀਵਰਸਿਟੀ ਐਜੂਕੇਸ਼ਨ ਉਹਨਾਂ ਨੇ ਪ੍ਰਾਪਤ ਨਹੀਂ ਕੀਤੀ। ਲੈਕ ਦਾ ਮਤਲਬ ਹੁੰਦਾ ਬੇਟਾ ਜਿਸ ਚੀਜ਼ ਦੀ ਅਣਹੋਂਦ ਹੋਵੇ, ਮੈਂ ਤੁਹਾਨੂੰ ਚੈਪਟਰ ਦੇ ਵਿੱਚ ਵੀ ਦੱਸਿਆ ਸੀ। ਦੇਖੋ ਤਿੰਨੇ ਕੁਐਸਚਨ ਫਿਰ ਇੱਕ ਦੂਜੇ ਦੇ ਨਾਲ ਜੁੜੇ ਹੋਏ ਹੈ। ਪਹਿਲੇ ਕੁਐਸਚਨ ਸਾਨੂੰ ਪੁੱਛਿਆ ਗਿਆ ਹੈ ਕਿ ਜੌਨ ਦੇ ਫਾਦਰ ਕੋਲ ਇੰਨਾ ਸਮਾਂ ਕਿਵੇਂ ਹੈ ਬਈ, ਇੰਨਾ ਸਮਾਂ ਕਿਵੇਂ ਹੈ, ਕਿ ਉਹਨਾਂ ਕੋਲੇ ਕੋਈ ਕੰਮ ਨਹੀਂ ਹੈ। ਦੂਸਰਾ ਕਿ ਉਹਨਾਂ ਨੇ ਯੂਨੀਵਰਸਿਟੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ। ਤੀਸਰਾ ਉਹਨਾਂ ਦਾ ਬੇਟਾ ਯੂਨੀਵਰਸਿਟੀ ਐਜੂਕੇਸ਼ਨ ਪ੍ਰਾਪਤ ਕਰ ਰਿਹਾ ਹੈ, ਕਿ ਉਹ ਪ੍ਰਾਊਡ ਫੀਲ ਕਰਦੇ ਹੈ। ਚੌਥਾ ਜੇ ਉਹ ਪ੍ਰਾਊਡ ਫੀਲ ਕਰਦੇ ਹੈ ਤਾਂ ਕੀ ਉਹਨਾਂ ਨੇ ਖੁਦ ਯੂਨੀਵਰਸਿਟੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ। ਤਾਂ ਇੱਕੋ ਵਰਗੇ ਕੁਐਸਚਨ ਹੈ। ਤਾਂ ਆਨਸਰ ਹੈ ਜੀ ਕਿ ਜੌਨਸ ਫਾਦਰ ਇਜ਼ ਰਿਟਾਇਰਡ ਐਂਡ ਸੋ ਹੀ ਹੈਜ਼ ਅ ਲੋਟ ਆਫ ਟਾਈਮ ਟੂ ਅਮਿਊਜ਼ ਹਿਮਸੈਲਫ। ਜੌਨ ਦੇ ਫਾਦਰ ਰਿਟਾਇਰ ਹੋ ਚੁੱਕੇ, ਵੇਲੇ ਹੈ, ਇਸ ਕਰਕੇ ਉਹਨਾਂ ਕੋਲੇ ਬਹੁਤ ਸਾਰਾ ਸਮਾਂ ਹੈ। ਹੀ ਹੈਜ਼ ਅ ਲੋਟ ਆਫ ਟਾਈਮ ਟੂ ਅਮਿਊਜ਼ ਹਿਮਸੈਲਫ, ਕਿ ਉਹ ਇੰਜੋਏ ਕਰ ਸਕਦੇ ਹੈ। ਫਿਰ ਕੁਐਸਚਨ ਪੁੱਛਿਆ ਸੀ ਕਿ ਕੀ ਉਹਨਾਂ ਨੇ ਯੂਨੀਵਰਸਿਟੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ। ਨੋ, ਹੀ ਡਜ਼ ਨਾਟ ਹੈਵ ਅ ਯੂਨੀਵਰਸਿਟੀ ਐਜੂਕੇਸ਼ਨ। ਉਹਨਾਂ ਦੀ ਆਪਣੀ ਯੂਨੀਵਰਸਿਟੀ ਐਜੂਕੇਸ਼ਨ ਨਹੀਂ ਸੀ। ਫਿਰ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਐਜੂਕੇਸ਼ਨ ਕਿਉਂ ਨਹੀਂ ਸੀ। ਹੀ ਯੂਜ਼ਡ ਟੂ ਲਿਸਨ ਟੂ ਹਿਸ ਸਨ ਅਬਾਊਟ ਹਿਸ ਯੂਨੀਵਰਸਿਟੀ ਡੇਲੀ ਵਿਦ ਅ ਗ੍ਰੇਟ ਇੰਟਰਸਟ, ਕਿਉਂਕਿ ਉਹ ਆਪਣੇ ਸਨ ਨੂੰ ਗੱਲਾਂ ਕਰਦੇ ਸੁਣਦੇ ਸੀ। ਹੀ ਯੂਜ਼ਡ ਟੂ ਲਿਸਨ ਟੂ ਹਿਸ ਸਨ, ਉਹ ਆਪਣੇ ਸਨ ਨੂੰ ਸੁਣਦੇ ਸੀਗੇ, ਕਾਦੇ ਬਾਰੇ, ਅਬਾਊਟ ਹਿਸ ਯੂਨੀਵਰਸਿਟੀ, ਉਹਦੀ ਯੂਨੀਵਰਸਿਟੀ ਬਾਰੇ, ਡੇਲੀ ਰੋਜ਼ ਵਿਦ ਅ ਗ੍ਰੇਟ ਇੰਟਰਸਟ, ਬਹੁਤ ਹੀ ਜ਼ਿਆਦਾ ਧਿਆਨ ਨਾਲ, ਬੜੇ ਧਿਆਨ ਨਾਲ ਆਪਣੇ ਬੇਟੇ ਦੀਆਂ ਗੱਲਾਂ ਸੁਣਦੇ ਸੀ। ਆਪਾਂ ਚੈਪਟਰ 'ਚ ਪੜ੍ਹਿਆ। ਇਟ ਸ਼ੋਜ਼ ਦੈਟ ਹੀ ਹਿਮਸੈਲਫ ਲੈਕਸ ਅ ਯੂਨੀਵਰਸਿਟੀ ਐਜੂਕੇਸ਼ਨ। ਇੱਥੋਂ ਪਤਾ ਲੱਗਦਾ ਹੈ ਕਿ ਉਹ ਯੂਨੀਵਰਸਿਟੀ ਐਜੂਕੇਸ਼ਨ ਉਹਨਾਂ ਨੇ ਕਦੇ ਪ੍ਰਾਪਤ ਨਹੀਂ ਕੀਤੀ। ਲੈਕਸ, ਫਿਰ ਉਹੀ ਗੱਲ ਆ ਗਈ, ਜਿਹੜੀ ਚੀਜ਼ ਨਾ ਹੋਵੇ ਆਪਣੇ ਕੋਲੇ, ਤਾਂ ਉਹਨਾਂ ਕੋਲ ਯੂਨੀਵਰਸਿਟੀ ਐਜੂਕੇਸ਼ਨ ਨਹੀਂ ਸੀ, ਕਿਉਂਕਿ ਉਹ ਯੂਨੀਵਰਸਿਟੀ ਵਾਲੀਆਂ ਗੱਲਾਂ ਬਹੁਤ ਹੀ ਧਿਆਨ ਨਾਲ ਸੁਣਦੇ ਸੀ। ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਬੇਟਾ ਕਿਸੇ ਚੀਜ਼ ਨੂੰ ਤੁਸੀਂ ਧਿਆਨ ਨਾਲ ਉਦੋਂ ਸੁਣਦੇ ਹੋ ਜਦੋਂ ਤੁਹਾਨੂੰ ਉਹਦੇ ਬਾਰੇ ਪਤਾ ਨਾ ਹੋਵੇ। ਹੁਣ ਸਪੋਜ਼ ਕਰੋ ਮੈਂ ਕੋਈ ਥਾਂ ਦੀ ਵਿਜ਼ਿਟ ਕਰਕੇ ਆਵਾਂ, ਤੁਸੀਂ ਉੱਥੇ ਗਏ ਨਹੀਂ, ਹੁਣ ਮੈਂ ਤੁਹਾਨੂੰ ਸੁਣਾਉਣ ਲੱਗ ਜਾ ਤਾਂ ਤੁਸੀਂ ਬੜੇ ਧਿਆਨ ਨਾਲ ਸੁਣੋਗੇ। ਜੇ ਤੁਸੀਂ ਉੱਥੇ ਗਏ ਹੋਵੋ, 2-4 ਵਾਰੀ ਗਏ ਹੋਵੋਗੇ, ਪਰ ਮੈਂ ਵੀ ਤਾਂ ਗਿਆ ਸੀ, ਉਹੀ ਸਾਤੋਂ ਹੀ ਬੋਲੀ ਜਾਂਦੇ। ਇਹ ਉਹੀ ਗੱਲ ਹੈ ਕਿ ਕਿਉਂਕਿ ਉਹਦੇ ਫਾਦਰ ਉਹਦੀਆਂ ਰੋਜ਼ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਸੀ। ਯਾਦ ਹੈ ਤੁਹਾਨੂੰ, ਵਿਦ ਅ ਸਮਾਈਲ ਔਰ ਅ ਫਰਾਊਨ, ਕਦੇ ਕਦੇ ਉਹ ਤਿਉੜੀਆਂ ਪਾ ਲੈਂਦੇ, ਕਦੇ ਕਦੇ ਸਮਾਈਲ, ਬੋਲਦੇ ਕੁਝ ਨਹੀਂ ਸੀਗੇ। ਉਹ ਤਾਂ ਚੈਪਟਰ 'ਚ ਆਇਆ ਸੀ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਬੇਟਾ ਕਿ ਉਹਨਾਂ ਨੇ ਕਦੇ ਯੂਨੀਵਰਸਿਟੀ ਐਜੂਕੇਸ਼ਨ ਪ੍ਰਾਪਤ ਨਹੀਂ ਸੀ ਕੀਤੀ। ਫਿਫਥ ਕੁਐਸਚਨ ਹੈ ਜੀ, ਆਈ ਕਾਂਟ ਇੰਟਰੋਡਿਊਸ ਹਿਮ। ਮੈਂ ਉਹਨੂੰ ਇੰਟਰੋਡਿਊਸ ਨਹੀਂ ਕਰ ਸਕਦਾ, ਮੈਂ ਉਹਦੀ ਜਾਣ ਪਛਾਣ ਨਹੀਂ ਕਰਾ ਸਕਦਾ। ਥॉट ਜੌਨ ਨੇ ਸੋਚਿਆ। ਆਈ ਐਮ ਨॉट ਅਸ਼ੇਮਡ, ਮੈਨੂੰ ਕੋਈ ਸ਼ਰਮ ਨਹੀਂ ਹੈ। ਪੈਰਾਗ੍ਰਾਫ 12, 12ਵੇਂ ਪੈਰਾਗ੍ਰਾਫ 'ਚ ਲਾਈਨਾਂ ਆਉਂਦੀਆਂ ਨੇ। ਇਹ ਸਾਰੀਆਂ ਗੱਲਾਂ ਕੌਣ ਸੋਚਦਾ ਹੈ? ਜੌਨ ਸੋਚਦਾ ਹੈ। ਇਜ਼ ਦਿਸ ਟਰੂ? ਕੀ ਇਹ ਸੱਚ ਹੈ? ਸੱਚ ਹੈ ਦਾ ਮਤਲਬ ਜੋ ਗੱਲਾਂ ਸੋਚ ਰਿਹਾ ਹੈ
कि ਇਹ ਸੱਚੀਆਂ ਨੇ, ਇਹ ਸਹੀ ਨੇ ਗੱਲਾਂ? ਫਿਰ ਦੇਖੋ ਇਜ਼ ਲੱਗਿਆ ਹੋਇਆ, ਯੈਸ ਔਰ ਨੋ ਚ ਪੁੱਛਿਆ ਹੋਇਆ। ਹਾਊ ਡਜ਼ ਹੀ ਜਸਟੀਫਾਈ ਹਿਸ ਡਿਸੀਜਨ ਨੋਟ ਟੂ ਇੰਟਰੋਡਿਊਸ ਹਿਸ ਫਾਦਰ ਟੂ ਗ੍ਰੇਸ? ਉਸਨੇ ਆਪਣੇ ਇਸ ਡਿਸੀਜਨ ਨੂੰ ਕਿਵੇਂ ਜਸਟੀਫਾਈ ਕੀਤਾ? ਜਸਟੀਫਾਈ ਦਾ ਮਤਲਬ ਹੁੰਦਾ ਹੈ ਸਹੀ ਠਹਿਰਾਉਣਾ। ਉਹਨੇ ਆਪਣੇ ਇਸ ਡਿਸੀਜਨ ਨੂੰ ਕਿਵੇਂ ਸਹੀ ਠਹਿਰਾਇਆ ਕਿ ਉਸਨੇ ਆਪਣੇ ਫਾਦਰ ਨੂੰ ਗ੍ਰੇਸ ਨਾਲ ਇੰਟਰੋਡਿਊਸ ਨਹੀਂ ਸੀ ਕੀਤਾ। ਤੁਹਾਨੂੰ ਬੇਟਾ ਚੈਪਟਰ 'ਚ ਪਤਾ ਹੈ ਕਿ ਉਸਨੇ ਆਪਣੇ ਫਾਦਰ ਨੂੰ ਦੇਖ ਲਿਆ ਸੀ, ਲੇਕਿਨ ਫਾਦਰ ਨੂੰ ਉਸਨੇ ਗ੍ਰੇਸ ਦੇ ਨਾਲ ਇੰਟਰੋਡਿਊਸ ਨਹੀਂ ਕਰਾਇਆ। ਕੁਐਸਚਨ ਇਹੀ ਹੈ ਕਿਉਂਕਿ ਉਸਨੇ ਫਾਦਰ ਨੂੰ ਗ੍ਰੇਸ ਨਾਲ ਇੰਟਰੋਡਿਊਸ ਨਹੀਂ ਕਰਾਇਆ ਕਿ ਉਹਦਾ ਇਹ ਡਿਸੀਜਨ ਸਹੀ ਸੀ। ਵਿਚ ਡਜ਼ ਹੀ ਸੀਮ ਟੂ ਪ੍ਰੈਫਰ ਦ ਪਲੇਨਨੈਸ ਆਫ ਹਿਜ਼ ਓਨ ਹੋਮ ਔਰ ਦ ਸੋਫਿਸਟੀਕੇਸ਼ਨ ਆਫ ਗ੍ਰੇਸ ਹੋਮ? ਕਿਹੜੀ ਚੀਜ਼ ਉਸ ਨੂੰ ਪਸੰਦ ਸੀ? ਪ੍ਰੈਫਰ ਦਾ ਮਤਲਬ ਹੁੰਦਾ ਪਸੰਦ ਕਰਨਾ। ਕਿਹੜੀ ਚੀਜ਼ ਉਸ ਨੂੰ ਜ਼ਿਆਦਾ ਪਸੰਦ ਸੀ? ਹੁਣ ਦੋ ਚੀਜ਼ਾਂ ਕਹੀਆਂ ਗਈਆਂ, ਉਹਦੇ ਆਪਣੇ ਘਰ ਦੀ ਸਾਦਗੀ ਜਾਂ ਗ੍ਰੇਸ ਦੇ ਘਰ ਦੀ ਅਮੀਰੀ। ਪਲੇਨਨੈਸ ਦਾ ਮਤਲਬ ਮੈਂ ਤੁਹਾਨੂੰ ਕੀ ਦੱਸਿਆ ਸੀ? ਸਾਦਗੀ। ਤੇ ਸਫਿਸਟੀਕੇਸ਼ਨ ਦਾ ਮਤਲਬ ਇੱਥੇ ਅਮੀਰੀ ਹੋ ਗਿਆ। ਉਹਨੂੰ ਕਿਹੜੀ ਚੀਜ਼ ਪਸੰਦ ਸੀ ਦੋਨਾਂ ਚੋਂ ਵੀ? ਫਿਰ what trait of his character does this reveal? ਉਸ ਦੇ ਕਰੈਕਟਰ ਦਾ ਕਿਹੜਾ ਪੱਖ, ਟ੍ਰੇਟ, ਇਸ ਚੀਜ਼ ਨੂੰ ਜ਼ਾਹਿਰ ਕਰਦਾ ਹੈ? ਕੁਐਸਚਨ ਬੇਟਾ ਫਿਰ ਜੁੜਿਆ ਹੋਇਆ ਉੱਪਰਲੇ ਕੁਐਸਚਨ ਦੇ ਨਾਲ। ਉੱਪਰਲੇ ਕੁਐਸਚਨ 'ਚ ਕੀ ਕਿਹਾ ਗਿਆ ਹੈ ਕਿ ਕਿਹੜੀ ਚੀਜ਼ ਪਸੰਦ ਸੀ ਉਸ ਨੂੰ? ਗ੍ਰੇਸ ਦੇ ਘਰ ਦੀ ਸਫਿਸਟੀਕੇਸ਼ਨ, ਅਮੀਰੀ, ਜਾਂ ਆਪਣੇ ਘਰ ਦੀ ਸਾਦਗੀ, ਪਲੇਨਨੈਸ? ਤੇ ਜੇ ਉਸ ਨੂੰ ਗ੍ਰੇਸ ਦੇ ਘਰ ਦੀ ਸਫਿਸਟੀਕੇਸ਼ਨ ਪਸੰਦ ਸੀ, ਇਹ ਗੱਲ ਸਾਨੂੰ ਕਿੱਥੋਂ ਪਤਾ ਚੱਲਦੀ ਹੈ? ਉਹਦੇ ਕਿਹੜੇ ਕਰੈਕਟਰ ਤੋਂ ਪਤਾ ਚੱਲਦੀ ਹੈ? ਤਾਂ ਇਹ ਕੁਐਸਚਨ ਹੈ। ਹਰ ਇੱਕ ਕੁਐਸਚਨ ਨੂੰ ਬੇਟਾ ਉੱਪਰਲੇ ਕੁਐਸਚਨ ਦੇ ਨਾਲ ਜੋੜ ਕੇ ਦੇਖਿਆ ਕਰੋ, ਫਿਰ ਕੁਐਸਚਨ ਸਮਝ ਆ ਜਾਂਦਾ। ਤਾਂ ਪਹਿਲਾ ਕੁਐਸਚਨ ਇਹੀ ਪੁੱਛਿਆ ਗਿਆ ਨਾ ਕਿ ਕੀ ਉਹ ਆਪਣੇ ਫਾਦਰ ਬਾਰੇ ਜੋ ਗੱਲਾਂ ਸੋਚ ਰਿਹਾ ਸੀ ਕਿ ਮੈਂ ਇੰਟਰੋਡਿਊਸ ਨਹੀਂ ਕਰਾਉਂਗਾ, ਮੈਨੂੰ ਕੋਈ ਸ਼ਰਮਿੰਦਾ ਨਹੀਂ, ਮੇਰੇ ਡੈਡੀ ਨੂੰ ਸ਼ਰਮਿੰਦਾ ਹੋਣਾ ਪਊਗਾ, ਮੈਨੂੰ ਤਾਂ ਕੋਈ ਸ਼ਰਮ ਨਹੀਂ, ਉਹ ਐਂ ਸੋਚੀ ਜਾਂਦਾ ਹੈ। ਇਹ ਸਾਰੀਆਂ ਗੱਲਾਂ ਕੀ ਸੀ ਜੀ? ਗਲਤ ਸੀਗੀਆਂ। ਅਸੀਂ ਕਹਾਂਗੇ ਨੋ, ਦਿਸ ਇਜ਼ ਨੋਟ ਟਰੂ, ਇਹ ਸਹੀ ਨਹੀਂ ਹੈ। ਜੌਨ ਇਜ਼ ਰੀਅਲੀ ਅਸ਼ੇਮਡ ਆਫ ਹਿਜ਼ ਫਾਦਰ। ਅਸਲ 'ਚ ਜੌਨ ਨੂੰ ਆਪਣੇ ਫਾਦਰ ਤੋਂ ਸ਼ਰਮਿੰਦਾ ਸੀ। ਫਾਦਰ ਨਹੀਂ ਸੀ ਸ਼ਰਮਿੰਦਾ ਹੋ ਰਿਹਾ, ਜੌਨ ਖੁਦ ਸ਼ਰਮਿੰਦਾ ਹੋ ਰਿਹਾ ਸੀ ਕਿ ਮੈਂ ਆਪਣੇ ਗਰੀਬ ਬਾਪ ਨੂੰ ਅਮੀਰ ਗ੍ਰੇਸ ਨਾਲ ਕਿਵੇਂ ਇੰਟਰੋਡਿਊਸ ਕਰਾਵਾਂ। ਇਹ ਪ੍ਰੋਬਲਮ ਸੀ ਉਹਦੀ। ਤਾਂ ਜੌਨ ਆਪ ਸ਼ਰਮਿੰਦਾ ਸੀ। ਅਸ਼ੇਮ ਦਾ ਮਤਲਬ ਹੁੰਦਾ ਬੇਟਾ ਸ਼ਰਮਿੰਦਾ ਹੋਣਾ। ਜਦ ਕਿ ਉਹ ਐਕਸਕਿਊਜ਼ ਕੀ ਦੇ ਰਿਹਾ ਸੀ ਕਿ ਮੇਰੇ ਡੈਡੀ ਨੂੰ ਸ਼ਰਮਿੰਦਾ ਹੋਣਾ ਪਊਗਾ। ਸ਼ਰਮਿੰਦਾ ਤਾਂ ਤੂੰ ਖੁਦ ਹੈ, ਤੂੰ ਆਪ ਹੀ ਨਹੀਂ ਇੰਟਰੋਡਿਊਸ ਕਰਾਉਣਾ ਚਾਹੁੰਦਾ ਗ੍ਰੇਸ ਨਾਲ। He thinks that his father would be embarrassed to meet Grace. ਹੁਣ ਉਹ ਕਿਉਂ ਸੋਚਦਾ ਸੀ? ਕੁਐਸਚਨ ਹੈ ਨਾ ਕਿ ਕਿਉਂ ਸੋਚਦਾ ਸੀ? ਉਹਨੂੰ ਇਹ ਲੱਗਦਾ ਸੀ ਕਿ ਮੇਰੇ ਫਾਦਰ ਐਮਬੈਰਸ ਹੋਣਗੇ, ਉਹਨਾਂ ਨੂੰ ਵਧੀਆ ਨਹੀਂ ਲੱਗੂਗਾ ਗ੍ਰੇਸ ਨੂੰ ਮਿਲ ਕੇ। ਐਮਬੈਰਸ ਦਾ ਮਤਲਬ ਹੁੰਦਾ ਵਧੀਆ ਨਾ ਲੱਗਣਾ, ਮਾੜਾ ਫੀਲ ਹੋਣਾ, ਬੈਡ ਫੀਲ ਹੋਣਾ, ਇਹਨੂੰ ਕਹਿੰਦੇ ਨੇ ਫੀਲ ਬੈਡ, ਕਿ ਮੇਰੇ ਡੈਡੀ ਨੂੰ ਚੰਗਾ ਨਹੀਂ ਲੱਗੂਗਾ ਗ੍ਰੇਸ ਨੂੰ ਮਿਲ ਕੇ। ਕਿਉਂ? ਕਿਉਂਕਿ ਮੇਰੇ ਡੈਡੀ ਨੂੰ ਲੱਗੂਗਾ ਕਿ ਮੈਂ ਤਾਂ ਦੇਖੋ ਕਿੰਨਾ ਗਰੀਬ ਹੈ, ਗ੍ਰੇਸ ਕਿੰਨੀ ਅਮੀਰ ਹੈ, ਮੈਂ ਇਹ ਹਾਲਤ 'ਚ ਹੈ, ਫਟੇ ਪੁਰਾਣੇ ਕੱਪੜੇ ਪਾਏ ਹੋਏ ਹੈ, ਗ੍ਰੇਸ ਨੇ ਇੰਨੇ ਸੋਹਣੇ ਕੱਪੜੇ ਪਾਏ। ਆਪਣੇ ਕੋਲ ਹੀ ਗੱਲਾਂ ਸੋਚੀ ਜਾਂਦਾ ਉਹ, ਜਦ ਕਿ ਇਹੋ ਜਿਹੀ ਕੋਈ ਗੱਲ ਨਹੀਂ। ਬਟ ਦ ਟਰੂਥ ਇਜ਼ ਦੈਟ ਹੀ ਹਿਮਸੈਲਫ ਡਜ਼ ਨੋਟ ਵਾਂਟ ਗ੍ਰੇਸ ਟੂ ਮੀਟ ਹਿਜ਼ ਫਾਦਰ। ਹੁਣ ਪੁੱਛਿਆ ਨਾ ਕਿ ਸੱਚਾਈ ਕੀ ਹੈ, ਕੁਐਸਚਨ 'ਚ ਪੁੱਛਿਆ ਗਿਆ ਸੀ। ਤਾਂ ਬੇਟਾ ਸੱਚਾਈ ਇਹ ਹੈ, ਟਰੂਥ ਦਾ ਮਤਲਬ ਸੱਚਾਈ ਇਹ ਹੈ ਕਿ ਉਹ ਖੁਦ ਹੀ ਹਿਮਸੈਲਫ ਖੁਦ ਨਹੀਂ ਚਾਹੁੰਦਾ ਸੀ ਕਿ ਗ੍ਰੇਸ ਉਸਦੇ ਪਿਤਾ ਨੂੰ ਮਿਲੇ। ਹੀ ਡਜ਼ ਨੋਟ ਵਾਂਟ ਗ੍ਰੇਸ ਟੂ ਮੀਟ ਹਿਜ਼ ਫਾਦਰ। ਉਹ ਖੁਦ ਚਾਹੁੰਦਾ ਸੀਗਾ, ਤਾਂ ਹੀ ਉਹ ਤੋਂ ਭੱਜਣ ਦੀ ਸਕੀਮ ਲਾ ਰਿਹਾ ਸੀ ਵੀ ਚੱਲ ਗ੍ਰੇਸ ਚੱਲੀਏ, ਗਰਮੀ ਬਹੁਤ ਹੈ, ਭੀੜ ਬਹੁਤ ਹੈ। ਗ੍ਰੇਸ ਕਹਿੰਦੀ ਸੀ ਨਹੀਂ ਨਹੀਂ, ਮੈਂ ਇਹੋ ਜਿਹੀ ਚੀਜ਼, ਮੈਨੂੰ ਲੱਗਦਾ ਇਹੋ ਜਿਹੀ ਚੀਜ਼ ਮਿਲੂ ਜਿਹਨੂੰ ਮੈਂ ਬਹੁਤ ਦੇਰ ਤੋਂ ਲੱਭ ਰਹੀ ਹਾਂ। ਆਪਾਂ ਚੈਪਟਰ 'ਚ ਪੜ੍ਹਿਆ ਇਹ ਸਾਰਾ ਕੁਝ। ਹੀ ਸੀਮਸ ਟੂ ਪ੍ਰੈਫਰ ਦ ਸਫਿਸਟੀਕੇਸ਼ਨ ਆਫ ਗ੍ਰੇਸ ਹੋਮ। ਤਾਂ ਹੁਣ ਕੁਐਸਚਨ ਇਹ ਵੀ ਪੁੱਛਿਆ ਗਿਆ ਸੀ ਕਿ ਉਹਨੂੰ ਕਿਹੜੀ ਚੀਜ਼ ਪਸੰਦ ਹੈ? ਤਾਂ ਉਹਨੂੰ ਅਮੀਰੀ ਪਸੰਦ ਹੈ, ਕਿਉਂਕਿ ਜਦ ਵੀ ਉਹ ਗ੍ਰੇਸ ਦੇ ਘਰ ਜਾਂਦਾ ਹੈ ਉਹ ਬੜਾ ਵਧੀਆ ਫੀਲ ਕਰਦਾ। ਤਾਂ ਇੱਥੇ ਆ ਲਿਖਾਂਗੇ ਕਿ ਹੀ ਸੀਮਸ ਟੂ ਪ੍ਰੈਫਰ, ਕਿ ਉਸਨੂੰ ਕੀ ਚੀਜ਼ ਪ੍ਰੈਫਰ ਸੀਗੀ? ਗ੍ਰੇਸ ਦੇ ਹੋਮ ਦੀ ਸਫਿਸਟੀਕੇਸ਼ਨ। ਨਾ ਸਫਿਸਟੀਕੇਸ਼ਨ ਸ਼ਬਦ ਕੁਐਸਚਨ 'ਚ ਪਿਆ, ਉੱਥੋਂ ਚੱਕ ਸਕਦੇ ਹੋ, ਲੇਕਿਨ ਸਫਿਸਟੀਕੇਸ਼ਨ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਅਮੀਰੀ। ਇੱਕ ਪਾਸੇ ਉਹਦੇ ਘਰ ਦੀ ਸਾਦਗੀ। ਸਾਦਾ ਕੌਣ ਹੋਊਗਾ? ਆਪਾਂ ਲੋਕ ਹੋਵਾਂਗੇ ਜਿਹੜੇ ਮਿਡਲ ਕਲਾਸ ਫੈਮਿਲੀ ਦੇ, ਉਹ ਸਾਦੇ ਹੁੰਦੇ ਆ। ਲੇਕਿਨ ਜਿਹੜੇ ਬੇਟਾ ਅਰਿਸਟੋਕਰੈਟ ਨੇ, ਵਧੀਆ ਅਮੀਰ, ਉਹ ਤਾਂ ਫਿਰ ਉਹਨਾਂ ਦੀ ਤਾਂ ਸਫਿਸਟੀਕੇਸ਼ਨ ਵਾਲੀ ਲਾਈਫ ਹੋਗੀ। ਤਾਂ ਇੱਥੋਂ ਪਤਾ ਲੱਗਦਾ, ਇਟ ਸ਼ੋਜ਼ ਦੈਟ ਜੌਨ ਇਜ਼ ਅ ਰੀਅਲ ਸਨੋਬ। ਇੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੌਨ ਸਹੀ ਮਾਇਨਿਆਂ 'ਚ ਸਨੋਬ ਹੈ, ਜਦ ਕਿ ਉਹ ਕਿਹਨੂੰ ਮੰਨਦਾ ਹੈ? ਗ੍ਰੇਸ ਨੂੰ ਮੰਨਦਾ। ਰੋਲਾ ਹੀ ਸਨੋਬਰੀ ਦਾ ਵੀ ਸਨੋਬ ਕੌਣ ਹੈ?
ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜੌਨ ਅਸਲੀ ਮਾਇਨਿਆਂ 'ਚ ਸਨੋਬ ਹੈ। ਤਾਂ ਸਾਡਾ 6th ਕੁਐਸਚਨ ਹੈ ਜੀ ਕਿ ਡੂ ਯੂ ਥਿੰਕ ਓਲਡ ਹਾਰਕੋਰਟ ਸੌ ਹਿਸ ਸਨ ਇਨ ਦਾ ਡਿਪਾਰਟਮੈਂਟ ਸਟੋਰ। ਤੁਸੀਂ ਦੇਖੋਗੇ ਬੇਟਾ ਬਹੁਤ ਸਾਰੇ ਕੁਐਸਚਨ ਹੈ, ਮੈਨੂੰ ਲੱਗਦਾ ਹੈ 8ਵਾਂ 10ਵਾਂ ਕੁਐਸਚਨ ਹੈ ਜਿਹੜਾ ਯੈਸ ਔਰ ਨੋ ਦੀ ਸ਼ੇਪ 'ਚ ਆ ਰਹੇ ਹੈ। ਫਿਰ ਇਹ ਡੂ ਦੇ ਨਾਲ ਸਟਾਰਟ ਹੋ ਰਿਹਾ, ਹੈਲਪਿੰਗ ਵਰਬ ਨਾਲ ਸਟਾਰਟ ਹੋ ਰਿਹਾ, ਤਾਂ ਇਹਦਾ ਆਨਸਰ ਅਸੀਂ ਯੈਸ ਔਰ ਨੋ 'ਚ ਦੇਣਾ ਹੈ ਕਿ ਕੀ ਤੁਸੀਂ ਸੋਚਦੇ ਹੋ ਕਿ ਜਿਹੜਾ ਓਲਡ ਹਾਰਕੋਰਟ ਹੈ, ਦੇਖੋ ਚੈਪਟਰ ਦੇ ਵਿੱਚ ਹਾਰਕੋਰਟ ਸ਼ਬਦ ਦੋ ਤਰ੍ਹਾਂ ਨਾਲ ਆਉਂਦਾ, ਓਲਡ ਹਾਰਕੋਰਟ, ਯੰਗ ਹਾਰਕੋਰਟ। ਯੰਗ ਹਾਰਕੋਰਟ ਜੌਨ ਨੂੰ ਕਿਹਾ ਗਿਆ ਤੇ ਓਲਡ ਹਾਰਕੋਰਟ ਜੌਨ ਦੇ ਫਾਦਰ ਨੂੰ ਕਿਹਾ ਗਿਆ। ਜੌਨ ਦੇ ਫਾਦਰ ਦਾ ਨਾਮ ਚੈਪਟਰ 'ਚ ਨਹੀਂ ਆਇਆ। ਤਾਂ ਇਹਨਾਂ ਨੇ ਪੁੱਛਿਆ ਕਿ ਜਿਹੜੇ ਜੌਨ ਦੇ ਫਾਦਰ ਨੇ ਕੀ ਉਹਨਾਂ ਨੇ ਆਪਣੇ ਬੇਟੇ ਨੂੰ ਡਿਪਾਰਟਮੈਂਟ ਸਟੋਰ 'ਚ ਦੇਖਿਆ ਸੀ, ਕੀ ਤੁਹਾਨੂੰ ਲੱਗਦਾ ਹੈ? ਆਰ ਯੂ ਸ਼ੋਰ, ਕੀ ਤੁਹਾਨੂੰ ਪੱਕਾ ਯਕੀਨ ਹੈ? ਦੂਸਰੀ ਵਾਰੀ ਕੁਐਸਚਨ ਪੁੱਛਿਆ ਹੈ, ਪਹਿਲਾਂ ਉਹਨਾਂ ਨੇ ਯੈਸ ਔਰ ਨੋ ਪੁੱਛਿਆ ਹੈ, ਫਿਰ ਉਸੇ ਕੁਐਸਚਨ ਨੂੰ ਉਹਨਾਂ ਨੇ ਪੁੱਛਿਆ ਕਿ ਕੀ ਤੁਸੀਂ ਸ਼ੋਰ ਹੋ, ਤੁਸੀਂ ਯਕੀਨੀ ਕਹਿ ਸਕਦੇ ਹੋ ਕਿ ਉਹਨਾਂ ਨੇ ਦੇਖਿਆ ਸੀ। ਵਾਈ ਡਜ਼ ਜੌਨਸ ਸ਼ੇਮ ਗਰੋ ਇਨਟੂ ਅ ਸਿਕਨਿੰਗ ਹਿਊਮਿਲੇਸ਼ਨ। ਪੈਰਾਗ੍ਰਾਫ 13, ਪੈਰਾਗ੍ਰਾਫ 13 ਦੇ ਵਿੱਚ ਬੇਟਾ ਇਹ ਸਿਕਨਿੰਗ ਹਿਊਮਿਲੇਸ਼ਨ ਵਾਲਾ ਵਰਡ ਆਇਆ ਸੀ। ਮੈਂ ਤੁਹਾਨੂੰ ਸਮਝਾਇਆ ਸੀਗਾ ਚੈਪਟਰ ਦੇ ਵਿੱਚ ਕਿ ਜਦੋਂ ਜੌਨ ਆਪਣੇ ਫਾਦਰ ਨੂੰ ਦੇਖਦਾ ਹੈ ਤਾਂ ਫਿਰ ਉਹਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਵੀ ਜੇ ਮੇਰੇ ਫਾਦਰ ਨੂੰ ਗ੍ਰੇਸ ਨੇ ਦੇਖ ਲਿਆ ਕੀ ਬਣੂਗਾ, ਇਹ ਹੋ ਗਿਆ ਉਹ ਹੋ ਗਿਆ। ਤਾਂ ਫਿਰ ਨਾ ਉਹ ਥੋੜਾ ਜਿਹਾ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ। ਬਿਮਾਰ ਦਾ ਮਤਲਬ ਇਹ ਨਹੀਂ ਕਿ ਉਹਨੂੰ ਬੁਖਾਰ ਚੜ੍ਹ ਜਾਂਦਾ, ਜਦੋਂ ਬੰਦਾ ਨਾ ਨੋਰਮਲ ਨਹੀਂ ਰਹਿੰਦਾ, ਜਦੋਂ ਬੰਦਾ ਆਪਣੇ ਆਪ ਨੂੰ ਠੀਕ ਫੀਲ ਨਹੀਂ ਕਰਦਾ, ਹੋਰ ਹੀ ਤਰ੍ਹਾਂ ਦਾ ਉਹਨੂੰ ਮਹਿਸੂਸ ਹੁੰਦਾ, ਉਹਨੂੰ ਆਪਾਂ ਕਹਿੰਦੇ ਹਾਂ ਸਿਕਨਿੰਗ ਹਿਊਮਿਲੇਸ਼ਨ ਵਾਲੀ ਗੱਲ ਆ ਗਈ ਉਹਦੇ 'ਚ। ਹਿਊਮਿਲੇਸ਼ਨ ਦਾ ਮਤਲਬ ਹੁੰਦਾ ਵੈਸੇ ਬੇਇੱਜ਼ਤੀ ਨੂੰ ਕਿਹਾ ਜਾਂਦਾ ਹੈ ਹਿਊਮਿਲੇਸ਼ਨ। ਵਾਈ ਦਾ ਮਤਲਬ ਕਿਉਂ ਜੌਨ ਦਾ ਜਿਹੜਾ ਸ਼ੇਮ ਹੈ, ਸ਼ਰਮ ਹੈ, ਇੱਥੇ ਸ਼ੇਮ ਦਾ ਮਤਲਬ ਸ਼ਰਮ ਹੈ। ਸ਼ਰਮ ਕਾਹਦੀ ਹੈ ਕਿ ਉਹ ਨਹੀਂ ਚਾਹੁੰਦਾ ਕਿ ਗ੍ਰੇਸ ਮੇਰੇ ਫਾਦਰ ਨੂੰ ਮਿਲੇ। ਤਾਂ ਇਹ ਜਿਹੜੀ ਉਹਦੀ ਸ਼ੇਮ ਹੈ ਇਹ ਇੱਕ ਉਸ ਦੀ ਬਹੁਤ ਹੀ ਜਿਹੜੀ ਸਿੱਕ ਕਰਨ ਵਾਲੀ, ਉਸ ਨੂੰ ਬਿਮਾਰ ਕਰਨ ਵਾਲੀ ਜਿਹੜੀ ਉਹਦੀ ਹਿਊਮਿਲੇਸ਼ਨ ਸੀ, ਬੇਇੱਜ਼ਤੀ ਸੀ, ਉਹਦੇ ਵਿੱਚ ਕਿਵੇਂ ਤਬਦੀਲ ਹੋ ਗਈ। ਇਹ ਗੱਲ ਪੈਰਾਗ੍ਰਾਫ 13 ਚ ਆਈ ਹੈ। ਇਹ ਜਿਹੜੀ ਗੱਲ ਹੈ 13ਵੇਂ ਪੈਰਾਗ੍ਰਾਫ ਦੇ ਬਿਲਕੁਲ ਲਾਸਟ ਚ ਆਈ ਹੈ, ਕਿਉਂਕਿ ਉਹਨੂੰ ਐਂ ਲੱਗਦਾ ਹੈ ਕਿ ਮੇਰੇ ਫਾਦਰ ਨੇ ਮੈਨੂੰ ਦੇਖ ਲਿਆ। ਫਾਦਰ ਦੀਆਂ ਬਲੂ ਆਈਜ਼ ਵਾਲੀਆਂ ਜਿਹੜੀਆਂ ਗੱਲਾਂ ਸੀ ਉਸ ਪੈਰੇ ਚ ਆਈਆਂ ਸੀਗੀਆਂ। ਉਸ ਨੂੰ ਐਂ ਲੱਗਦਾ ਕਿ ਵੀ ਬਹੁਤ ਗਲਤ ਹੋਇਆ, ਇਹ ਜਿਹੜੇ ਮੇਰੇ ਫਾਦਰ ਸਾਹਿਬ ਮੈਨੂੰ ਇੱਥੇ ਮਿਲ ਗਏ, ਉਹਨਾਂ ਨੇ ਮੈਨੂੰ ਦੇਖ ਲਿਆ, ਤਾਂ ਇੱਕਦਮ ਨਰਵਸ ਹੋਣਾ ਸਟਾਰਟ ਹੋ ਜਾਂਦਾ। ਤਾਂ ਇਹੀ ਪੁੱਛਿਆ ਗਿਆ ਕੁਐਸਚਨ ਦੇ ਵਿੱਚ। ਵਟ ਟੈਲ ਹਿਮ ਦੈਟ ਹਿਸ ਫਾਦਰ ਇਜ਼ ਡੀਪਲੀ ਹਰਟ। ਇੱਥੇ ਬੇਟਾ ਤੁਸੀਂ ਪਾ ਲਓ ਵਟ ਟੈਲਸ ਹਿਮ, ਐਸ ਪਾ ਲਓ। ਕਿਹੜੀ ਚੀਜ਼ ਦੱਸਦੀ ਹੈ ਕਿ ਉਹਦੇ ਫਾਦਰ ਸਾਹਿਬ ਡੀਪਲੀ ਹਰਟ ਹੋਏ ਹੈ। ਆਪਾਂ ਕਹਿੰਦੇ ਮੈਂ ਹਰਟ ਹੋ ਗਿਆ, ਹਰਟ ਵਾਲੀ ਗੱਲ, ਇਮੋਸ਼ਨਲੀ ਹਰਟ ਹੋ ਗਿਆ ਨਾ, ਜਦੋਂ ਆਪਾਂ ਨੂੰ ਦਿਲ ਜਾਂ ਦੁਖਦਾ ਉਹਨੂੰ ਆਪਾਂ ਕਹਿੰਦੇ ਹਾਂ ਕਿ ਆਪਾਂ ਹਰਟ ਹੋ ਗਏ। ਤਾਂ ਕਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਉਸਦੇ ਫਾਦਰ ਸਾਹਿਬ ਨੂੰ ਹਰਟ ਕਰ ਗਈ, ਕਿ ਉਹਨਾਂ ਦਾ ਦਿਲ ਦੁਖਾ ਗਈ। ਹਰਟ ਦਾ ਮਤਲਬ ਇਹ ਨਹੀਂ ਹੁੰਦਾ ਹਮੇਸ਼ਾ ਕਿ ਸੱਟ ਲੱਗਦੀ ਹੈ, ਆਪਣੇ ਪਿੰਡੇ ਦੇ ਕੋਈ ਸੱਟ ਲੱਗ ਗਈ ਉਹਨੂੰ ਹਰਟ। ਕਈ ਵਾਰੀ ਆਪਣੇ ਮਾਨਸਿਕ ਤੌਰ ਤੇ ਵੀ ਆਪਾਂ ਇਮੋਸ਼ਨਲੀ ਵੀ ਹਰਟ ਹੁੰਦੇ ਹਾਂ। ਤਾਂ ਇੱਥੇ ਉਹ ਗੱਲ ਹੈ। ਡੂ ਯੂ ਥਿੰਕ ਦਾ ਫਾਦਰ ਡਿਡ ਦਾ ਪ੍ਰੋਪਰ ਥਿੰਗ ਬਾਈ ਲਿਵਿੰਗ ਵਿਦਾਊਟ ਸਪੀਕਿੰਗ ਟੂ ਹਿਸ ਸਨ। ਡੂ ਫੇਰ ਹੈ, ਕੀ ਤੁਸੀਂ ਸੋਚਦੇ ਹੋ ਕਿ ਪਿਤਾ ਨੇ ਬਿਲਕੁਲ ਸਹੀ ਗੱਲ ਕੀਤੀ ਆਪਣੇ ਬੇਟੇ ਨਾਲ ਬਿਨਾਂ ਗੱਲ ਕਰਕੇ ਉੱਥੋਂ ਜਾਣ ਦੀ। ਸਾਨੂੰ ਪਤਾ ਹੈ ਨਾ ਕਿ ਜਦੋਂ ਥੋੜੀ ਦੇਰ ਲਈ ਨਜ਼ਰਾਂ ਇੱਕ ਦੂਜੇ ਨਾਲ ਮਿਲਦੀਆਂ ਨੇ ਫਾਦਰ ਸਾਹਿਬ ਦੀਆਂ ਜੌਨ ਦੇ ਨਾਲ, ਤਾਂ ਉਸ ਤੋਂ ਥੋੜੀ ਦੇਰ ਬਾਅਦ ਹੀ ਫਾਦਰ ਸਾਹਿਬ ਬਿਨਾਂ ਪਿੱਛੇ ਦੇਖੇ ਚਲੇ ਜਾਂਦੇ ਹਨ। ਇਹ ਪੂਰੀ ਲਾਈਨ ਤੁਹਾਡੇ ਚੈਪਟਰ 'ਚ ਆਈ ਹੈ। ਕੁਐਸਚਨ ਉਹਦੇ ਬਾਰੇ ਹੀ ਪੁੱਛਿਆ ਗਿਆ ਹੈ ਕਿ ਕੀ ਉਹਦੇ ਫਾਦਰ ਸਾਹਿਬ ਜਿਹੜੇ ਉਸ ਨੂੰ ਬਿਨਾਂ ਮਿਲੇ ਚਲੇ ਗਏ, ਕੀ ਉਹਨਾਂ ਦੇ ਫਾਦਰ ਸਾਹਿਬ ਨੇ ਸਹੀ ਗੱਲ ਕੀਤੀ। ਇਹ whose embarrassment would have been greater if he had spoken to his son। ਇਹ ਇੰਪੋਰਟੈਂਟ ਕੁਐਸਚਨ ਹੈ। ਕੌਣ ਜ਼ਿਆਦਾ ਦੁਖੀ ਹੁੰਦਾ ਜਾਂ ਕੌਣ ਜ਼ਿਆਦਾ ਸ਼ਰਮਿੰਦਾ ਹੁੰਦਾ ਜੇਕਰ ਉਸ ਦੇ ਫਾਦਰ ਨੇ ਆਪਣੇ ਸਨ ਦੇ ਨਾਲ ਗੱਲ ਕੀਤੀ ਹੁੰਦੀ ਹੈ। ਇੱਥੇ if he had, he ਦਾ ਮਤਲਬ ਹੈ ਜੌਨ ਦੇ ਫਾਦਰ ਤੋਂ ਹੈ। ਤਾਂ ਲਾਸਟ ਵਾਲਾ ਕੁਐਸਚਨ ਬੇਟਾ ਸਮਝੋ ਕੀ ਹੈ। ਦੋ ਪਰਸਨ ਹੈ, ਇੱਕ ਜੌਨ ਦੇ ਫਾਦਰ ਹੈ, ਦੂਜਾ ਜੌਨ ਹੈ। ਤਾਂ ਜੇ ਉਹਨਾਂ ਨੇ ਆਪਸ 'ਚ ਗੱਲ ਕੀਤੀ ਹੁੰਦੀ ਤਾਂ ਕਿਹੜਾ ਬੰਦਾ ਜ਼ਿਆਦਾ ਸ਼ਰਮਿੰਦਾ ਹੁੰਦਾ, ਉਹਦੇ ਫਾਦਰ ਜਾਂ ਉਸਦਾ ਬੇਟਾ। whose embarrassment, whose ਆ ਗਿਆ ਨਾ, whose ਕਿਹਦੇ ਲਈ ਯੂਜ਼ ਹੁੰਦਾ ਹੈ, ਕਿਸੇ ਪਰਸਨ ਦੇ ਲਈ ਯੂਜ਼ ਹੁੰਦਾ ਹੈ। ਤਾਂ ਇੱਥੇ ਪੁੱਛਿਆ ਗਿਆ ਕਿਸ ਨੂੰ ਜ਼ਿਆਦਾ ਬੇਇੱਜ਼ਤੀ ਮਹਿਸੂਸ ਹੁੰਦੀ, ਕਿਸ ਨੂੰ ਜ਼ਿਆਦਾ ਸ਼ਰਮ ਮਹਿਸੂਸ ਹੁੰਦੀ ਜੇਕਰ ਫਾਦਰ ਸਾਹਿਬ ਨੇ ਆਪਣੇ ਬੇਟੇ ਨਾਲ ਉੱਥੇ ਡਿਪਾਰਟਮੈਂਟ ਸਟੋਰ ਤੇ ਗੱਲ ਕੀਤੀ ਹੁੰਦੀ, ਜੋ ਕਿ ਨਹੀਂ ਹੋਈ ਸੀ। ਦੇਖੋ ਦੋ ਪਰਸਨ ਹੈ ਬੇਟਾ, ਇੱਕ ਪਾਸੇ ਉਹਦੇ ਫਾਦਰ ਹੈ, ਦੂਜੇ ਪਾਸੇ ਉਸਦਾ ਬੇਟਾ ਹੈ। ਜੇਕਰ ਦੋਨੇ ਇੱਕ ਦੂਜੇ ਨੂੰ ਮਿਲੇ ਹੁੰਦੇ, ਗੱਲਬਾਤ ਕੀਤੀ ਹੁੰਦੀ। ਕੁਐਸਚਨ ਇਹ ਹੈ whose embarrassment would have been greater। greater ਦਾ ਮਤਲਬ ਜ਼ਿਆਦਾ, ਕਿਸ ਦੀ embarrassment ਜ਼ਿਆਦਾ ਹੁੰਦੀ, ਉਹਦੇ ਫਾਦਰ ਦੀ ਹੁੰਦੀ ਜਾਂ ਉਹਦੇ ਬੇਟੇ ਦੀ ਹੁੰਦੀ। ਸਿਰਫ ਆਪਾਂ ਪਰਸਨ ਦਾ ਨਾਮ ਲਿਖਣਾ ਹੈ, ਕਿਹਦੀ ਹੁੰਦੀ। ਕੁਐਸਚਨ ਦੇਖੋ ਸਮਝਣਾ ਜ਼ਰੂਰੀ ਹੈ ਬੇਟਾ। ਇਲੈਕਟਿਵ ਦੇ ਵਿੱਚ ਨਾ ਤੁਸੀਂ ਇਹ ਨੋਟ ਕਰਿਓ, ਕੁਐਸਚਨ ਥੋੜੇ ਜਿਹੇ ਟੇਢੇ ਹੁੰਦੇ ਆ, ਆਨਸਰ ਬੜੇ ਸਿੰਪਲ ਹੁੰਦੇ।
क्वेश्चन ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਬਸ। ਜੇ ਤੁਸੀਂ क्वेश्चन ਨੂੰ ਸਮਝਣਾ ਸਟਾਰਟ ਕਰ ਗਏ ਤਾਂ ਤੁਹਾਨੂੰ ਅੱਗੇ ਜਾ ਕੇ ਬੇਟਾ ਕੋਈ ਦਿੱਕਤ ਨਹੀਂ ਆਊਗੀ BA ਇੰਗਲਿਸ਼ ਇਲੈਕਟਿਵ 'ਚ ਜਾਂ BA ਇੰਗਲਿਸ਼ ਕੰਪਲਸਰੀ 'ਚ ਜਾਂ ਇਵਨ ਕਿ ਤੁਸੀਂ MA ਇੰਗਲਿਸ਼ ਵੀ ਕਰੋਗੇ ਇਦਾਂ ਦੇ ਕੁਐਸਚਨ ਆਉਂਦੇ ਆ ਤਾਂ ਇਹ ਤੁਹਾਡਾ ਬੇਸ ਬਣਦਾ ਇੱਥੇ ਇਹ ਜਿਹੇ ਕੁਐਸਚਨ। ਤਾਂ ਚਲੋ ਅਸੀਂ ਆਨਸਰ ਤੇ ਆਨੇ ਆ ਜੀ ਕਿ we can make a guess that his father had seen his son in the department store। ਤਾਂ ਬੇਟਾ ਆਪਾਂ ਚੈਪਟਰ 'ਚ ਪੜ੍ਹਿਆ ਹੈ ਕਿ ਅਸੀਂ ਇੱਕ ਸਿਰਫ ਗੈਸ ਹੀ ਲਾ ਸਕਦੇ ਹਾਂ। ਹੁਣ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਕਿਸੇ ਫੰਕਸ਼ਨ ਤੇ ਜਾਓ, ਉੱਥੇ ਤੁਹਾਨੂੰ ਕੋਈ ਪੁਰਾਣਾ ਫਰੈਂਡ ਮਿਲ, ਕਈ ਵਾਰੀ ਆਪਾਂ ਦੇਖਦੇ ਦੇਖਦੇ ਆਪਾਂ ਨੂੰ ਲੱਗਦਾ ਕਿ ਉਹ ਵੀ ਮੇਰੇ ਵੱਲ ਦੇਖ ਰਿਹਾ ਹੈ, ਮੈਂ ਵੀ ਉਸ ਦੇ ਵੱਲ ਦੇਖ ਰਿਹਾ, ਹੈ ਨਾ, ਤਾਂ ਸਾਨੂੰ ਇਹ ਲੱਗਦਾ ਕਿ ਸਾਡੀ ਨਜ਼ਰਾਂ ਤਾਂ ਮਿਲੀਆਂ, ਲੇਕਿਨ ਕਈ ਵਾਰੀ ਆਪਾਂ ਸ਼ੋਰ ਨਹੀਂ ਹੁੰਦੇ ਕਿ ਉਹਨੇ ਆਪਾਂ ਨੂੰ ਦੇਖਿਆ ਕਿ ਨਹੀਂ ਦੇਖਿਆ, ਆਪਾਂ ਆਪਣੇ ਮਨ 'ਚ ਲਾ ਲੈਂਦੇ ਹੈਗਾ। ਸੇਮ ਆਹੀ ਗੱਲ ਇਸ ਚੈਪਟਰ 'ਚ ਹੋਈ ਕਿ ਅਸੀਂ ਸਿਰਫ ਇੱਕ ਗੈਸ ਲਾ ਸਕਦੇ, ਵੀ ਕੈਨ ਮੇਕ ਅ ਗੈਸ, ਅਸੀਂ ਇੱਕ ਗੈਸ ਲਾ ਸਕਦੇ ਹਾਂ ਕਿ ਉਸ ਦੇ ਫਾਦਰ ਨੇ ਆਪਣੇ ਬੇਟੇ ਨੂੰ ਡਿਪਾਰਟਮੈਂਟ ਸਟੋਰ 'ਚ ਦੇਖਿਆ ਸੀ। ਸਿਰਫ ਸਾਡਾ ਇਹ ਗੈਸ ਹੈ, ਬਟ ਇਟ ਇਜ਼ ਨਾਟ ਕਲੀਅਰ ਫਰੋਮ ਦਾ ਸਟੋਰੀ, ਪਰ ਇਹ ਸਟੋਰੀ ਤੋਂ ਕਲੀਅਰ ਨਹੀਂ ਹੈ। ਇਹ ਸਟੋਰੀ ਤੋਂ ਕਲੀਅਰ ਨਹੀਂ ਹੈਗਾ, ਸਟੋਰੀ 'ਚ ਕਿਤੇ ਨਹੀਂ ਲਿਖਿਆ ਹੋਇਆ, ਕਲੀਅਰ ਸਾਫ਼ ਤੌਰ ਤੇ ਨਹੀਂ ਲਿਖਿਆ ਹੋਇਆ ਕਿ ਉਹਦੇ ਫਾਦਰ ਨੇ ਆਪਣੇ ਬੇਟੇ ਨੂੰ ਦੇਖ ਲਿਆ। ਜੇ ਤੁਸੀਂ 13ਵਾਂ ਪੈਰਾਗ੍ਰਾਫ ਦੇਖੋ, ਸੈਂਟੈਂਸ ਆਇਆ ਸੀ ਕਿ देयर वाज एन इंस्टेंट व्हेन देयर ग्लांसेस माइट हैव met, ਇਹ ਲਾਈਨ ਆਈ ਸੀ ਤਾਂ ਉੱਥੇ ਮਾਡਲ ਵਰਬ ਲੱਗੀ ਸੀ ਮਾਈਟ। ਮਾਈਟ ਦਾ ਮਤਲਬ ਕੀ ਹੁੰਦਾ ਹੈ? ਪੋਸੀਬਿਲਿਟੀ। ਮਾਈਟ ਤੁਹਾਨੂੰ ਯਾਦ ਕਰੋ +1 ਦੇ ਵਿੱਚ ਮਾਡਲਸ ਕਰਾਏ ਸੀਗੇ ਤਾਂ ਮਾਈਟ ਕਿੱਥੇ ਯੂਜ਼ ਹੁੰਦਾ ਹੈ? ਸੰਭਾਵਨਾ ਲਈ ਯੂਜ਼ ਹੁੰਦਾ। ਤਿੰਨ ਵਰਡਸ ਬੇਟਾ ਸੰਭਾਵਨਾ ਲਈ ਯੂਜ਼ ਹੁੰਦੇ ਆ, ਇੱਕ ਹੁੰਦਾ ਹੈ ਕੈਨ, ਦੂਜਾ ਹੁੰਦਾ ਹੈ ਮੇ, ਤੀਜਾ ਹੁੰਦਾ ਹੈ ਮਾਈਟ। ਕੈਨ ਸਭ ਤੋਂ ਘੱਟ ਸੰਭਾਵਨਾ ਹੁੰਦੀ ਹੈ, ਜਿੱਥੇ ਆਪਾਂ ਨੂੰ ਲੱਗਦਾ ਕਿ ਬਹੁਤ ਘੱਟ ਸੰਭਾਵਨਾ, ਉੱਥੇ ਆਪਾਂ ਕੈਨ ਕਹਿ ਦਿੰਦੇ ਵੀ ਇਟ ਕੈਨ ਰੇਨ ਟੂਡੇ, ਇਹਦਾ ਮਤਲਬ ਹੈ ਕਿ ਸ਼ਾਇਦ ਅੱਜ ਵਰਖਾ ਹੋਵੇ ਹੀ ਨਾ। ਕੈਨ ਇੱਕ ਤਰ੍ਹਾਂ ਨਾਲ ਬਹੁਤ ਹੀ ਘੱਟ ਸੰਭਾਵਨਾ ਵਾਲਾ ਹੁੰਦਾ, ਤੇ ਜਿਹੜਾ ਮੇ ਹੁੰਦਾ ਹੈ ਇਹ ਕੈਨ ਤੋਂ ਥੋੜੀ ਜਿਹੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਟ ਮੇ ਰੇਨ ਟੂਡੇ, ਵਰਖਾ ਹੋ ਸਕਦੀ ਹੈ। ਪਰ ਜੇ ਮੈਂ ਕਹਾਂ ਇਟ ਮਾਈਟ ਰੇਨ ਟੂਡੇ ਤਾਂ ਵਰਖਾ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ, ਪਰ ਕੋਈ ਪੱਕਾ ਨਹੀਂ ਹੈ ਕਿ ਹੋ ਜੂਗੀ। ਜੇ ਪੱਕਾ ਹੋਗੀ ਫਿਰ ਮੈਂ ਕੀ ਯੂਜ਼ ਕਰੂੰਗਾ? ਇਟ ਵਿਲ ਰੇਨ ਟੂਡੇ। ਤਾਂ ਫਰਕ ਹੈ ਬੇਟਾ, ਮਾਡਲ ਦੇਖੋ ਜਦੋਂ ਲੱਗਦੀ ਹੈ ਨਾ ਤਾਂ ਇਹ ਵਾਕ ਦਾ ਮੈਂ ਤੁਹਾਨੂੰ ਕੀ ਦੱਸਦਾ ਹੁੰਦਾ ਹੈ ਕਿ ਜਿਹੜਾ ਮੂਡ ਹੈ ਉਹ ਸੈੱਟ ਕਰਦੀ ਹੈ। ਤਾਂ ਮਾਡਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਵਾਕ ਦਾ ਅਰਥ ਕੀ ਹੈ। ਤਾਂ ਇੱਥੇ 13ਵੇਂ ਪੈਰਾਗ੍ਰਾਫ ਦੇ ਵਿੱਚ ਜਿਹੜਾ ਵਰਡ ਆਇਆ ਸੀ ਮਾਈਟ ਆਇਆ ਸੀ, ਤਾਂ ਮਾਈਟ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੰਭਾਵਨਾ ਹੈ, ਕਾਫੀ ਸਾਰੀ ਸੰਭਾਵਨਾ ਹੈ ਕਿ ਉਹਨਾਂ ਦੀਆਂ ਨਜ਼ਰਾਂ ਮਿਲੀਆਂ ਹੋਣਗੀਆਂ, ਬਟ ਇਹ ਸਟੋਰੀ ਦੇ ਵਿੱਚ ਕਲੀਅਰ ਨਹੀਂ ਹੈ। ਜੌਨਸ ਸ਼ੇਮ ਗਰੋਜ਼ ਬਿਕੋਜ਼ ਹੀ ਫੀਲਸ ਦੈਟ ਹਿਸ ਫਾਦਰ ਹੈਜ਼ ਸੀਨ ਹਿਮ। ਤਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਜੌਨ ਦਾ ਜਿਹੜਾ ਸ਼ੇਮ ਹੈ, ਉਸਦੀ ਜਿਹੜੀ ਸ਼ਰਮ ਹੈ, ਬੇਇੱਜ਼ਤੀ ਹੈ, ਉਹ ਵੱਧਦੀ ਜਾ ਰਹੀ ਹੈ ਬਿਕੋਜ਼ ਉਹਨੂੰ ਲੱਗਦਾ ਹੈ ਕਿ ਮੇਰੇ ਫਾਦਰ ਨੇ ਮੈਨੂੰ ਦੇਖ ਲਿਆ। ਬਿਕੋਜ਼ ਹੀ ਫੀਲਸ, ਉਹ ਮਹਿਸੂਸ ਕਰਦਾ ਹੈ ਕਿ ਉਸਦੇ ਫਾਦਰ ਨੇ ਉਸ ਨੂੰ ਦੇਖ ਲਿਆ। The sad eyes and the straight walk of his father tells him that his father is deeply hurt। ਤਾਂ ਉੱਪਰ ਕੁਐਸਚਨ ਆਇਆ ਨਾ, ਕਿਹੜੀ ਗੱਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹਦੇ ਫਾਦਰ ਡੀਪਲੀ ਹਰਟ ਹੋਏ ਨੇ? ਦੋ ਗੱਲਾਂ ਤੋਂ ਪਤਾ ਲੱਗਦਾ ਹੈ, ਪਹਿਲੇ ਜੀ ਆਈਆਂ ਸੀ। ਇੱਕ ਤਾਂ ਉਹਨਾਂ ਦੀਆਂ ਸੈਡ ਆਈਜ਼ ਸੀਗੀਆਂ, ਅੱਖਾਂ ਉਦਾਸ ਸੀ ਫਾਦਰ ਸਾਹਿਬ ਦੀਆਂ। ਜਦੋਂ ਉਹਨੇ ਆਪਣੀਆਂ ਫਾਦਰ ਦੀਆਂ ਅੱਖਾਂ ਵੱਲ ਦੇਖਿਆ ਤਾਂ ਦੇਖੋ, ਜਦੋਂ ਬੰਦੇ ਦੀ ਖੁਸ਼ੀ ਹੁੰਦੀ ਹੈ ਨਾ ਉਹ ਅੱਖਾਂ ਤੋਂ ਝਲਕ ਜਾਂਦੀ ਹੈ, ਤੇ ਜੇ ਬੰਦਾ ਦੁਖੀ ਹੁੰਦਾ ਉਹਦਾ ਜਿਹੜਾ ਦੁੱਖ ਹੁੰਦਾ ਉਹ ਅੱਖਾਂ ਤੋਂ ਝਲਕਦਾ ਹੈ। ਤਾਂ ਫਾਦਰ ਸਾਹਿਬ ਦੀਆਂ ਸੈਡ ਆਈਜ਼, ਤੇ ਦੂਜੀ ਕੀ ਸੀ? ਸਟ੍ਰੇਟ ਵਾਕ। ਯਾਦ ਕਰੋ, ਤੁਸੀਂ ਦੋ ਵਰਡ ਯਾਦ ਰੱਖਣੇ ਆ, ਇੱਕ ਯਾਦ ਰੱਖਣਾ ਹੈ ਤੁਸੀਂ ਸੈਡ ਆਈਜ਼, ਇੱਕ ਰੱਖਣਾ ਹੈ ਤੁਸੀਂ ਸਟ੍ਰੇਟ ਵਾਕ। ਜਦੋਂ ਉਹਨਾਂ ਦੀਆਂ ਸਾਈਡ ਆਈਜ਼ ਉਸਨੇ ਦੇਖੀਆਂ ਅਤੇ ਸਟ੍ਰੇਟ ਵਾਕ ਦਾ ਮਤਲਬ ਸਿੱਧੇ ਚੱਲ ਪਏ, ਉਹ ਬਿਨਾਂ ਪਿੱਛੇ ਮੁੜੇ, ਨਾ ਸੱਜੇ ਨਾ ਖੱਬੇ, ਸਟ੍ਰੇਟ ਵਾਕ ਕਰਦੇ ਹੋਏ ਉਹ ਬਾਹਰ ਚਲੇ ਗਏ ਸੀ। ਤਾਂ ਇਹ ਦੋ ਗੱਲਾਂ ਤੋਂ, ਦੋ ਫਰੇਜ਼ਸ ਤੋਂ, ਸਾਈਡ ਆਈਜ਼, ਸਟ੍ਰੇਟ ਵਾਕ, ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਹਦੇ ਜਿਹੜੇ ਫਾਦਰ ਸੀਗੇ ਉਹ ਡੀਪਲੀ ਹਰਟ ਹੋਏ ਸੀ। ਤਾਂ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਹੈ, ਜਿਹੜੇ ਸੈਂਟੈਂਸ ਦੇ ਬੇਟਾ ਕੋਰ ਵਰਡਸ ਹੈ, ਜਿਨ੍ਹਾਂ ਦੇ ਵਿੱਚ ਅਸਲੀ ਆਨਸਰ ਛੁਪਿਆ ਹੋਇਆ ਹੈ, ਤੁਸੀਂ ਉਹਨਾਂ ਦੇ ਉੱਪਰ ਜ਼ਿਆਦਾ ਫੋਕਸ ਕਰਨਾ ਹੈ। ਤਾਂ ਜੇ ਇਹ ਕੁਐਸਚਨ ਇੰਪੋਰਟੈਂਟ ਹੈ ਕਿ ਉਹਦੇ ਫਾਦਰ ਡੀਪਲੀ ਹਰਟ ਹੋਏ ਨੇ, ਸਾਨੂੰ ਕਿਵੇਂ ਪਤਾ ਲੱਗਦਾ ਹੈ? ਸੈਡ ਆਈਜ਼ ਐਂਡ ਸਟ੍ਰੇਟ ਵਾਕ। ਤੁਸੀਂ ਆਹ ਦੋ ਯਾਦ ਕਰ ਲਓ, ਬਾਕੀ ਲਾਈਨ ਤਾਂ ਆਪਣੇ ਆਪ ਯਾਦ ਹੋ ਜੂ। ਉਹ ਤਾਂ ਕੁਐਸਚਨ 'ਚ ਆਈ ਹੋਈ ਹੈ ਲਾਈਨ। ਤਾਂ ਇੱਕ ਕੁਐਸਚਨ ਇਹ ਵੀ ਪੁੱਛਿਆ ਕਿ ਉਹਦੇ ਫਾਦਰ ਸਾਹਿਬ ਨੇ ਠੀਕ ਕੀਤਾ ਉੱਥੋਂ ਜਾ ਕੇ, ਤਾਂ ਬਿਲਕੁਲ ਠੀਕ ਕੀਤਾ ਜੀ। ਯੈਸ, ਦਾ ਫਾਦਰ ਡਜ਼ ਦਾ ਰਾਈਟ ਥਿੰਗ, ਕਿ ਹਾਂ ਜੀ ਉਹਦੇ ਫਾਦਰ ਸਾਹਿਬ ਨੇ ਬਿਲਕੁਲ ਸਹੀ ਫੈਸਲਾ ਲਿਆ। ਦੇਖੋ ਬੇਟਾ, ਆਪਣੇ ਬੇਟੇ ਬਾਰੇ ਨਾ ਸਭ ਤੋਂ ਵੱਡਾ ਜੱਜ ਉਸਦਾ ਮਾਤਾ ਪਿਤਾ ਹੁੰਦਾ। ਤੁਸੀਂ ਚਾਹੇ ਜੋ ਮਰਜ਼ੀ ਸੋਚੀ ਜਾਓ ਕਿ ਤੁਹਾਡੇ ਮਾਪੇ ਤੁਹਾਨੂੰ ਨਹੀਂ ਜਾਣਦੇ, ਤੁਹਾਡੇ ਮਾਪੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ। ਜਦੋਂ ਫਾਦਰ ਨੇ ਸ਼ਾਇਦ ਦੇਖਿਆ ਆਪਣੇ ਬੇਟੇ ਵੱਲ ਕਿ ਮੇਰਾ ਬੇਟਾ ਮੈਨੂੰ ਮਿਲਣਾ ਨਹੀਂ ਚਾਹੁੰਦਾ ਬਿਕੋਜ਼ ਇਹ ਆਪਣੀ ਫਰੈਂਡ ਦੇ ਨਾਲ ਖੜਾ ਹੈ, ਤਾਂ ਉਹਦੇ ਫਾਦਰ ਸਾਹਿਬ ਚੁੱਪ ਕਰਕੇ ਦੁਖੀ ਹੋ ਕੇ ਉੱਥੋਂ ਚਲੇ ਗਏ। ਤਾਂ ਉੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਫਾਦਰ ਸਾਹਿਬ ਨੇ ਪਹਿਚਾਨ ਲਿਆ ਸੀਗਾ ਕਿ ਮੇਰਾ ਬੇਟਾ ਮੈਨੂੰ
ਆਪਣੀ ਫਰੈਂਡ ਦੇ ਨਾਲ ਨਹੀਂ ਮਿਲਾਣਾ ਚਾਹੁੰਦਾ, ਉਹਨੂੰ ਨਹੀਂ ਚੰਗਾ ਲੱਗ ਰਿਹਾ ਕਿ ਮੈਂ ਉੱਥੇ ਹਾਂ, ਤਾਂ ਹੀ ਉਹਦੇ ਫਾਦਰ ਸਾਹਿਬ ਚਲੇ ਗਏ। ਤਾਂ ਉਹਦੇ ਫਾਦਰ ਸਾਹਿਬ ਤਾਂ ਬਹੁਤ ਸਿਆਣੇ ਸੀ, ਦੇਖੋ, ਇਸ ਕਰਕੇ ਉਹਨਾਂ ਨੇ ਸਹੀ ਕੰਮ ਕੀਤਾ। he does not want his son to feel ashamed, ਉਹ ਨਹੀਂ ਸੀ ਚਾਹੁੰਦੇ ਕਿ ਉਹਦੇ ਬੇਟੇ ਨੂੰ ਬੇਇੱਜ਼ਤੀ ਮਹਿਸੂਸ ਹੋਵੇ, ਤਾਂ ਹੀ ਚਲੇ ਗਏ ਨਾ। ਉਹਨਾਂ ਨੇ ਪਹਿਚਾਨ ਲਿਆ ਵੀ ਮੇਰਾ ਬੇਟਾ ਮੈਨੂੰ ਦੇਖ ਕੇ ਖੁਸ਼ ਨਹੀਂ ਹੈ, ਥੋੜਾ ਜਿਹਾ ਇਹ ਨਰਵਸ ਮੈਨੂੰ ਲੱਗ ਰਿਹਾ ਹੈ, ਤਾਂ ਉਹ ਨਹੀਂ ਸੀ ਚਾਹੁੰਦੇ ਕਿ ਮੇਰਾ ਬੇਟਾ ਸ਼ਰਮਿੰਦਾ ਹੋਵੇ ਮੈਨੂੰ ਦੇਖ ਕੇ, ਉਹ ਚੁੱਪਚਾਪ ਚਲੇ ਗਏ ਉੱਥੋਂ। John's embarrassment would have been greater if his father had spoken to him, ਤਾਂ ਪੁੱਛਿਆ ਗਿਆ ਨਾ ਕਿਹਦੀ embarrassment ਜ਼ਿਆਦਾ ਹੁੰਦੀ, ਜੌਨ ਦੀ ਹੁੰਦੀ, ਤਾਂ ਅਸੀਂ ਇੱਥੇ ਆਨਸਰ ਲਿਖਾਂਗੇ John's embarrassment would have been greater, ਜੌਨ ਦੀ embarrassment, ਉਹਦੀ ਬੇਇੱਜ਼ਤੀ ਜ਼ਿਆਦਾ ਹੁੰਦੀ, ਉਹਨੂੰ ਸ਼ਰਮਿੰਦਾ ਜ਼ਿਆਦਾ ਹੋਣਾ ਪੈਂਦਾ ਜੇਕਰ ਉਹਦੇ ਫਾਦਰ ਨੇ ਉਸ ਨਾਲ ਗੱਲ ਕੀਤੀ ਹੁੰਦੀ। ਇੱਥੇ ਬੇਟਾ ਕੰਡੀਸ਼ਨਲ ਸੈਂਟੈਂਸ ਲੱਗਿਆ ਹੋਇਆ, ਤੁਸੀਂ ਧਿਆਨ ਨਾਲ ਦੇਖੋ ਨਾ, ਤਾਂ ਇਸ ਪੂਰੇ ਸੈਂਟੈਂਸ ਦੇ ਵਿੱਚ ਇਫ ਕੀ ਹੈ, ਕੰਜੰਕਸ਼ਨ ਹੈ। ਇੱਕ ਪਹਿਲਾ ਵਾਕ ਲੱਗਿਆ ਜੌਨ ਤੋਂ ਲੈ ਕੇ ਗ੍ਰੇਟਰ ਤੱਕ, ਦੂਸਰਾ ਸੈਂਟੈਂਸ ਹੈ ਹਿਸ ਫਾਦਰ ਤੋਂ ਲੈ ਕੇ ਹਿਮ ਤੱਕ। ਤਾਂ ਜਿਹੜਾ ਪਹਿਲਾ ਵਾਲਾ ਹੈ ਉਸ ਦੇ ਵਿੱਚ ਵੁੱਡ ਹੈਵ ਦੇ ਨਾਲ ਸੈਂਟੈਂਸ ਬਣਿਆ, ਦੂਸਰੇ ਵਾਲੇ ਨਾਲ ਹੈਡ ਦੇ ਨਾਲ ਵਰਬ ਦੀ ਥਰਡ ਫਾਰਮ ਲਾ ਕੇ ਬਣਿਆ। ਇਹਨੂੰ ਆਪਾਂ ਕੰਡੀਸ਼ਨਲ ਸੈਂਟੈਂਸਿਸ ਕਹਿੰਦੇ ਆ। 3-4 ਤਰ੍ਹਾਂ ਦੇ ਕੰਡੀਸ਼ਨਲ ਸੈਂਟੈਂਸ ਹੁੰਦੇ ਆ, ਗ੍ਰਾਮਰ ਦੇ ਵਿੱਚ ਆਪਾਂ ਇਹਨੂੰ ਕਵਰ ਕਰਾਂਗੇ ਚੰਗੀ ਤਰ੍ਹਾਂ। 7th ਕੁਐਸਚਨ ਹੈ ਜੀ ਕਿ when his father departs, does John feel relieved or does he feel hostile towards Grace? ਜਦੋਂ ਉਹਦੇ ਪਿਤਾ ਜੀ ਚਲੇ ਜਾਂਦੇ ਆ, ਡਿਪਾਰਟ ਦਾ ਮਤਲਬ ਹੁੰਦਾ ਚਲੇ ਜਾਣਾ, ਜਦੋਂ ਉਸਦੇ ਪਿਤਾ ਜੀ ਚਲੇ ਜਾਂਦੇ ਆ, ਕੀ ਜੌਨ ਰਿਲੀਫ ਫੀਲ ਕਰਦਾ? ਰਿਲੀਫ ਦਾ ਮਤਲਬ ਉਹਨੂੰ ਸੁੱਖ ਦਾ ਸਾਹ ਆਇਆ, ਜਾਂ ਉਹ ਗ੍ਰੇਸ ਪ੍ਰਤੀ ਹੋਸਟਾਈਲ ਹੋ ਗਿਆ, ਉਸਦੇ ਪ੍ਰਤੀ ਉਹ ਥੋੜਾ ਜਿਹਾ ਗੁੱਸੇ ਚ ਆ ਗਿਆ। ਹੋਸਟਾਈਲ ਦਾ ਮਤਲਬ ਹੁੰਦਾ ਹੈ ਕ੍ਰੋਧ ਚ ਆਣਾ, ਜਦੋਂ ਤੁਸੀਂ ਫਰੈਂਡ ਨਹੀਂ ਰਹਿੰਦੇ ਕਿਸੇ ਦੇ। ਫਰੈਂਡ ਦਾ ਉਲਟ ਹੁੰਦਾ ਹੈ ਜੀ, ਜਦੋਂ ਤੁਸੀਂ ਕਿਸੇ ਦੇ ਮਿੱਤਰ ਨਹੀਂ ਰਹਿੰਦੇ ਉਸ ਨੂੰ ਕਹਿੰਦੇ ਆ। ਤਾਂ ਕੁਐਸਚਨ ਕੀ ਹੈ, ਫਾਦਰ ਸਾਹਿਬ ਚਲੇ ਗਏ, ਕੀ ਜੌਨ ਥੋੜਾ ਜਿਹਾ ਓਕੇ ਹੋ ਗਿਆ ਜਾਂ ਫਿਰ ਉਹ ਗ੍ਰੇਸ ਦੇ ਨਾਲ ਲੜ ਪਿਆ? ਕੁਐਸਚਨ ਇਹ ਹੈ। ਵਾਈ, ਕਿਉਂ? ਜੇ ਇਹ ਜਿਹਾ ਹੋਇਆ ਤਾਂ ਕਿਉਂ ਹੋਇਆ, ਕੁਐਸਚਨ ਵੀ ਪੁੱਛਿਆ ਗਿਆ। ਪਹਿਲਾਂ ਤਾਂ ਦੇਖੋ ਯੈਸ ਔਰ ਨੋ ਚ ਹੀ ਹੈ, ਫਿਰ ਆਨਸਰ ਵੀ ਪੁੱਛਿਆ ਗਿਆ। ਹਾਊ ਡਸ ਗ੍ਰੇਸ ਰਿਐਕਟ ਟੂ ਦਿਸ? ਜੇਕਰ ਜੌਨ ਗ੍ਰੇਸ ਨਾਲ ਲੜਿਆ ਤਾਂ ਗ੍ਰੇਸ ਨੇ ਇਸ ਪ੍ਰਤੀ ਰਿਐਕਸ਼ਨ ਕਿਵੇਂ ਦਿੱਤਾ? ਹਾਊ, ਕਿਵੇਂ? ਰਿਐਕਟ ਦਾ ਮਤਲਬ ਹੁੰਦਾ ਹੈ ਰਿਐਕਸ਼ਨ ਦੇਣਾ, ਹੈ ਨਾ। ਮੰਨ ਲਓ ਤੁਹਾਨੂੰ ਕੋਈ 4 ਗੱਲਾਂ ਬੋਲਦਾ ਹੈ, ਤੁਸੀਂ ਉਹਨੂੰ ਬਦਲੇ 'ਚ ਕੀ ਬੋਲਦੇ ਹੋ? ਉਹਨੂੰ ਰਿਐਕਟ ਕਰਨਾ ਕਹਿੰਦੇ ਆ। ਤਾਂ ਗ੍ਰੇਸ ਨੇ ਰਿਐਕਟ ਕਿਵੇਂ ਕੀਤਾ? ਡੂ ਯੂ ਥਿੰਕ ਦਿਸ ਰਿਐਕਸ਼ਨ ਇਜ਼ ਜਸਟੀਫਾਈਡ? ਡੂ ਫੇਰ ਲੱਗਿਆ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਗ੍ਰੇਸ ਨੇ ਰਿਐਕਸ਼ਨ ਦਿੱਤਾ ਸੀ, ਆਨਸਰ ਦਿੱਤਾ ਸੀ, ਉਹ ਸਹੀ ਹੈ? ਜੌਨ ਐਕਿਊਜ਼ਸ ਗ੍ਰੇਸ ਆਫ ਸਨੋਬਰੀ। ਜੌਨ ਗ੍ਰੇਸ ਨੂੰ ਦੋਸ਼ ਲਾਂਦਾ ਹੈ, ਜੌਨ ਗ੍ਰੇਸ ਦੇ ਉੱਪਰ ਦੋਸ਼ ਲਾਂਦਾ ਹੈ ਕਿ ਤੂੰ ਸਨੋਬ ਹੈ, ਸਨੋਬਰੀ ਦਾ ਦੋਸ਼ ਲਾਂਦਾ। ਸਨੋਬਰੀ ਦਾ ਮਤਲਬ ਤੁਹਾਨੂੰ ਦੱਸਿਆ ਨਾ, ਘਮੰਡੀ, ਕਿ ਜੌਨ ਗ੍ਰੇਸ ਦੇ ਉੱਪਰ ਘਮੰਡੀ ਹੋਣ ਦਾ ਦੋਸ਼ ਲਾਂਦਾ ਹੈ। ਡੂ ਯੂ ਐਗਰੀ? ਕੀ ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ? ਫਿਰ ਹੂ ਡੂ ਯੂ ਥਿੰਕ ਇਜ਼ ਦਾ ਰੀਅਲ ਸਨੋਬ? ਤੁਹਾਨੂੰ ਕੀ ਲੱਗਦਾ ਹੈ ਕਿ ਰੀਅਲ ਸਨੋਬ ਕੌਣ ਹੈ? ਹੂ ਡੂ ਯੂ ਥਿੰਕ, ਤੁਹਾਨੂੰ ਕੌਣ ਰੀਅਲ ਸਨੋਬ ਲੱਗਦਾ ਹੈ? ਅਸਲੀ ਘਮੰਡ ਕਿਹਦੇ ਚ ਹੈ? ਤੁਹਾਨੂੰ ਕੀ ਲੱਗਦਾ? ਵਾਈ ਡੂ ਯੂ ਥਿੰਕ ਸੋ? ਤੁਸੀਂ ਐਵੇਂ ਕਿਉਂ ਸੋਚਦੇ ਹੋ? ਤਾਂ ਤੁਸੀਂ ਦੇਖੋ ਬੇਟਾ ਕੁਐਸਚਨ ਨਾ ਕਿੰਨੇ ਜ਼ਿਆਦਾ ਇੱਕ ਦੂਜੇ ਨਾਲ ਇੰਟਰਕਨੈਕਟਡ ਨੇ। ਆਨਸਰ ਬੜੇ ਸਿੰਪਲ ਹੈ ਇਹਦੇ। ਆਨਸਰ ਦੇਖੋ ਕਿ ਹੀ ਫੀਲਸ ਹੋਸਟਾਈਲ ਟੁਵਰਡਸ ਗ੍ਰੇਸ ਵੈਨ ਹਿਜ਼ ਫਾਦਰ ਲੀਵਸ। ਕਲੀਅਰ ਹੈ ਕਿ ਜਦੋਂ ਉਸਦੇ ਫਾਦਰ ਚਲੇ ਜਾਂਦੇ ਹੈ ਤਾਂ ਉਹ ਗ੍ਰੇਸ ਨਾਲ ਫਰੈਂਡਲੀ ਨਹੀਂ ਰਹਿੰਦਾ, ਇੱਕ ਤਰ੍ਹਾਂ ਨਾਲ ਲੜੀ ਪੈਂਦਾ ਉਹਦੇ ਨਾਲ। ਫੀਲ ਹੋਸਟਾਈਲ ਦਾ ਮਤਲਬ ਹੁੰਦਾ ਬੇਟਾ ਜਦੋਂ ਤੁਸੀਂ ਕਿਸੇ ਨਾਲ ਲੜ ਪਓ, ਕਿਸੇ ਦੇ ਨਾਲ ਤੁਸੀਂ ਫਰੈਂਡ ਨਹੀਂ ਰਹਿੰਦੇ, ਤਾਂ ਉਸ ਨੂੰ ਕਹਿੰਦੇ ਆ ਹੀ ਫੀਲਸ ਹੋਸਟਾਈਲ ਟੁਵਰਡਸ ਗ੍ਰੇਸ, ਜਦੋਂ ਉਹਦੇ ਫਾਦਰ ਛੱਡ ਕੇ ਚਲੇ ਜਾਂਦੇ ਆ, ਬਿਕੋਜ਼ ਉਹਨੂੰ ਇਹ ਲੱਗਦਾ ਹੈ ਹੀ ਫੀਲਸ ਦੈਟ ਗ੍ਰੇਸ ਇਜ਼ ਰਿਸਪੌਂਸਿਬਲ ਫॉर दैट, ਕਿ ਮੇਰੇ ਪਿਤਾ ਜੀ ਇੱਥੋਂ ਚਲੇ ਗਏ, ਇਹਦੀ ਕਾਰਨ ਕੌਣ ਹੈ? ਗ੍ਰੇਸ। ਗ੍ਰੇਸ ਇਜ਼ ਰਿਸਪੌਂਸਿਬਲ। ਰਿਸਪੌਂਸਿਬਲ ਦਾ ਮਤਲਬ ਹੁੰਦਾ ਜ਼ਿੰਮੇਵਾਰ, ਕਿ ਮੇਰੇ ਪਿਤਾ ਜੀ ਐਵੇਂ ਵਿਚਾਰੇ ਸੈਡ ਹੋ ਕੇ ਚਲੇ ਗਏ, ਮੈਨੂੰ ਬਿਨਾਂ ਮਿਲੇ ਚਲੇ ਗਏ। ਜੇ ਗ੍ਰੇਸ ਮੇਰੇ ਨਾਲ ਨਾ ਹੁੰਦੀ ਤਾਂ ਮੇਰੇ ਫਾਦਰ ਸਾਹਿਬ ਮੇਰੇ ਕੋਲ ਆਉਂਦੇ, ਮੇਰੇ ਨਾਲ ਗੱਲਾਂ ਬਾਤਾਂ ਕਰਦੇ, ਮੈਨੂੰ ਇੰਨਾ ਵਧੀਆ ਲੱਗਦਾ, ਬਟ ਉਹ ਇਹਨੂੰ ਦੇਖ ਕੇ ਚਲੇ ਗਏ। ਤਾਂ ਉਹ ਸਾਰਾ ਗੁੱਸਾ ਗ੍ਰੇਸ ਤੇ ਕੱਢ ਦਿੰਦਾ ਵੀ ਇਹ ਗ੍ਰੇਸ ਮੇਰੇ ਨਾਲ ਸੀ, ਤਾਂ ਸਾਰਾ ਭਾਣਾ ਵਰਤਿਆ। ਗ੍ਰੇਸ ਡਜ਼ ਨੋਟ ਲਾਈਕ ਦਾ ਬੈਡ ਬਿਹੇਵੀਅਰ ਆਫ ਜੌਨ। ਤਾਂ ਉਹਨਾਂ ਨੇ ਕਿਹਾ ਨਾ ਕਿ ਗ੍ਰੇਸ ਨੇ ਰਿਐਕਸ਼ਨ ਕੀ ਦਿੱਤਾ, ਤਾਂ ਗ੍ਰੇਸ ਨੇ ਤਾਂ ਜੌਨ ਦੇ ਬੈਡ ਬਿਹੇਵੀਅਰ ਨੂੰ ਲਾਈਕ ਨਹੀਂ ਕੀਤਾ, ਬੁਰੇ ਵਰਤਾਵ ਨੂੰ। ਦੇਖੋ ਕਿੰਨਾ ਔਖਾ ਬੋਲਿਆ ਸੀਗਾ ਉਹ ਜੌਨ ਉਹਨੂੰ, ਵੀ ਤੂੰ ਸਨੋਬ ਹੈ, ਤੈਨੂੰ ਤਾਂ ਗਰੀਬ ਲੋਕ ਪਸੰਦ ਨਹੀਂ, ਤੂੰ ਤਾਂ ਇੱਥੇ ਆਉਣਾ ਪਸੰਦ ਨਹੀਂ ਕਰਦੀ, ਹਜੇ ਕਈ ਗੱਲਾਂ ਬੋਲੀਆਂ ਸੀਗੀਆਂ ਉਸਨੇ। ਤਾਂ ਗ੍ਰੇਸ ਨੂੰ ਇਹ ਸਾਰਾ ਬੈਡ ਬਿਹੇਵੀਅਰ ਜੌਨ ਦਾ ਵਧੀਆ ਨਹੀਂ ਸੀ ਲੱਗਿਆ, ਬਿਕੋਜ਼ ਸ਼ੀ ਥਿੰਕਸ ਦੈਟ ਸ਼ੀ ਇਜ਼ ਨੋਟ ਰਿਸਪੌਂਸਿਬਲ ਫॉर ਹਿਜ਼ ਐਂਗਰ, ਕਿਉਂਕਿ ਉਸ ਨੂੰ ਇਹ ਲੱਗਦਾ ਸੀ ਗ੍ਰੇਸ ਨੂੰ
ਕਿ ਉਹ ਉਸਦੇ ਗੁੱਸੇ ਦਾ ਕਾਰਨ ਨਹੀਂ ਹੈ। ਸ਼ੀ ਇਜ਼ ਨੋਟ ਰਿਸਪੌਂਸਿਬਲ ਫॉर ਹਿਜ਼ ਐਂਗਰ, ਵੀ ਜੇ ਉਹ ਅੱਜ ਉਹਨੂੰ ਗੁੱਸੇ 'ਚ ਆ ਗਿਆ, ਮੇਰੇ ਨਾਲ ਲੜ ਰਿਹਾ ਹੈ, ਤਾਂ ਮੈਂ ਨਹੀਂ ਹੈਗੀ ਕਾਰਨ ਉਹਦਾ। ਗ੍ਰੇਸ ਇਹ ਕਹਿ ਰਹੀ ਸੀ, ਜਿਹੜਾ ਉਹ ਕਹਿ ਰਹੀ ਸੀ ਉਹਦਾ ਰਿਐਕਸ਼ਨ ਰਾਈਟ ਹੈ, ਹਰ ਰਿਐਕਸ਼ਨ ਇਜ਼ ਰਾਈਟ। ਬਿਲਕੁਲ ਵੀ ਉਹ ਕਾਰਨ ਨਹੀਂ ਸੀਗੀ, ਉਹ ਮਤਲਬ ਉਹ ਬਿਲਕੁਲ ਜ਼ਿੰਮੇਵਾਰ ਨਹੀਂ ਸੀਗੀ ਜੋ ਕੁਝ ਉੱਥੇ ਹੋਇਆ, ਤਾਂ ਹਰ ਰਿਐਕਸ਼ਨ ਇਜ਼ ਰਾਈਟ, ਤਾਂ ਉਹਦਾ ਜਿਹੜਾ ਰਿਐਕਸ਼ਨ ਹੈ ਉਹ ਸਹੀ ਹੈ। ਨੋ ਵੀ ਡੂ ਨੋਟ ਅਗਰੀ ਦੈਟ ਗ੍ਰੇਸ ਇਜ਼ ਅ ਸਨੋਬ, ਤਾਂ ਅਸੀਂ ਅਗਰੀ ਨਹੀਂ ਕਰਦੇ ਕਿ ਗ੍ਰੇਸ ਸਨੋਬ ਹੈ, ਕਿਉਂਕਿ ਗ੍ਰੇਸ ਤਾਂ ਆਮ ਜੀ ਲੜਕੀ ਹੈ, ਉਸ ਨੂੰ ਇਹਨਾਂ ਗੱਲਾਂ ਨਾਲ ਕੋਈ ਨਹੀਂ ਹੈਗਾ। ਇਹ ਸਾਰੀਆਂ ਗੱਲਾਂ ਜੋ ਨਹੀਂ ਸੋਚੀ ਜਾ ਰਿਹਾ ਸੀ ਆਪਣੇ ਮਨ 'ਚ, ਤਾਂ ਅਸੀਂ ਕਹਾਂਗੇ ਕਿ ਗ੍ਰੇਸ ਸਨੋਬ ਨਹੀਂ ਹੈ, ਘਮੰਡੀ ਨਹੀਂ ਹੈ। ਤਾਂ ਫਿਰ ਘਮੰਡੀ ਕੌਣ ਹੈ ਜੀ? ਦਾ ਰੀਅਲ ਸਨੋਬ ਇਜ਼ ਜੌਨ ਹਿਮਸੈਲਫ, ਕਿ ਅਸਲੀ ਸਨੋਬ ਕੌਣ ਹੈ? ਜੌਨ ਖੁਦ ਹੈ ਜੀ। ਇੱਥੇ ਹਿਮਸੈਲਫ ਦਾ ਮਤਲਬ ਖੁਦ, ਬਿਕੋਜ਼ ਹੀ ਇਜ਼ ਅਸ਼ੇਮਡ ਆਫ ਹਿਜ਼ ਪੂਅਰ ਫੈਮਿਲੀ। ਫਿਰ ਐਂਡ 'ਚ ਪੁੱਛਿਆ ਨਾ ਕਿ ਤੁਸੀਂ ਐਵੇਂ ਕਿਉਂ ਸੋਚਦੇ ਹੋ? ਕਿਉਂਕਿ ਉਸ ਨੂੰ ਆਪਣੀ ਪੂਅਰ ਫੈਮਿਲੀ ਦੇ ਹੋਣ ਦਾ ਜਿਹੜਾ ਸ਼ਰਮਿੰਦਾ ਹੈ ਉਹ, ਕਿ ਮੈਂ ਪੂਅਰ ਫੈਮਿਲੀ ਨੂੰ ਬਿਲੋਂਗ ਕਰਦਾ, ਉਹਨੂੰ ਸ਼ਰਮ ਆਉਂਦੀ ਹੈ ਇਸ ਚੀਜ਼, ਉਹ ਇਸ ਨੂੰ ਖੁੱਲ ਕੇ ਨਹੀਂ ਦੱਸਦਾ, ਇਸੇ ਕਰਕੇ ਉਹ ਸਨੋਬ ਹੈ। 8th ਕੁਐਸਚਨ ਹੈ ਜੀ, ਗ੍ਰੇਸ ਸੇਜ਼ ਯੂ ਆਰ ਅ ਵੈਰੀ ਸਟੂਪਿਡ ਪਰਸਨ। ਤਾਂ ਗ੍ਰੇਸ ਕਹਿੰਦੀ ਹੈ ਕਿ ਤੂੰ ਬਹੁਤ ਹੀ ਸਟੂਪਿਡ ਪਰਸਨ ਹੈ। ਆਪਾਂ ਪੜ੍ਹਿਆ ਜਦੋਂ ਉਹਦੇ ਨਾਲ ਲੜ ਪੈਂਦਾ ਤਾਂ ਗ੍ਰੇਸ ਇਹ ਕਹਿੰਦੀ ਹੈ ਨਾ ਕਿ ਯੂ ਆਰ ਅ ਵੈਰੀ ਸਟੂਪਿਡ ਪਰਸਨ। ਵਾਈ ਡਜ਼ ਸ਼ੀ ਸੇ ਦਿਸ? ਉਹਨੇ ਅਜਿਹਾ ਕਿਉਂ ਕਿਹਾ? ਵਾਈ ਦਾ ਮਤਲਬ ਕਿਉਂ। ਡੂ ਯੂ ਥਿੰਕ ਦਿਸ ਇਜ਼ ਆਰ ਫਸਟ ਕੁਅਰਲ ਵਿਦ ਜੌਨ? ਕੀ ਤੁਸੀਂ ਸੋਚਦੇ ਹੋ ਕਿ ਉਸ ਦੀ ਜੌਨ ਨਾਲ ਪਹਿਲੀ ਲੜਾਈ ਹੈ? ਕੁਅਰਲ ਦਾ ਮਤਲਬ ਕੀ ਹੁੰਦਾ ਹੈ ਜੀ? ਝਗੜਾ, ਲੜਾਈ। ਕੀ ਤੁਸੀਂ ਸੋਚਦੇ ਹੋ ਕਿ ਪਹਿਲੀ ਲੜਾਈ ਹੈ ਇਹ? ਵਟ ਡੂ ਯੂ ਥਿੰਕ ਪ੍ਰੋਮਪਟਸ ਜੌਨ ਟੂ ਐਪੋਲੋਜਾਈਜ਼ ਟੂ ਗ੍ਰੇਸ? ਇਸ ਕੁਐਸਚਨ ਸਮਝੋ, ਤੁਸੀਂ ਕੀ ਸੋਚਦੇ ਹੋ ਕਿ ਕਿਹੜੀ ਗੱਲ ਨੇ ਜੌਨ ਨੂੰ ਗ੍ਰੇਸ ਤੋਂ ਮਾਫੀ ਮੰਗਣ ਦੇ ਲਈ ਕਿਹਾ? ਇੱਕਦਮ ਕਿਹਾ। ਪ੍ਰੋਮਪਟ ਦਾ ਮਤਲਬ ਹੁੰਦਾ ਜਿਹੜੀ ਇੱਕਦਮ ਕੋਈ ਚੀਜ਼ ਹੁੰਦੀ ਹੈ ਉਹਨੂੰ ਕਹਿੰਦੇ ਆ। ਇੱਕਦਮ ਉਹਨੇ ਮਾਫੀ ਵੀ ਮੰਗ ਲਈ, ਤਾਂ ਕਿਹੜੀ ਚੀਜ਼ ਦੇ ਕਰਕੇ ਉਸਨੇ ਮਾਫੀ ਮੰਗੀ ਵੀ ਜੌਨ ਨੇ ਗ੍ਰੇਸ ਤੋਂ? ਡੂ ਯੂ ਫੀਲ ਇਟ ਇਜ਼ ਐਨ ਆਇਰਨੀ ਦੈਟ ਅ ਕੋਲ ਸ਼ੁੱਡ ਬ੍ਰਿੰਗ ਦ ਲਵਰਸ ਟੂਗੇਦਰ? ਕੀ ਤੁਸੀਂ ਇਹ ਫੀਲ ਕਰਦੇ ਹੋ? ਫਿਰ ਦੇਖੋ ਡੂ ਦੇ ਵਿੱਚ ਕੁਐਸਚਨ ਸ਼ੁਰੂ ਹੋ ਰਿਹਾ ਹੈ ਕਿ ਤੁਸੀਂ ਫੀਲ ਕਰਦੇ ਹੋ ਕਿ ਇਹ ਇੱਕ ਆਇਰਨੀ ਹੈ। ਵਿਅੰਗ ਨੂੰ ਕਿਹਾ ਜਾਂਦਾ ਹੈ ਜੀ। ਵਿਅੰਗ ਸਮਝਦੇ ਹੋ? ਅਜਿਹੀ ਚੀਜ਼ ਜਿਹਦੇ 'ਚ ਥੋੜਾ ਜਿਹਾ ਹਾਸਾ ਵੀ ਹੋਵੇ ਪਰ ਕੋਈ ਪ੍ਰੇਰਨਾਦਾਇਕ ਗੱਲ ਵੀ ਹੋਵੇ, ਉਹਨੂੰ ਆਪਾਂ ਆਇਰਨੀ ਕਹਿੰਦੇ ਹਾਂ, ਪੰਜਾਬੀ 'ਚ ਉਹਨੂੰ ਵਿਅੰਗ ਕਹਿੰਦੇ ਹਾਂ। ਕੀ ਤੁਸੀਂ ਸੋਚਦੇ ਹੋ ਕਿ ਇਹ ਇੱਕ ਆਇਰਨੀ ਹੈ ਕਿ ਜਦੋਂ ਦੋ ਫਰੈਂਡ ਆਪਸ 'ਚ ਲੜਦੇ ਹੈ ਤਾਂ ਉਹ ਜ਼ਿਆਦਾ ਕਲੋਜ਼ ਆ ਜਾਂਦੇ? ਕੁਐਸਚਨ ਇਹ ਹੈ, ਬੜਾ ਇੰਪੋਰਟੈਂਟ ਕੁਐਸਚਨ ਹੈ, ਦੁਬਾਰਾ ਸਮਝੋ। ਡੂ ਯੂ ਫੀਲ, ਕੀ ਤੁਸੀਂ ਸੋਚਦੇ ਹੋ ਕਿ ਇਹ ਇੱਕ ਆਇਰਨੀ ਹੈ, ਇਹ ਇੱਕ ਵਿਅੰਗ ਹੈ ਕਿ ਜਿਹੜੀ ਇੱਕ ਕੁਅਰਲ ਹੈ ਸ਼ੁੱਡ ਬ੍ਰਿੰਗ ਦਾ ਲਵਰਸ ਟੂਗੇਦਰ, ਦੋ ਫਰੈਂਡਸ ਨੂੰ ਕੋਲੇ ਲੈ ਕੇ ਆਉਂਦੀ ਹੈ। ਕਈ ਵਾਰੀ ਲੜਾਈ ਕਰਕੇ ਪਿਆਰ ਵੱਧ ਜਾਂਦਾ ਹੈ, ਇਹੀ ਪੁੱਛਿਆ ਗਿਆ ਕਿ ਕੀ ਤੁਸੀਂ ਸੋਚਦੇ ਹੋ ਸਹੀ ਗੱਲ ਹੈ? ਡਿਸਕਸ, ਇਸ ਨੂੰ ਡਿਸਕਸ ਕਰੋ। ਤਾਂ ਆਨਸਰ ਹੈ ਜੀ, ਗ੍ਰੇਸ ਸੇਜ਼ ਸੋ ਬਿਕੋਜ਼ ਜੌਨਸ ਬਿਹੇਵੀਅਰ ਇਜ਼ ਨॉट ਰਾਈਟ ਵਿਦ ਹਰ। ਗ੍ਰੇਸ ਇਸ ਕਰਕੇ ਉਸ ਨੂੰ ਸਟੂਪਿਡ ਕਹਿੰਦੀ ਹੈ ਕਿਉਂਕਿ ਜੌਨ ਦਾ ਜਿਹੜਾ ਬਿਹੇਵੀਅਰ ਹੈ ਉਸ ਨਾਲ ਸਹੀ ਨਹੀਂ ਸੀ। ਜੌਨ ਨੇ ਜੋ ਵੀ ਗੱਲਾਂ ਗ੍ਰੇਸ ਨੂੰ ਕਹੀਆਂ ਸੀ ਉਹ ਬਿਲਕੁਲ ਸਹੀ ਨਹੀਂ ਸੀ, ਅਸੀਂ ਵੀ ਮੰਨਦੇ ਹਾਂ। ਗ੍ਰੇਸ ਦਾ ਵਿੱਚ ਕੋਈ ਕਸੂਰ ਨਹੀਂ ਸੀ। ਯੈਸ, ਹਾਂ, ਦਿਸ ਇਜ਼ ਆਰ ਫਰਸਟ ਕੁਅਰਲ ਵਿਦ ਜੌਨ। ਬਿਲਕੁਲ ਜੀ, ਪਹਿਲਾਂ ਕਦੇ ਲੜੇ ਨਹੀਂ ਸੀ, ਉਹ ਬੜਾ ਆਪਸ 'ਚ ਉਹਨਾਂ ਦਾ ਰਿਸ਼ਤਾ ਬਹੁਤ ਅੱਛਾ ਹੈ ਤੇ ਉਹ ਕਦੇ ਨਹੀਂ ਸੀ ਲੜੇ, ਇਹ ਉਹਨਾਂ ਦੀ ਪਹਿਲੀ ਲੜਾਈ ਸੀ। ਕੁਅਰਲ ਦੇ ਸਪੈਲਿੰਗ ਬੇਟਾ ਯਾਦ ਕਰਕੇ ਜ਼ਰੂਰ ਲਿਖ ਲੈਣੇ ਆ। ਜੌਨ ਪ੍ਰੋਂਪਟਲੀ ਰਿਅਲਾਈਜ਼ਸ ਦੈਟ ਹੀ ਹਿਮਸੈਲਫ ਇਜ਼ ਐਟ ਫਾਲਟ। ਜੌਨ ਇੱਕਦਮ, ਪ੍ਰੋਂਪਟਲੀ ਦਾ ਮਤਲਬ ਹੁੰਦਾ ਬੇਟਾ ਇੱਕਦਮ, ਜੌਨ ਇੱਕਦਮ ਹੀ ਰਿਅਲਾਈਜ਼ ਕਰਦਾ ਹੈ, ਮਹਿਸੂਸ ਕਰਦਾ ਹੈ ਕਿ ਉਹ ਖੁਦ ਗਲਤ ਹੈ। ਐਟ ਫਾਲਟ ਇਕੱਠਾ ਆਉਂਦਾ ਬੇਟਾ, ਬੀ ਐਟ ਫਾਲਟ, ਇੱਥੇ ਇਜ਼ ਪਾਇਆ ਹੋਇਆ ਹੈ। ਐਟ ਫਾਲਟ ਦਾ ਮਤਲਬ ਹੁੰਦਾ ਜਦੋਂ ਤੁਸੀਂ ਗਲਤ ਹੁੰਦੇ ਹੋ, ਜਦੋਂ ਕੋਈ ਬੰਦਾ ਗਲਤ ਹੋਵੇ ਆਪਾਂ ਕਹਿੰਦੇ ਹੀ ਇਜ਼ ਐਟ ਫਾਲਟ, ਇਹਨੂੰ ਯਾਦ ਐਂ ਕਰਨਾ। ਤਾਂ ਜੌਨ ਨੂੰ ਲੱਗਦਾ ਹੈ ਕਿ ਮੈਂ ਖੁਦ ਗਲਤ ਹੈ, ਸੋ ਹੀ ਐਪੋਲੋਜਾਈਜ਼ ਟੂ ਗ੍ਰੇਸ ਐਟ ਵੰਸ, ਇਸ ਕਰਕੇ ਉਹ ਗ੍ਰੇਸ ਤੋਂ ਮਾਫੀ ਮੰਗਦਾ ਹੈ। ਐਪੋਲੋਜਾਈਜ਼ ਦਾ ਮਤਲਬ ਹੁੰਦਾ ਬੇਟਾ ਮਾਫੀ ਮੰਗਣਾ, ਐਟ ਵੰਸ ਇੱਕਦਮ, ਉਸੇ ਸਮੇਂ। ਤਾਂ ਉਸੇ ਸਮੇਂ ਉਹ ਗ੍ਰੇਸ ਤੋਂ ਮਾਫੀ ਮੰਗ ਲੈਂਦਾ ਹੈ। ਯੈਸ, ਹਾਂ, ਇਟ ਇਜ਼ ਐਨ ਆਇਰਨੀ ਦੈਟ ਦਿਸ ਕੁਅਰਲ ਬ੍ਰਿੰਗਸ them ਕਲੋਜ਼ਰ ਇੰਸਟੈਡ ਆਫ ਸੈਪਰੇਟਿੰਗ them। ਹਾਂ, ਇਹ ਇੱਕ ਆਇਰਨੀ ਹੈ, ਬਿਲਕੁਲ ਆਇਰਨੀ ਹੈ, ਵਿਅੰਗ ਹੈ ਕਿ ਉਹਨਾਂ ਦੀ ਜਿਹੜੀ ਲੜਾਈ ਹੈ ਉਹ ਦੋਨਾਂ ਨੂੰ ਹੋਰ ਕਲੋਜ਼ ਲਿਆਂਦੀ ਹੈ ਬਜਾਏ ਕਿ ਵੱਖ ਹੋਣ ਦੇ। ਇੰਸਟੈਡ ਆਫ ਦਾ ਮਤਲਬ ਹੁੰਦਾ ਬੇਟਾ ਬਜਾਏ, ਇਹਦੀ ਪੰਜਾਬੀ 'ਚ ਮਤਲਬ ਹੁੰਦਾ ਬਜਾਏ। ਸੈਪਰੇਟ ਦਾ ਮਤਲਬ ਹੁੰਦਾ ਹੈ ਵੱਖ ਹੋਣਾ। ਵੱਖ ਨਹੀਂ ਹੋਏ ਉਹ। ਦੇਖੋ ਆਮ ਤੌਰ ਤੇ ਜਦੋਂ ਦੋ ਫਰੈਂਡ ਲੜਦੇ ਆ ਤਾਂ ਕਹਿੰਦੇ ਨਾ ਦੋਸਤੀ ਟੁੱਟ ਜਾਂਦੀ ਹੈ। ਐਂਡ ਤਾਂ ਇਹ ਹੁੰਦਾ ਕਿ ਦੋਨੇ ਲੜ ਪਏ, ਦੋਨੇ ਵੱਖ ਹੋ ਗਏ, ਲੇਕਿਨ ਐਂਡ ਦੇ ਵਿੱਚ ਕੀ ਹੁੰਦਾ, ਉਹ ਫਿਰ ਹੋਰ ਕਲੋਜ਼ ਆ ਜਾਂਦੇ ਆ। ਈਵਨ ਕਿ ਜੇ ਤੁਹਾਨੂੰ ਯਾਦ ਹੋਵੇ ਗ੍ਰੇਸ ਐਂਡ 'ਚ ਕੀ ਕਹਿੰਦੀ ਹੈ ਕਿ ਸ਼ਾਇਦ ਇਹ ਮੌਸਮ ਦਾ ਹੀ
ਰੀਜ਼ਨ ਹੈ ਵੀ ਮੌਸਮ ਹੀ ਅੱਜ ਬਹੁਤ ਜ਼ਿਆਦਾ ਗਰਮ ਹੈ ਜਿਸ ਕਰਕੇ ਆਪਾਂ ਲੜ ਪਏ। ਜੌਨ ਨੂੰ ਮਾਫ ਕਰ ਦਿੰਦੀ ਹੈ, ਉਹ ਪਲਟ ਕੇ ਜੌਨ ਨੂੰ ਇਹ ਨਹੀਂ ਕਹਿੰਦੀ ਕਿ ਤੂੰ ਗਲਤ ਸੀ ਜਾਂ ਇਹ ਹੈ ਉਹ ਹੈ, ਤੂੰ ਮੇਰੇ ਨਾਲ ਕਿਉਂ ਲੜਿਆ ਹੈ ਨਾ, ਇਹੋ ਜਿਹੀਆਂ ਗੱਲਾਂ ਨਹੀਂ ਕਰਦੀ। ਉਹ ਜਸਟ ਜੌਨ ਨੂੰ ਕਹਿੰਦੀ ਹੈ ਕਿ ਸ਼ਾਇਦ ਅੱਜ ਮੌਸਮ ਹੀ ਬਹੁਤ ਜ਼ਿਆਦਾ ਗਰਮ ਹੈ, ਇਸੇ ਕਰਕੇ ਆਪਣੀ ਲੜਾਈ ਹੋ ਗਈ। ਤਾਂ ਗ੍ਰੇਸ ਉਸ ਨੂੰ ਮਾਫ ਵੀ ਕਰ ਦਿੰਦੀ ਹੈ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਬਜਾਏ ਵੱਖ ਹੋਣ ਦੇ ਉਹ ਇੱਕ ਦੂਜੇ ਦੇ ਹੋਰ ਜ਼ਿਆਦਾ ਕਲੋਜ਼ ਆ ਜਾਂਦੇ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 9th ਕੁਐਸਚਨ ਹੈ ਜੀ ਸਾਡਾ ਕਿ ਡਸ ਜੌਨ ਫੀਲ ਹੈਪੀ ਆਫਟਰ ਗ੍ਰੇਸ ਫॉरगिव्स ਹਿਮ। ਕੀ ਜੌਨ ਨੂੰ ਖੁਸ਼ੀ ਮਹਿਸੂਸ ਹੋਈ? ਡਸ ਦੇਖੋ ਫਿਰ ਹੈਲਪਿੰਗ ਵਰਬ ਨਾਲ ਸਟਾਰਟ ਹੋ ਰਿਹਾ ਹੈ, ਯੈਸ ਔਰ ਨੋ ਚ ਕੁਐਸਚਨ ਫਿਰ ਪੁੱਛਿਆ ਗਿਆ। ਆਲਮੋਸਟ ਪਹਿਲਾ ਕੁਐਸਚਨ ਜਿਹੜਾ ਆ ਰਿਹਾ ਉਹ ਯੈਸ ਔਰ ਨੋ ਵਾਲਾ ਹੀ ਆ ਰਿਹਾ ਹੈ ਕਿ ਕੀ ਜੌਨ ਖੁਸ਼ ਹੁੰਦਾ ਹੈ ਜਦੋਂ ਗ੍ਰੇਸ ਉਸ ਨੂੰ ਮਾਫ ਕਰ ਦਿੰਦੀ ਹੈ। ਫॉरगिव ਦਾ ਮਤਲਬ ਹੁੰਦਾ ਬੇਟਾ ਮਾਫ ਕਰਨਾ। ਬਿਲਕੁਲ ਚੈਪਟਰ ਦੇ ਲਾਸਟ 'ਚ ਜਦੋਂ ਗ੍ਰੇਸ ਜੌਨ ਨੂੰ ਕਹਿੰਦੀ ਹੈ ਕਿ ਸ਼ਾਇਦ ਇਹ ਮੌਸਮ ਦੇ ਕਰਕੇ ਹੀ ਹੈ ਕਿ ਆਪਾਂ ਲੜ ਪਏ। ਵਿਚ ਵਰਡ ਇਨ ਦਾ ਲਾਸਟ ਪੈਰਾਗ੍ਰਾਫ ਟੈਲ ਯੂ ਹੀ ਡਜ਼ ਨਾਟ। ਕਿਹੜਾ ਸ਼ਬਦ ਪਿਛਲੇ ਪੈਰਾਗ੍ਰਾਫ 'ਚ ਸਾਨੂੰ ਦੱਸਦਾ ਹੈ ਟੈਲ ਯੂ ਕਿ ਉਹ ਹੀ ਡਜ਼ ਨਾਟ ਦਾ ਮਤਲਬ ਕਿ ਉਹ ਖੁਸ਼ ਮਹਿਸੂਸ ਨਹੀਂ ਕਰਦਾ। ਸਾਨੂੰ ਪਤਾ ਹੈ ਕਿ ਜਦੋਂ ਗ੍ਰੇਸ ਉਸ ਨੂੰ ਮਾਫ ਵੀ ਕਰ ਦਿੰਦੀ ਹੈ ਤਾਂ ਵੀ ਉਹ ਖੁਸ਼ ਨਹੀਂ ਹੁੰਦਾ। ਤੇ ਇਹੀ ਕੁਐਸਚਨ ਪੁੱਛਿਆ ਗਿਆ ਕਿ ਕਿਹੜਾ ਵਰਡ ਹੈ, ਸਿਰਫ ਇੱਕ ਵਰਡ ਪੁੱਛਿਆ ਗਿਆ, ਵਿਚ ਵਰਡ ਕਿਹੜਾ ਵਰਡ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਖੁਸ਼ ਨਹੀਂ ਸੀ, ਹਾਲਾਂਕਿ ਉਸ ਨੂੰ ਗ੍ਰੇਸ ਨੇ ਮਾਫ ਵੀ ਕਰਤਾ ਸੀ। Who does he feel wretched in spite of his reconciliation with Grace? ਇਹ ਗਲਤ ਲਿਖਿਆ ਹੈ ਜੀ, who ਨਹੀਂ ਆਣਾ ਚਾਹੀਦਾ। ਮੈਂ ਬੁੱਕ 'ਚ ਵੀ ਚੈੱਕ ਕਰਿਆ who ਪਿਆ ਹੋਇਆ, ਇੱਥੇ why ਆਣਾ ਚਾਹੀਦਾ ਬਿਕੋਜ਼ who ਦੇ ਨਾਲ ਕੁਐਸਚਨ ਨਾ ਠੀਕ ਜਿਹਾ ਬਣ ਨਹੀਂ ਰਿਹਾ। Why does he feel wretched? Wretched ਦਾ ਮਤਲਬ ਹੁੰਦਾ ਹੈ ਜਦੋਂ ਬੰਦਾ ਦੁਖੀ ਮਹਿਸੂਸ ਕਰਦਾ ਹੈ, ਜਦੋਂ ਉਹਨੂੰ ਲੱਗਦਾ ਹੈ ਕਿ ਮੈਂ ਗਲਤ ਹਾਂ, ਤਾਂ ਉਹ ਇਸ ਤਰ੍ਹਾਂ ਦਾ ਕਿਉਂ ਫੀਲ ਕਰਦਾ ਹੈ। ਇਨ ਸਪਾਈਟ ਆਫ, ਹਾਲਾਂਕਿ ਹਿਜ਼ ਰੀਕਨਸੀਲੀਏਸ਼ਨ ਵਿਦ ਗ੍ਰੇਸ। ਰੀਕਨਸੀਲੀਏਸ਼ਨ ਦਾ ਮਤਲਬ ਹੁੰਦਾ ਬੇਟਾ ਸਮਝੌਤਾ, ਉਸਦਾ ਗ੍ਰੇਸ ਨਾਲ ਸਮਝੌਤਾ ਹੋ ਜਾਂਦਾ ਹੈ, ਮਤਲਬ ਉਹਨਾਂ ਦੀ ਲੜਾਈ ਖਤਮ ਹੋ ਜਾਂਦੀ ਹੈ, ਫਿਰ ਵੀ ਉਹ ਆਪਣੇ ਆਪ ਨੂੰ ਰੈਚਡ ਫੀਲ ਕਰਦਾ ਹੈ। ਵਾਈ? ਤਾਂ ਇਹ ਕੁਐਸਚਨ ਹੈ ਵਾਈ ਆਣਾ ਚਾਹੀਦਾ ਸੀ, ਇੱਥੇ ਹੂ ਨਹੀਂ ਸੀ ਆਣਾ ਚਾਹੀਦਾ। ਤਾਂ ਕਈ ਵਾਰੀ ਬੁੱਕ ਦੇ ਵਿੱਚ ਵੀ ਬੇਟਾ ਗਲਤੀ ਹੋ ਸਕਦੀ ਹੈ, ਤਾਂ ਇੱਥੇ ਵਾਈ ਆਣਾ ਚਾਹੀਦਾ, ਹੂ ਨਹੀਂ ਆਣਾ ਚਾਹੀਦਾ। Did you like John at the beginning of the story? ਫਿਰ ਦੇਖੋ did ਨਾਲ ਕੁਐਸਚਨ ਸਟਾਰਟ ਹੋ ਰਿਹਾ ਹੈ, yes or no ਚ ਹੈ, ਇਟਸ ਅ ਹੈਲਪਿੰਗ ਵਰਬ। ਕੀ ਤੁਸੀਂ ਜੌਨ ਨੂੰ ਸਟੋਰੀ ਦੇ ਸ਼ੁਰੂ ਚ ਪਸੰਦ ਕਰਦੇ ਹੋ? Did you like John? ਕੀ ਤੁਸੀਂ ਜੌਨ ਨੂੰ ਪਸੰਦ ਕਰਦੇ ਹੋ at the beginning of the story, ਸਟੋਰੀ ਦੇ ਸ਼ੁਰੂ ਚ? ਇੱਕ ਹੋਰ ਕੁਐਸਚਨ ਹੈ ਕਿ have you changed your mind about him at the end of it? ਫਿਰ have ਨਾਲ ਸਟਾਰਟ ਹੋ ਰਿਹਾ ਹੈਲਪਿੰਗ ਵਰਬ ਨਾਲ, yes or no? ਕੀ ਤੁਸੀਂ ਆਪਣਾ ਮਾਈਂਡ ਚੇਂਜ ਕਰ ਲਿਆ ਉਹਦੇ ਬਾਰੇ, ਅਬਾਊਟ ਹਿਮ। ਹਿਮ ਦਾ ਮਤਲਬ ਇੱਥੇ ਕੌਣ ਹੈ ਜੀ? ਜੌਨ। ਜੌਨ ਬਾਰੇ ਤੁਸੀਂ ਆਪਣਾ ਮਾਈਂਡ ਚੇਂਜ ਕਰ ਲਿਆ ਐਟ ਦਾ ਐਂਡ ਆਫ ਇਟ, ਸਟੋਰੀ ਦੇ ਐਂਡ ਤੇ। ਦੋ ਕੁਐਸਚਨ ਪੁੱਛੇ ਗਏ ਨੇ। ਪਹਿਲਾ ਇਹ ਹੈ ਕਿ ਕੀ ਤੁਸੀਂ ਸਟੋਰੀ ਦੇ ਸ਼ੁਰੂ ਚ ਜੌਨ ਨੂੰ ਪਸੰਦ ਕਰਦੇ ਹੋ? ਕੀ ਫਿਰ ਤੁਸੀਂ ਐਂਡ ਚ ਆਪਣਾ ਮਾਈਂਡ ਬਦਲ ਲਿਆ? ਕੀ ਤੁਸੀਂ ਮਤਲਬ ਉਹਨੂੰ ਪਸੰਦ ਕਰਨ ਲੱਗ ਗਏ? ਵਾਈ? ਕਿਉਂ? ਤਾਂ ਪੂਰੇ ਕੁਐਸਚਨ ਦੇ ਵਿੱਚ ਤੁਸੀਂ ਦੇਖੋ 3 ਕੁਐਸਚਨ ਤਾਂ ਯੈਸ ਔਰ ਨੋ ਵਾਲੇ ਹੈ। ਪਹਿਲਾ ਕੁਐਸਚਨ ਡਜ਼ ਵਾਲਾ ਕਿ ਕੀ ਜੌਨ ਨੇ ਆਪਣੇ ਆਪ ਨੂੰ ਖੁਸ਼ ਮਹਿਸੂਸ ਕੀਤਾ ਗ੍ਰੇਸ ਦੇ ਮਾਫੀ ਤੋਂ ਬਾਅਦ। ਫਿਰ ਦੂਜਾ ਕੁਐਸਚਨ ਡਿਡ ਯੂ ਲਾਈਕ ਕਿ ਜੌਨ ਨੂੰ ਤੁਸੀਂ ਸ਼ੁਰੂ ਚ ਪਸੰਦ ਕਰਦੇ ਹੋ। ਫਿਰ ਕੀ ਤੁਸੀਂ ਐਂਡ ਚ ਜੌਨ ਨੂੰ ਪਸੰਦ ਕਰਦੇ ਹੋ? ਤਾਂ 3 ਕੁਐਸਚਨ ਤਾਂ ਯੈਸ ਨੋ ਵਾਲੇ ਹੈ। ਇੱਕ ਕੁਐਸਚਨ ਜਿਹੜਾ ਹੈ ਸਿੰਪਲ ਇੱਕ ਵਰਡ ਪੁੱਛਿਆ, ਸਿੰਪਲ ਕਾਰਨ ਪੁੱਛਿਆ ਗਿਆ ਹੈ। 2 ਕੁਐਸਚਨਾਂ ਚ ਕਾਰਨ ਪੁੱਛਿਆ ਗਿਆ ਕਿ ਉਹ ਆਪਣੇ ਆਪ ਨੂੰ ਰੈਚਡ ਕਿਉਂ ਫੀਲ ਕਰਦਾ ਹੈ ਤੇ ਤੁਸੀਂ ਸਟੋਰੀ ਦੇ ਐਂਡ ਤੇ ਤੁਸੀਂ ਉਸ ਨੂੰ ਪਸੰਦ ਕਿਉਂ ਕਰਦੇ।
ਤਾਂ ਪਹਿਲੇ ਕੁਐਸਚਨ ਦਾ ਆਨਸਰ ਹੈ ਜੀ नो, जॉन डज नॉट फील हैप्पी आफ्टर ग्रेस फॉरगिव्स हिम, कि नहीं जॉन हैप्पी फील नहीं करता, डज नॉट फील हैप्पी खुश नहीं ਹੁੰਦਾ ਜਦੋਂ ਗ੍ਰੇਸ ਉਸ ਨੂੰ ਮਾਫ ਕਰ ਦਿੰਦੀ ਹੈ। ਗ੍ਰੇਸ ਦੇ ਉਸ ਨੂੰ ਮਾਫ ਕਰਨ ਤੋਂ ਬਾਅਦ, ਆਫਟਰ ਦਾ ਮਤਲਬ ਹੁੰਦਾ ਬਾਅਦ, ਗ੍ਰੇਸ ਦੇ ਉਸ ਨੂੰ ਮਾਫ ਕਰਨ ਤੋਂ ਬਾਅਦ ਜੌਨ ਹੈਪੀ ਫੀਲ ਨਹੀਂ ਕਰਦਾ। ਕਿਉਂ ਨਹੀਂ ਫੀਲ ਕਰਦਾ? ਕਿਸ ਵਰਡ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਹੈਪੀ ਫੀਲ ਨਹੀਂ ਕਰਦਾ? ਤਾਂ ਉਹ ਵਰਡ ਆਇਆ ਸੀ ਬੇਟਾ ਪੂਰੇ ਪੈਰੇ ਦੇ ਵਿੱਚ ਆਇਆ ਸੀ, ਮਿਜ਼ਰੇਬਲੀ। ਮਿਜ਼ਰੇਬਲੀ ਸ਼ਬਦ ਆਇਆ ਸੀ, ਹੁਣ ਤੁਹਾਨੂੰ ਇਹ ਯਾਦ ਕਰਨਾ ਪਊਗਾ ਸ਼ਬਦ। ਮਿਜ਼ਰੇਬਲੀ ਜਿਹੜਾ ਸ਼ਬਦ ਹੈ ਬੇਟਾ ਇਹ ਮਾਈਜ਼ਰ ਤੋਂ ਬਣਿਆ ਹੈ, MISER। ਮਾਈਜ਼ਰ ਦਾ ਮਤਲਬ ਹੁੰਦਾ ਹੈ ਜਿਹੜਾ ਬੰਦਾ ਦੁਖੀ ਹੋ ਜਾਂਦਾ ਹੈ ਬਹੁਤ ਜ਼ਿਆਦਾ, ਤੇ ਮਾਈਜ਼ਰ ਤੋਂ ਮਿਜ਼ਰੇਬਲ ਬਣਦਾ ਹੈ ਤੇ ਈ ਕੱਟ ਕੇ ਫਿਰ ਮਿਜ਼ਰੇਬਲੀ ਬਣ ਜਾਂਦੀ ਹੈ, ਐਡਵਰਬ ਬਣ ਜਾਂਦੀ ਹੈ। ਤਾਂ ਉਹ ਬੜਾ ਦੁਖੀ ਜਿਹਾ ਮਹਿਸੂਸ ਕਰਦਾ ਹੈ, ਤੇ ਸਾਨੂੰ ਇਹ ਕਿੱਥੋਂ ਪਤਾ ਲੱਗਦਾ ਹੈ? ਕਿਹੜਾ ਵਰਡ ਸਾਨੂੰ ਦੱਸਦਾ ਹੈ? ਮਿਜ਼ਰੇਬਲੀ। ਸਿੰਪਲ ਸਾਨੂੰ ਵਰਡ ਦਾ ਦੱਸਣਾ ਜੋ ਚੈਪਟਰ 'ਚ ਆਇਆ ਹੈ, ਮਿਜ਼ਰੇਬਲੀ ਵਰਡ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਹ ਦੁਖੀ ਹੈ। He feels wretched because he feels that Grace is not a snob। ਹੁਣ ਉਹ ਦੁਖੀ ਇਸ ਕਰਕੇ ਮਹਿਸੂਸ ਕਰਦਾ ਹੈ, ਮਿਜ਼ਰੇਬਲ ਉਹ ਇਸ ਕਰਕੇ ਹੈ ਕਿਉਂਕਿ ਉਸ ਨੂੰ ਪਤਾ ਲੱਗਦਾ ਹੈ, ਉਹਨੂੰ ਮਹਿਸੂਸ ਹੁੰਦਾ ਹੈ ਕਿ ਗ੍ਰੇਸ ਸਨੋਬ ਨਹੀਂ ਹੈ। ਉਹ ਆਪਣੇ ਆਪ ਨੂੰ ਕਹਿ ਰਿਹਾ ਸੀਗਾ ਕਿ ਗ੍ਰੇਸ ਸਨੋਬ ਹੈ, ਉਹ ਇਹ ਕਹਿ ਰਿਹਾ ਸੀ ਕਿ ਗ੍ਰੇਸ ਸਨੋਬ ਹੈ, ਘਮੰਡੀ ਹੈ, ਲੇਕਿਨ ਗ੍ਰੇਸ ਨਹੀਂ ਸੀ ਘਮੰਡੀ। ਉਹਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਕਿਉਂਕਿ ਉਸਨੇ ਉਸ ਨੂੰ ਮਾਫ ਕਰਤਾ। ਜੇ ਗ੍ਰੇਸ ਸਨੋਬ ਹੁੰਦੀ ਫਿਰ ਉਹਨੂੰ ਮਾਫ ਨਾ ਕਰਦੀ, ਤਾਂ ਗ੍ਰੇਸ ਤਾਂ ਵਿਚਾਰੀ ਬੜੀ ਸਾਊ ਜੀ ਕੁੜੀ ਆ, ਉਹਨੇ ਉਹਨੂੰ ਮਾਫ ਵੀ ਕਰਤਾ। ਇੱਥੋਂ ਪਤਾ ਲੱਗਦਾ ਹੈ ਕਿ ਉਹ ਗਲਤ ਸੀਗਾ, ਇਸ ਕਰਕੇ ਉਹ ਦੁਖੀ ਹੋ ਗਿਆ ਵੀ ਮੈਂ ਤਾਂ ਉਹੀ ਇਸ ਨੂੰ ਮਾੜਾ ਮਾੜਾ ਕਹੀ ਗਿਆ। ਜਦੋਂ ਤੁਸੀਂ ਬੇਟਾ ਫੀਲ ਕਰਦੇ ਹੋ ਕਿ ਤੁਸੀਂ ਆਪਣੇ ਫਰੈਂਡ ਨਾਲ ਗਲਤ ਕੀਤਾ ਹੈ ਤਾਂ ਫਿਰ ਤੁਸੀਂ ਦੁਖੀ ਹੋਵੋਗੇ, ਚਾਹੇ ਉਹ ਤੁਹਾਨੂੰ ਫਰੈਂਡ ਤੁਹਾਡਾ ਮਾਫ ਕਰ ਦੇਵੇ। ਆਹੀ ਗੱਲ ਹੋਈ ਨਾ, ਦੋ ਸਹੇਲੀਆਂ ਲੜ ਪਈਆਂ ਆਪਸ 'ਚ, ਇੱਕ ਸਹੇਲੀ ਲੜ ਪਈ ਦੂਜੀ ਨਾਲ ਕੁਝ ਸੋਚ ਕੇ ਕਿ ਮੇਰੇ ਬਾਰੇ ਐ ਹੈ, ਇਹ ਹੈ ਉਹ ਹੈ। ਬਾਅਦ 'ਚ ਪਤਾ ਲੱਗਿਆ ਕਿ ਨਹੀਂ ਹੈ ਜੀ ਤਾਂ ਕੋਈ ਗੱਲ ਨਹੀਂ ਸੀ, ਤੇ ਜਿਹੜੀ ਪਹਿਲੀ ਲੜੀ ਸੀ ਉਹਨੂੰ ਫਿਰ ਦੁੱਖ ਤਾਂ ਲੱਗਦਾ ਹੀ ਕਿ ਮੈਂ ਤਾਂ ਉਹੀ ਲੜ ਪਈ, ਇਹ ਜੀ ਤਾਂ ਕੋਈ ਗੱਲ ਹੀ ਨਹੀਂ। ਸੇਮ ਹੀ ਗੱਲ ਜੌਨ ਨਾਲ ਹੋਈ। नो वी डू नॉट लाइक जॉन एट द बिगिनिंग ऑफ द चैप्टर। बिल्कुल क्वेश्चन सानू पूछा गया कि शुरू च असीं जॉन नूं पसंद नहीं करते क्योंकि जॉन कुछ ਇਹੋ ਜਿਹੀਆਂ ਗੱਲਾਂ ਕਰਦਾ ਹੈ ਆਪਣੇ ਫਾਦਰ ਦੇ ਨਾਲ, ਗ੍ਰੇਸ ਦੇ ਨਾਲ, ਕਿ ਅਸੀਂ ਉਸ ਨੂੰ ਪਸੰਦ ਨਹੀਂ ਕਰਦੇ। ਬੇਮਤਲਬ ਤੋਂ ਉਹ ਫਾਦਰ ਬਾਰੇ ਗਲਤ ਸੋਚਦਾ ਰਿਹਾ, ਬੇਮਤਲਬ ਤੋਂ ਉਹ ਗ੍ਰੇਸ ਨਾਲ ਲੜਿਆ, ਹਾਲਾਂਕਿ ਸਾਰਾ ਕਸੂਰ ਉਹਦਾ ਆਪਣਾ ਸੀ। ਇਸ ਕਰਕੇ ਸ਼ੁਰੂ ਚ ਅਸੀਂ ਉਸ ਨੂੰ ਪਸੰਦ ਨਹੀਂ ਕਰਦੇ। ਬਟ ਵੀ ਚੇਂਜ ਆਵਰ ਮਾਈਂਡ ਟੁਵਰਡਸ ਹਿਮ ਐਟ ਦ ਐਂਡ ਆਫ ਦ ਚੈਪਟਰ। परंतु ਅਸੀਂ ਉਸ ਦੇ ਪ੍ਰਤੀ ਆਪਣਾ ਮਨ ਬਦਲ ਲੈਂਦੇ ਹਾਂ। ਟੁਵਰਡਸ ਦਾ ਮਤਲਬ ਹੁੰਦਾ ਹੈ ਵੱਲ, ਪ੍ਰਤੀ। ਅਸੀਂ ਉਸ ਪ੍ਰਤੀ ਆਪਣਾ ਮਨ ਬਦਲ ਲੈਂਦੇ ਹਾਂ ਐਟ ਦ ਐਂਡ ਆਫ ਦ ਚੈਪਟਰ, ਚੈਪਟਰ ਦੇ ਐਂਡ ਤੇ। ਹੁਣ ਵਾਈ ਵੀ ਪੁੱਛਿਆ ਹੋਇਆ ਤਾਂ ਅਸੀਂ ਆਨਸਰ ਦਵਾਂਗੇ ਬਿਕੋਜ਼ ਆਫ ਹਿਸ ਰਿਅਲਾਈਜੇਸ਼ਨ ਅਬਾਊਟ ਹਿਮਸੈਲਫ। ਕਿਉਂਕਿ ਉਹ ਉਸ ਨੂੰ ਆਪਣੇ ਪ੍ਰਤੀ ਰਿਅਲਾਈਜ਼ ਹੁੰਦਾ ਹੈ, ਉਹ ਆਪਣੀ ਗਲਤੀ ਮਹਿਸੂਸ ਕਰ। ਬਿਕੋਜ਼ ਆਫ ਹਿਸ ਰਿਅਲਾਈਜੇਸ਼ਨ। ਨਾਓ ਰਿਅਲਾਈਜੇਸ਼ਨ ਸ਼ਬਦ ਬੇਟਾ ਰਿਅਲਾਈਜ਼ ਤੋਂ ਬਣਿਆ, REALIZE। रियलाइज का मतलब होता है गलती महसूस करना। रियलाइज इज अ वर्ब, रियलाइजेशन इज अ नाउन। उसनों अपनी गलती महसूस होती है, हिज रियलाइजेशन अबाउट हिमसेल्फ, कि मैं गलत सीगा। स्नॉब ग्रेस नहीं है, स्नॉब मैं खुद है। जो बंदा बेटा गलती महसूस करता है ਇਹਦਾ मतलब वो इंसान दिलों तो चंगा है, क्योंकि ਜਿਹੜਾ बंदा गलतियों महसूस नहीं करता तो ਉੱਥੋਂ ਸਾਨੂੰ पता लगता है कि बंदा भी ठीक नहीं है, ये नेचर वाइज ठीक नहीं है। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜੌਨ ਦਿਲੋਂ ਤਾਂ ਚੰਗਾ ਬੰਦਾ ਹੈ। ਦੇਖੋ ਆਪਣੇ ਫਾਦਰ ਸਾਹਿਬ ਨਾਲ ਬਹੁਤ ਜੁੜਿਆ ਹੋਇਆ। ਜਦੋਂ ਫਾਦਰ ਸਾਹਿਬ ਉਸਦੇ ਚਲੇ ਜਾਂਦੇ ਆ ਦੁਖੀ ਹੋ ਕੇ, ਤਾਂ ਉਹ ਦੁਖੀ ਹੋ ਜਾਂਦਾ ਵੀ ਮੇਰੇ ਫਾਦਰ ਸਾਹਿਬ ਐਵੇਂ ਕਿਉਂ ਚਲੇ ਗਏ। ਫਿਰ ਉਹ ਸਾਰਾ ਕਸੂਰ ਗ੍ਰੇਸ ਦਾ ਕੱਢਦਾ ਕਿ ਜੇ ਗ੍ਰੇਸ ਨਾ ਹੁੰਦੀ ਤਾਂ ਫਾਦਰ ਸਾਹਿਬ ਮੇਰੇ ਐਵੇਂ ਨਾ ਜਾਂਦੇ। ਤਾਂ ਕਿਸੇ ਪਾਸੇ ਆਪਣੇ ਮਾਂ-ਬਾਪ ਨਾਲ ਵੀ ਜੁੜਿਆ ਹੋਇਆ। ਫਿਰ ਜਦੋਂ ਗ੍ਰੇਸ ਉਹਦੇ ਨਾਲ ਲੜ ਪੈਂਦੀ, ਉਹਨੂੰ ਲੱਗਦਾ ਕਿ ਨਹੀਂ ਹੁਣ ਗ੍ਰੇਸ ਲੜ ਪਈ ਮੇਰੇ ਨਾਲ, ਮੈਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ, ਗੱਲ ਵਧਾਣੀ ਨਹੀਂ ਚਾਹੀਦੀ। ਉਹ ਫਿਰ ਗ੍ਰੇਸ ਤੋਂ ਸੌਰੀ ਫੀਲ ਕਰ ਲੈਂਦਾ। ਇਹਨਾਂ ਦੋ ਗੱਲਾਂ ਨਾਲ, ਇੱਕ ਤਾਂ ਫਾਦਰ ਸਾਹਿਬ ਜਦ ਜਾਂਦੇ ਆ ਉਹ ਖੁਦ ਦੁਖੀ ਹੁੰਦਾ, ਦੂਸਰਾ ਜਦੋਂ ਗ੍ਰੇਸ ਉਹਦੇ ਨਾਲ ਲੜ ਪਈ ਹੈ ਤੇ ਜਾਨ ਲੱਗਦੀ, ਉਹਨੂੰ ਜਾਨ ਨਹੀਂ ਦਿੰਦਾ, ਮਾਫੀ ਮੰਗ ਲੈਂਦਾ। ਤਾਂ ਸਾਡਾ ਫਿਰ ਜਿਹੜਾ ਵਤੀਰਾ ਹੈ, ਸਾਡਾ ਜਿਹੜਾ ਐਟੀਟਿਊਡ ਹੈ, ਮਾਈਂਡ ਹੈ, ਉਸ ਪ੍ਰਤੀ ਬਦਲ ਜਾਂਦਾ ਹੈ ਕਿ ਬੇਸਿਕਲੀ ਇਜ਼ ਅ ਗੁੱਡ ਹਿਊਮਨ ਬੀਇੰਗ, ਉਹ ਚੰਗਾ ਇਨਸਾਨ ਹੈ। ਚਲੋ ਠੀਕ ਹੈ, ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਤੇ ਉਸ ਤੋਂ ਗਲਤੀ ਹੋਈ ਤੇ ਬਾਅਦ ਚ ਉਹਨੇ ਗਲਤੀ ਮੰਨ ਲਈ, ਤਾਂ ਉਸ ਦੀ ਰਿਅਲਾਈਜੇਸ਼ਨ ਕਰਕੇ ਅਸੀਂ ਉਸ ਨੂੰ ਚੈਪਟਰ ਦੇ ਐਂਡ ਤੇ ਪਸੰਦ ਕਰਦੇ। ਦੋ ਕੁਐਸਚਨ ਬੇਟਾ ਮੈਂ ਹੋਰ ਲਿਖਾਏ ਜੋ ਮੈਨੂੰ ਲੱਗਦਾ ਹੈ ਕਿ ਇਹ ਚੈਪਟਰ ਦੇ ਇੰਪੋਰਟੈਂਟ ਕੁਐਸਚਨ ਹੈ, ਪੇਪਰ ਚ ਆ ਸਕਦੇ ਹੈ। ਤੇ ਵੈਸੇ ਆਪਣੇ ਜਿਹੜੇ ਟੈਕਸਟ ਬੁੱਕ ਵਾਲੇ ਕੁਐਸਚਨ ਹੈ ਉਹ 9 ਹੀ ਆ, ਆਪਾਂ ਕਵਰ ਕਰ ਲਏ। 10ਵਾਂ ਕੁਐਸਚਨ ਹੈ ਜੀ ਕਿ ਵਾਟ ਓਪੀਨੀਅਨ ਡੂ ਯੂ ਫਾਰਮ ਆਫ ਜੌਨ ਇਨ ਦਾ ਸਟੋਰੀ ਐਂਡ ਵਾਈ। ਓਪੀਨੀਅਨ ਦਾ ਮਤਲਬ ਹੁੰਦਾ ਬੇਟਾ ਵਿਚਾਰ, ਫਾਰਮ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਬਣਾਉਣੀ, ਤਿਆਰ ਕਰਨੀ। ਤੁਸੀਂ ਜੌਨ ਦੇ ਬਾਰੇ ਆਪਣਾ ਕਿਹੜਾ ਵਿਚਾਰ ਬਣਾਉਂਦੇ ਹੋ ਇਸ ਸਟੋਰੀ ਦੇ ਵਿੱਚ ਅਤੇ ਕਿਉਂ। ਮਤਲਬ ਕਿ ਕੁਐਸਚਨ ਜੌਨ ਬਾਰੇ ਪੁੱਛਿਆ ਗਿਆ ਕਿ ਜੌਨ ਪ੍ਰਤੀ ਤੁਹਾਡਾ ਕੀ ਵਿਚਾਰ ਹੈ।
ਤੇ ਉਹ ਵਿਚਾਰ ਤੁਹਾਡਾ ਕਿਉਂ ਹੈ। ਤਾਂ ਆਨਸਰ ਅਸੀਂ ਲਿਖਾਂਗੇ ਜੀ ਕਿ ਜੌਨ ਇਜ਼ ਅ ਰੀਅਲ ਸਨੋਬ, ਕਿ ਜੌਨ ਅਸਲ ਮਾਇਨੇ 'ਚ ਸਨੋਬ ਹੈ ਇਸ ਸਟੋਰੀ ਦਾ, ਘਮੰਡੀ ਇਨਸਾਨ ਹੈ। ਹੀ ਇਜ਼ ਵੈਰੀ ਅਟੈਚਡ ਟੂ ਹਿਜ਼ ਫੈਮਿਲੀ ਐਂਡ ਹੀ ਇਕੁਅਲੀ ਲਵਸ ਗ੍ਰੇਸ। ਉਹ ਆਪਣੀ ਫੈਮਿਲੀ ਦੇ ਪ੍ਰਤੀ ਬੜਾ ਹੀ ਅਟੈਚਡ ਹੈ, ਜੁੜਿਆ ਹੋਇਆ। ਇਹ ਤਾਂ ਸਾਨੂੰ ਪਤਾ ਬੇਟਾ, ਦੇਖੋ ਰੋਜ਼ ਜਦੋਂ ਆਉਂਦਾ ਆਪਣੀ ਯੂਨੀਵਰਸਿਟੀ ਤੋਂ ਵਾਪਸ ਤਾਂ ਆਪਣੀ ਮਾਂ-ਬਾਪ ਕੋਲ ਜਾਂਦਾ, ਸਿੱਧਾ ਕੋਈ ਕੰਮ ਨਹੀਂ ਕਰਦਾ, ਖਾਣਾ ਵੀ ਨਹੀਂ ਖਾਂਦਾ, ਸਿੱਧਾ ਆਪਣੇ ਮਾਂ-ਬਾਪ ਦੇ ਬੈਡਰੂਮ ਜਾਂਦਾ, ਫਿਰ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਹੈ, ਉਹਨਾਂ ਨੂੰ ਸਾਰੀ ਗੱਲਬਾਤ ਸੁਣਾਉਂਦਾ ਹੈ। ਡਿਪਾਰਟਮੈਂਟ ਸਟੋਰ ਦੇ ਵਿੱਚ ਜਦੋਂ ਫਾਦਰ ਸਾਹਿਬ ਜਾਂਦੇ ਆ ਉਹਨੂੰ ਦੇਖ ਕੇ ਤਾਂ ਉਹ ਦੁਖੀ ਹੋ ਜਾਂਦਾ। ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਮਾਂ-ਬਾਪ ਨਾਲ ਤਾਂ ਬਹੁਤ ਜ਼ਿਆਦਾ ਜੁੜਿਆ ਹੋਇਆ, ਤਾਂ ਵੈਰੀ ਅਟੈਚਡ ਟੂ ਹਿਸ ਫੈਮਿਲੀ ਐਂਡ ਹੀ ਇਕੁਅਲੀ ਲਵਸ ਗ੍ਰੇਸ, ਅਤੇ ਗ੍ਰੇਸ ਨੂੰ ਵੀ ਪਸੰਦ ਕਰਦਾ। ਉਹਨੂੰ ਹਮੇਸ਼ਾ ਲੱਗਿਆ ਰਹਿੰਦਾ ਕਿ ਗ੍ਰੇਸ ਦੀ ਫਰੈਂਡਸ਼ਿਪ ਮੇਰੇ ਨਾਲੋਂ ਖੋ ਨਾ ਜਾਵੇ। ਤਾਂ ਇਹਦਾ ਪਤਾ ਲੱਗਦਾ ਹੈ ਕਿ ਉਹਨੂੰ ਗ੍ਰੇਸ ਵੀ ਬਹੁਤ ਪਸੰਦ ਹੈ। ਬਟ ਹੀ ਇਜ਼ ਅਸ਼ੇਮਡ ਆਫ ਹਿਜ਼ ਪੂਅਰ ਫੈਮਿਲੀ, ਪਰੰਤੂ ਗੱਲ ਕੀ ਹੈ ਕਿ ਉਸਨੂੰ ਆਪਣੇ ਗਰੀਬ ਹੋਣ ਦਾ ਬੜਾ ਦੁੱਖ ਹੈ, ਸ਼ਰਮ ਹੈ। ਅਸ਼ੇਮ ਆਫ ਦਾ ਮਤਲਬ ਹੁੰਦਾ ਬੇਟਾ, ਅਸ਼ੇਮ ਦੇ ਨਾਲ ਹਮੇਸ਼ਾ ਆਫ ਪ੍ਰੈਪੋਜੀਸ਼ਨ ਆਉਂਦੀ ਹੈ, ਇਹਦਾ ਮਤਲਬ ਹੁੰਦਾ ਸ਼ਰਮਿੰਦਾ ਹੋਣਾ। ਤਾਂ ਉਹਨੂੰ ਆਪਣੀ ਪੂਅਰ ਫੈਮਿਲੀ ਦੇ ਪ੍ਰਤੀ ਉਹ ਬੜਾ ਸ਼ਰਮਿੰਦਾ ਹੁੰਦਾ ਹੈ ਕਿ ਮੈਂ ਬੜਾ ਪੂਅਰ ਹੈ, ਤੇ ਉਹਨੂੰ ਇਹ ਵੀ ਲੱਗਦਾ ਹੈ ਕਿ ਗ੍ਰੇਸ ਬੜੀ ਅਮੀਰ ਹੈ। ਹੀ ਡਜ਼ ਨਾਟ ਵਾਂਟ ਗ੍ਰੇਸ ਟੂ ਮੀਟ ਹਿਜ਼ ਪੂਅਰ ਫਾਦਰ, ਉਹ ਨਹੀਂ ਚਾਹੁੰਦਾ ਕਿ ਗ੍ਰੇਸ ਉਸਦੇ ਪੂਅਰ ਫਾਦਰ ਨੂੰ ਮਿਲੇ। ਡਿਪਾਰਟਮੈਂਟ ਸਟੋਰ 'ਚ ਹੀ ਹੁੰਦਾ ਹੈ, ਜਦੋਂ ਫਾਦਰ ਸਾਹਿਬ ਨੂੰ ਦੇਖਦਾ ਹੈ ਉਹ ਬਿਲਕੁਲ ਨਹੀਂ ਚਾਹੁੰਦਾ ਕਿ ਗ੍ਰੇਸ ਫਾਦਰ ਸਾਹਿਬ ਨੂੰ ਦੇਖੇ। ਇਟ ਸ਼ੋਜ਼ ਹਿਜ਼ ਸਨੋਬਰੀ, ਇੱਥੋਂ ਉਸਦੀ ਸਨੋਬਰੀ ਦਾ ਪਤਾ ਲੱਗਦਾ ਹੈ। ਸਨੋਬ ਤੋਂ ਹੀ ਬੇਟਾ ਸਨੋਬਰੀ ਸ਼ਬਦ ਬਣਦਾ ਹੈ। ਸਨੋਬ ਇਜ਼ ਐਨ ਐਡਜੈਕਟਿਵ ਔਰ ਨਾउन, ਸਨੋਬਰੀ ਇਜ਼ ਅ ਨਾउन, ਪ੍ਰੋਪਰ ਨਾउन ਹੈ ਇਹ। ਤਾਂ ਸਨੋਬਰੀ ਇਜ਼ ਅ ਨਾउन, ਤਾਂ ਸਨੋਬਰੀ ਉਸਦੀ ਪਤਾ ਲੱਗਦੀ ਹੈ ਕਿ ਉਹ ਇਦਾਂ ਦੇ ਵਿਚਾਰ ਰੱਖਦਾ ਹੈ। We do not like John at the beginning of the chapter, but we change our mind towards him at the end of chapter because of his realization about himself। In lines मैं फिर दोबारा सेम ही लिखियां ने, पहला समझा चुकिया, ताही repeated lines है, तो ਤੁਸੀਂ ਇਹ ਸਾਰੀਆਂ ਲਾਈਨਸ ਇੱਥੇ ਵੀ ਲਿਖ ਸਕਦੇ। ਜੇ ਮੰਨ ਲਓ ਜੌਨ ਦੇ ਬਾਰੇ ਤੁਹਾਨੂੰ ਆ ਜਾਏ ਕਿ ਜੌਨ ਦੇ ਬਾਰੇ ਕੁਝ ਲਾਈਨਾਂ ਲਿਖੋ, ਤਾਂ ਤੁਸੀਂ ਇਹ ਸਾਰੀਆਂ ਲਾਈਨਾਂ ਹੀ ਲਿਖ ਸਕਦੇ। ਲਾਸਟ ਕੁਐਸਚਨ ਹੈ ਜੀ ਕਿ what was the daily routine of John when he came home। ਇੱਥੇ from ਪਾ ਲਓ, ਮੇਰੇ ਤੋਂ form ਪੈ ਗਿਆ, FROM, from the university every night। ਤਾਂ ਜਦੋਂ ਉਹ ਹਰ ਰਾਤ ਯੂਨੀਵਰਸਿਟੀ ਤੋਂ ਵਾਪਸ ਆਉਂਦਾ ਹੈ, when he came home from the university every night, ਹਰ ਰਾਤ ਜਦੋਂ ਯੂਨੀਵਰਸਿਟੀ ਤੋਂ ਵਾਪਸ ਆਉਂਦਾ ਹੈ, ਲੇਟ ਹੋ ਜਾਂਦਾ ਹੈ, ਜੌਨ ਦੀ ਸਾਨੂੰ ਦੱਸਣੀ ਹੈ ਕਿ ਜੌਨ ਦੀ ਡੇਲੀ ਰੂਟੀਨ ਕੀ ਸੀ, ਉਹਦੀ ਰੋਜ਼ ਦੀ ਦਿਨਚਰਿਆ ਕੀ ਸੀ, ਡੇਲੀ ਰੂਟੀਨ ਕੀ ਸੀ। ਤੁਹਾਨੂੰ ਪਤਾ ਬੇਟਾ ਉਹ ਸਿੱਧਾ ਕਿੱਥੇ ਜਾਂਦਾ ਸੀ, ਆਪਣੇ ਮਾਂ-ਬਾਪ। ਤਾਂ ਉਹੀ ਲਾਈਨਾਂ ਇੱਥੇ ਲਿਖਾਂਗੇ ਜੀ। he used to meet his parents in the room। used to is a modal verb। used to ਉੱਥੇ ਯੂਜ਼ ਹੁੰਦਾ ਬੇਟਾ ਜਦੋਂ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਦੀ ਆਦਤ ਹੋਵੇ। ਤੁਹਾਨੂੰ ਇਹ ਆਦਤਨ ਸੀ, ਉਸਦੀ ਆਦਤ ਸੀਗੀ ਕਿ ਉਹ ਰੋਜ਼ ਕਿੱਥੇ ਜਾਂਦਾ ਸੀ ਜੀ, ਮਾਂ-ਬਾਪ ਕੋਲੇ, ਉਹਨਾਂ ਦੇ ਰੂਮ 'ਚ ਜਾਂਦਾ ਸੀ, ਮਿਲਣ ਜਾਂਦਾ ਸੀ। he talked to them about all the things happened during the day। ਤਾਂ ਉਹਨਾਂ ਨਾਲ ਉਹ ਗੱਲਬਾਤ ਕਰਦਾ। talk to them ਕਾਦੇ ਬਾਰੇ, ਦਿਨ ਦੇ ਵਿੱਚ ਜਿੰਨੀਆਂ ਗੱਲਾਂ ਵਾਪਰੀਆਂ ਉਹਨਾਂ ਬਾਰੇ। about all the things ਸਾਰੀਆਂ ਚੀਜ਼ਾਂ ਬਾਰੇ। happened during the day ਦਿਨ ਦੇ ਦੌਰਾਨ ਜਿਹੜੀਆਂ ਵਾਪਰੀਆਂ ਸੀ ਉਹਦੇ ਨਾਲ। happen ਦਾ ਮਤਲਬ ਵਾਪਰਨਾ, during ਦਾ ਮਤਲਬ ਦੌਰਾਨ। his parents listened to him very attentively। ਉਸਦੇ ਮਾਂ-ਬਾਪ ਉਸ ਨੂੰ ਬੜੇ ਧਿਆਨ ਨਾਲ ਸੁਣਦੇ। listen to him, listen ਦੇ ਨਾਲ ਹਮੇਸ਼ਾ to ਪ੍ਰੈਪੋਜੀਸ਼ਨ ਆਉਂਦੀ ਹੈ, ਧਿਆਨ ਰੱਖਣਾ। listen to him very attentively। attentively ਦਾ ਮਤਲਬ ਹੁੰਦਾ ਬੇਟਾ ਧਿਆਨ ਨਾਲ। attention ਯਾਦ ਹੈ ਨਾ ਤੁਹਾਨੂੰ, attention ਸ਼ਬਦ, attentively, attention, attend ਇਹ ਆਮ ਤੌਰ ਤੇ ਸਿੰਨੋਨਿਮਸ ਹੈ। ਆਮ ਤੌਰ ਤੇ ਸਾਰਿਆਂ ਦਾ ਮਤਲਬ ਇੱਕੋ ਜੈਸਾ ਹੀ ਹੁੰਦਾ, ਐਡਵਰਬ ਨਾउन ਦਾ ਫਰਕ ਹੁੰਦਾ। ਤਾਂ ਇੱਥੇ ਐਡਵਰਬ ਲੱਗੀ ਹੋਈ ਹੈ। his mother asked him many questions। ਤਾਂ ਉਸਦੀ ਮਾਂ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਦੀ ਸੀ, ਤੁਹਾਨੂੰ ਪਤਾ ਹੈ। ਸਾਰੇ ਕੁਐਸਚਨ ਕੌਣ ਕਰਦੀ ਸੀ, ਉਹਦੀ ਮਦਰ। his father listened to him with a smile। ਔਰ ਪਾ ਲਓ ਬੇਟਾ, ਇੱਥੇ ਆਫ ਪੈ ਗਿਆ, ਔਰ a frown on his face। ਤਾਂ ਉਸਦੇ ਪਿਤਾ ਜੀ ਉਸ ਨੂੰ ਸੁਣਦੇ ਸੀ, ਜਾਂ ਤਾਂ ਉਹਨਾਂ ਦੇ ਚਿਹਰੇ ਤੇ ਸਮਾਈਲ ਹੁੰਦੀ ਸੀ, ਜਾਂ ਫਿਰ ਫਰਾਉਨ। ਫਰਾਉਨ ਦਾ ਮਤਲਬ ਕੀ ਹੁੰਦਾ, ਜਦੋਂ ਤਿਉੜੀ ਜੀ ਪੈ ਜਾਂਦੀ ਹੈ ਉਹਨੂੰ ਆਪਾਂ ਕਹਿੰਦੇ ਆ। ਤਾਂ ਜਾਂ ਤਾਂ ਉਹ ਸਮਾਈਲ ਦੇ ਨਾਲ ਸੁਣਦੇ ਸੀਗੇ, ਮੁਸਕਰਾਹਟ ਦੇ ਨਾਲ, ਜਾਂ ਤਿਉੜੀ ਦੇ ਨਾਲ ਸੁਣਦੇ ਸੀ। ਹੁਣ ਸਮਾਈਲ ਕਦੋਂ ਪੈਂਦੀ ਸੀ ਉਹਨਾਂ ਦੇ ਚਿਹਰੇ ਤੇ, ਜਦੋਂ ਉਹਨਾਂ ਨੂੰ ਕੋਈ ਗੱਲ ਵਧੀਆ ਲੱਗਦੀ ਸੀ। ਫਰਾਉਨ ਜਿਹੜੀ ਗੱਲ ਉਹਨਾਂ ਨੂੰ ਵਧੀਆ ਨਹੀਂ ਸੀ ਲੱਗਦੀ, ਉਦੋਂ ਤਿਉੜੀ ਪੈ ਜਾਂਦੀ ਸੀ। ਸੁਣਨ ਦਾ ਕੰਮ ਉਹਦੇ ਫਾਦਰ ਕਰਦੇ ਸੀ, ਬੋਲਣ ਦਾ ਕੰਮ ਮਦਰ ਕਰਦੀ ਸੀ। ਤਾਂ ਆਪਣੇ ਰੋਜ਼ ਦੀ ਰੂਟੀਨ 'ਚ ਉਹ ਆਪਣੇ ਮਾਂ-ਬਾਪ ਨੂੰ ਜਾ ਕੇ ਰੂਮ 'ਚ ਮਿਲਦਾ ਸੀ। ਤਾਂ ਇਹਦੇ ਨਾਲ ਜੀ ਆਪਣੇ ਬੇਟਾ ਸਾਰੇ ਕੁਐਸਚਨ ਕੰਪਲੀਟ ਹੁੰਦੇ ਆ। एग्जाम ਦੇ ਵਿੱਚ ਬੇਟਾ ਇਹਨਾਂ 'ਚੋਂ ਕੋਈ ਵੀ ਕੁਐਸਚਨ ਆ ਸਕਦਾ ਹੈ, ਸਾਰੇ ਹੀ ਕੁਐਸਚਨ ਇੰਪੋਰਟੈਂਟ ਹੈ, ਤੇ ਮੈਂ ਬੜੇ ਈਜ਼ੀ ਆਨਸਰਸ ਤੁਹਾਨੂੰ ਸਮਝਾਏ ਹੈ। ਇੱਕ ਵਾਰੀ ਬੇਟਾ ਤੁਸੀਂ ਯਾਦ ਕਰਕੇ ਜ਼ਰੂਰ ਲਿਖ ਲੈਣੇ ਹੈ।